सर देखियो शेयर हो रही है। कर दो शेयर, कोई गल नहीं। फर्स्ट पेज जो वेलकम वाला वो आ जाऊगा ना कि हाँ जी सर, स्क्रीन शेयर हुई सर, देखियो भला। हाँ जी, स्क्रीन शेयर हो चुकी है। फाइल नहीं खुल रही है, तो फाइल खोल लो, पीडीएफ। मैं तो अपनी ओपन की है। नीचे तो लिखा है ना, साइबर सिक्योरिटी एंड सिक्योरिटी कन्वर्टर, यही था नहीं? पीडीएफ फाइल यही है। हाँ जी सर, डिपार्टमेंट ऑफ टेक्निकल एजुकेशन ਦੇ ਚੀਫ ਪ੍ਰੈਜ਼ੀਡੈਂਟ ਮਹਿਕਦੀਪ ਸਾਈਬਰ ਟੌਪਿਕ। एक मिनट सर, एक मिनट जी, ਤੁਹਾਡੀ ਹਾਲੇ पीडीएफ शेयर नहीं हुई, ਉਹਨੂੰ शेयर करो ਪਹਿਲਾਂ। मैं दोबारा करा क्रॉस करके ਮੇਰੇ ਕੋਲ ਸਿਰਫ ਉਹੀ ਆ ਰਿਹਾ ये आ ਕਿ रहा है सर। ਤੁਹਾਡੇ ਫਾਈਲਸ ਆ ਰਹੀਆਂ, ਜਿਹੜੀ अच्छा, ਮੇਨ ਫਾइल खुली नहीं, मेरे को खुली नहीं, दोबारा करो। फिर दोबारा कर दो। सर देखियो। हाँ जी, ठीक है जी। फुल स्क्रीन कर लियो तुम। ठीक है। हाँ जी, ऊपर ही टैब पे ਤੁਹਾਡੀ ਨਾਲ ਦੀ ਤੇ ਨਾਲ ਦੀ ਅਗਲੀ ਟਾਈਪ ਲਾਂਚ ਮੀਟਿੰਗ, ਨਾਲ ਦੀ ਅਗਲੀ ਟਾਈਪ ਖੋਲ ਦਿਓ। वो सर ऊपर ना एक्चुअली वो आ रहा है स्क्रीन पे आ रहा है, वो ना दिखाई नहीं दे रहा, वो नीचे करना रहा थोड़ा। कोई नहीं, हट गया। एक सेकंड सर, तो दूसरा रोज कार्ड नीचे आ रहा है। अब फाइल कर दो। बस ठीक है जी, ठीक है। मैं जी किसी ਨੂੰ ਕੋਰਸ ਤਾਂ ਨਹੀਂ ਬਣਾਉਣਾ ਹੋਰ? हाँ जी सर, अजय सर होने थे। नहीं, हाले एंटर नहीं हुए। अजय कुमार जी, ट्रिपल पी। हाँ जी सर। ठीक है जी।
हेलो अजय सर। जी सर, हाँ जी, सत श्री अकाल जी। सत श्री अकाल सर। ਤੁਸੀਂ ਵੀ ਹੁਣ ਸਾਡੇ ਨਾਲ ਕੋ-ਹੋਸਟ ਹੋ, ਤੁਹਾਡੇ ਕੋਲ ਹੀ ਕੰਟਰੋਲ ਹੈ। जी जी ਠੀਕ ਹੈ, ਅਗਰ ਕੋਈ ਪ੍ਰੋਬਲਮ ਆ ਜਾਏ ਤਾਂ ਤੁਸੀਂ ਹੈਂਡਲ ਕਰ ਲਿਓ ਇਸ ਚੀਜ਼ ਨੂੰ। ठीक है सर, ਠੀਕ ਹੈ, ओके। ਮਾਈਕ ਆਪਣਾ ਬੰਦ ਕਰ ਲਿਓ। ओके ਹਾਂਜੀ ਮੈਕ ਸਰ ਸ਼ੁਰੂ ਕਰ ਲਓ हाँ ਤੁਸੀਂ। ठीक है सर। सत श्री अकाल साਰਿਆਂ ਨੂੰ ਮੇਰੇ ਵੱਲੋਂ। ਮੇਰਾ ਨਾਮ ਮਹਿਕਦੀਪ, ਗਵਰਨਮੈਂਟ ਆਈਟੀ ਵੂਮਨ ਤੋਂ ਮੈਂ ਕੰਪਿਊਟਰ ਹਾਰਡਵੇਅਰ ਦਾ ਇੰਸਟ੍ਰਕਟਰ ਹਾਂ। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਸਾਈਬਰ ਕ੍ਰਾਈਮ ਦੇ ਰਿਲੇਟਡ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਜਿਹੜਾ ਯੁੱਗ ਚੱਲ ਰਿਹਾ ਉਹ ਇੰਟਰਨੈਟ ਦਾ ਯੁੱਗ ਚੱਲ ਰਿਹਾ, ਠੀਕ ਹੈ ਜੀ। ਤੇ ਇਸ ਯੁੱਗ ਦੇ ਹਿਸਾਬ ਨਾਲ ਜਿੱਦਾਂ ਕਿ ਇੰਟਰਨੈਟ ਇੰਨਾ ਗਰੋਇੰਗ ਹੋ ਰਿਹਾ, ਅਪ ਟੂ ਅਪ ਡੇ ਟੂ ਡੇ ਵਾਈਜ਼ ਇੰਨਾ ਗਰੋਇੰਗ ਚੱਲ ਰਿਹਾ, ਤੇ ਜਿਹੜੇ ਸਾਈਬਰ ਦੇ ਰਿਲੇਟਡ ਕ੍ਰਾਈਮਸ ਹੈ ਉਹ ਬਹੁਤ ਜ਼ਿਆਦਾ ਵੱਧ ਰਹੇ ਆ। ਮੈਂ ਉਹਦੇ ਬਾਰੇ ਅੱਜ ਚਰਚਾ ਕਰਾਂਗਾ ਸਾਰੀ ਡਿਟੇਲ 'ਚ, ਤੇ ਫਰਦਰ ਉਹਦੀ ਸਿਕਿਉਰਿਟੀ ਬਾਰੇ ਵੀ ਆਪਾਂ ਡਿਸਕਸ਼ਨ ਕਰਾਂਗੇ, ਤੇ ਟੌਪਿਕ ਆਪਾਂ ਉਹ ਵੀ ਲੈ ਕੇ ਆਏ ਹਾਂ। ਤੇ ਨੈਕਸਟ ਜਿਹੜਾ ਉਸ ਤੋਂ ਅੱਗੇ ਉਹਦੇ ਬਾਰੇ ਲਾਜ਼, ਜਿਹੜੇ ਕਿ ਕ੍ਰਾਈਮਸ ਹੋਏ ਆ, ਉਹ ਕ੍ਰਾਈਮ ਤੋਂ ਆਪਾਂ ਜਿੱਦਾਂ ਹੁਣ ਕੋਈ ਵੀ ਕ੍ਰਾਈਮ ਕਰਦਾ ਉਹਦੇ ਲਾਜ਼ ਬਣਦੇ ਆ, ਉਸ ਲਾਜ਼ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਅੱਗੇ। ਤੇ ਅੱਗੇ ਮੈਂ ਕੰਟੀਨਿਊ ਕਰਦਾ। ਸਭ ਤੋਂ ਪਹਿਲਾਂ ਕੰਟੈਂਟਸ ਦੇ ਵਿੱਚ ਆਪਾਂ ਜੋ ਅੱਜ ਰੀਡ ਆਊਟ ਕਰਨਾ, ਉਹ ਸਭ ਤੋਂ ਪਹਿਲਾਂ ਇੰਟਰੋਡਕਸ਼ਨ। ਸਾਈਬਰ ਕ੍ਰਾਈਮ ਦਾ ਜਿਹੜਾ ਵੀ ਇੰਟਰੋਡਕਸ਼ਨ ਆ, ਉਹ ਇੰਟਰੋਡਕਸ਼ਨ ਬਾਰੇ ਆਪਾਂ ਪਹਿਲਾਂ ਰੀਡ ਆਊਟ ਕਰਾਂਗੇ। ਨੈਕਸਟ ਡੈਫੀਨੇਸ਼ਨ ਪੜਾਂਗੇ। ਥਰਡ ਵਨ ਹਿਸਟਰੀ, ਸਾਈਬਰ ਕ੍ਰਾਈਮ ਦੀ ਸਾਰੀ ਹਿਸਟਰੀ। ਨੈਕਸਟ ਉਹਦੀਆਂ ਟਾਈਪਸ, ਸਾਈਬਰ ਕ੍ਰਾਈਮ ਦੀ ਕਿਹੜੀਆਂ ਟਾਈਪਸ ਸੀ, ਕਿਸ ਟਾਈਪਸ ਕਰਕੇ ਸਾਈਬਰ ਕ੍ਰਾਈਮ ਜਿਹੜਾ ਅੱਗੇ ਗਰੋ ਹੋਇਆ। ਨੈਕਸਟ ਉਹਦੇ ਲਾਜ਼ ਬਾਰੇ, ਤੇ ਉਹਦੇ ਨਾਲ ਆਪਾਂ ਉਹਦੀਆਂ ਸਿਕਿਉਰਿਟੀਜ਼ ਪੜਾਂਗੇ, ਪ੍ਰੀਵੈਂਸ਼ਨ ਤੇ ਕੰਕਲੂਜਨ। ਲਾਸਟ ਵਿੱਚ ਕੰਕਲੂਜਨ ਕੀ ਹੈ ਉਹਦਾ, ਸਾਈਬਰ ਕ੍ਰਾਈਮ ਤੋਂ ਬਚਾਉਣ ਲਈ ਆਪਾਂ ਉਹ ਕੰਕਲੂਜਨ ਵੀ ਰੀਡ ਆਊਟ ਕਰਾਂਗੇ। ਫਸਟ ਜਿਹੜਾ ਅੱਗੇ ਆਪਾਂ ਸਾਈਡਸ ਕਰਾਂਗੇ ਇੰਟਰੋਡਕਸ਼ਨ ਦੀਆਂ। ਇੰਟਰੋਡਕਸ਼ਨ 'ਚ ਸਭ ਤੋਂ ਪਹਿਲਾਂ ਜਿਵੇਂ ਕਿ ਇਹਨਾਂ ਨੇ ਬੜਾ ਬਰੀਫਲੀ ਲਿਖਿਆ ਵਾ, ਦਾ ਇੰਟਰਨੈਟ ਇਨ ਇੰਡੀਆ ਇਜ਼ ਗਰੋਇੰਗ ਰੈਪਿਡਲੀ। ਮਤਲਬ ਜਿਹੜੀ ਗੱਲ ਮੈਂ ਰਿਪੀਟ ਕੀਤੀ ਉਹੀ ਗੱਲ ਅੱਗੇ ਫਰਦਰ ਅੱਗੇ ਆਈ ਹੈ ਕਿ ਇੰਟਰਨੈਟ ਜਿਹੜੀ ਆ ਇੰਡੀਆ ਦੇ ਵਿੱਚ ਬਹੁਤ ਗਰੋਇੰਗ ਹੋ ਰਿਹਾ, ਰੈਪਿਡਲੀ ਬਹੁਤ ਫਾਸਟ ਚੱਲ ਰਿਹਾ। ਕਿਉਂ ਚੱਲ ਰਿਹਾ? ਇਟ ਹੈਜ਼ ਬੀਨ ਰਾਈਜ਼ ਟੂ ਨਿਊ ਓਪਰਚੁਨਿਟੀ ਇਨ ਐਵਰੀ ਫੀਲਡ। ਔਰ ਤੁਸੀਂ ਦੇਖ ਰਹੇ ਹੋ ਕਿ ਐਵਰੀ ਫੀਲਡ ਦੇ ਅੰਦਰ, ਹਰ ਕਿਸੇ ਫੀਲਡ ਵਿੱਚ, ਲਾਈਕ ਇੰਟਰਟੇਨਮੈਂਟ ਦੇਖ ਸਕਦੇ ਹੋ ਤੁਸੀਂ, ਬਿਜ਼ਨਸ ਫੀਲਡ ਵਿੱਚ, ਸਪੋਰਟਸ, ਐਜੂਕੇਸ਼ਨ, ਹਰ ਇੱਕ ਫੀਲਡ ਦੇ ਵਿੱਚ ਇੰਟਰਨੈਟ ਇੰਨਾ ਗਰੋਇੰਗ ਹੋ ਰਿਹਾ। ਹਰ ਕਿਸੇ ਨੂੰ ਨਵੀਆਂ ਓਪਰਚੁਨਿਟੀਜ਼ ਮਿਲ ਰਹੀਆਂ ਵਾ ਫੀਲਡ ਦੇ ਵਿੱਚ, ਆਪਣੇ ਆਪ ਨੂੰ ਰਾਈਜ਼ ਕਰਨ, ਆਪਣੇ ਆਪ ਦੀ ਜਿਹੜੀ ਗਰੋਥ ਕਰਨ ਵਾਸਤੇ, ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਫੈਸਿਲਿਟੀਜ਼ ਮਿਲ ਰਹੀਆਂ ਇੰਟਰਨੈਟ ਦੇ ਥਰੂ। ਹੁਣ ਦੇਖੋ, ਜਿਹੜੀ ਚੀਜ਼ ਸਾਨੂੰ ਫੈਸਿਲਿਟੀਜ਼ ਪ੍ਰਦਾਨ ਕਰਦੀ ਹੈ, ਮੰਨ ਲਓ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ, ਜਿੱਦਾਂ ਕਿ ਇਹਨਾਂ ਨੇ ਅਗਲੀ ਲਾਈਨ 'ਚ ਲਿਖਿਆ, ਬਟ ਐਜ਼ ਵੀ ਨੋ ਦੈਟ ਦੇਅਰ ਆਰ ਟੂ ਸਾਈਡਸ ਆਫ ਕੋਇਨ। ਦੇਖੋ ਬੜਾ ਸਿੰਪਲ ਜਿਹਾ ਇੱਕ ਲਾਈਨ ਲਿਖੀ ਹੈ ਕਿ ਇੱਕ ਕੋਇਨ ਹੈ, ਸਿੱਕਾ ਵਾ, ਉਹਦੇ ਦੋ ਸਾਈਡਸ ਹੁੰਦੀਆਂ, ਇੱਕ ਹੈਡ ਇੱਕ ਟੇਲ, ਠੀਕ ਹੈ। ਇੱਕ ਚੀਜ਼ ਦੀ ਸਾਡੇ ਕੋਲ ਐਡਵਾਂਟੇਜ ਵੀ ਹੈਗੀ ਹੈ ਤੇ ਡਿਸਐਡਵਾਂਟੇਜ ਵੀ ਹੈਗੀ ਹੈ। ਮੇਰੀ ਗੱਲ ਨੂੰ ਕਮਿਟ ਕਰਿਓ। ਲਾਈਕ ਜਿਵੇਂ ਕਿ ਆਪਾਂ ਕੋਈ ਵੀ ਚੀਜ਼ ਹੈ, ਜਿੱਦਾਂ ਹੁਣ ਇੰਟਰਨੈਟ ਦੀ ਗੱਲ ਹੋ ਰਹੀ ਹੈ, ਹੁਣ ਇੰਟਰਨੈਟ ਇੰਨਾ ਗਰੋਇੰਗ ਹੋ ਰਿਹਾ ਵਾ, ਤੇ ਉਸ ਚੀਜ਼ ਦੀ ਸਾਨੂੰ ਐਡਵਾਂਟੇਜ ਬਹੁਤ ਜ਼ਿਆਦਾ ਵਾ। ਲਾਈਕ ਜਿੱਦਾਂ ਹੁਣ ਦੱਸਿਆ, ਐਜੂਕੇਸ਼ਨ, ਸਪੋਰਟਸ, ਐਂਟਰਟੇਨਮੈਂਟ ਦੇ ਵਿੱਚ, ਠੀਕ ਹੈ, ਹਰ ਕਿਸੇ ਫੀਲਡ ਦੇ ਵਿੱਚ, ਹੈਲਥ ਡਿਪਾਰਟਮੈਂਟ ਦੇ ਵਿੱਚ ਸਾਨੂੰ ਬਹੁਤ ਇਹਦੇ ਫਾਇਦੇ ਹੋ ਰਹੇ ਆ। ਬਟ ਡਿਸਐਡਵਾਂਟੇਜ ਦੇ ਵਿੱਚ ਦੇਖਿਆ ਜਾਵੇ, ਸੈਕਿੰਡ ਪਾਸਾ ਜਿਹੜਾ ਕੋਇਨ ਦਾ ਹੀ ਦੇਖਿਆ ਜਾਵੇ, ਇੱਕ ਤੇ ਹੈਡ ਇੱਕ ਟੇਲ ਦੇਖਿਆ ਜਾਵੇ, ਸਪੋਜ਼ ਕਰ ਲਓ, ਉਹਦੇ ਵਿੱਚ ਡਿਸਐਡਵਾਂਟੇਜ ਵੀ ਬਹੁਤ ਜ਼ਿਆਦਾ ਆਉਂਦੀ ਹੈ। ਹੁਣ ਡਿਸਐਡਵਾਂਟੇਜ ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਦੱਸਿਆ ਉਹ ਸਾਈਬਰ ਕ੍ਰਾਈਮ, ਜਿਹਦੇ ਬਾਰੇ ਆਪਾਂ ਡਿਸਕਸ ਕਰਨਾ ਅੱਜ। ਹੁਣ ਸਾਈਬਰ ਕ੍ਰਾਈਮ ਦੇ ਵਿੱਚ ਕਹਿੰਦੇ ਕਿਵੇਂ ਇਲੀਗਲ ਐਕਟੀਵਿਟੀਜ਼ ਕਮਿਟ ਹੁੰਦੀਆਂ ਇੰਟਰਨੈਟ ਨਾਲ ਜੁੜ ਕੇ। ਮਤਲਬ ਇੰਟਰਨੈਟ ਦੇ ਥਰੂ ਇਲੀਗਲ ਐਕਟੀਵਿਟੀਜ਼ ਜਿਹੜੀਆਂ ਕਮਿਟ ਹੁੰਦੀਆਂ ਵਾ, ਉਹਨਾਂ ਨੂੰ ਆਪਾਂ ਉਹ ਸਾਈਬਰ ਕ੍ਰਾਈਮ ਦੇ ਰਿਲੇਟਡ ਆਉਂਦੀ ਆ। ਉਹ ਡਿਸਐਡਵਾਂਟੇਜ ਬਹੁਤ ਵੱਡਾ ਡਿਸਐਡਵਾਂਟੇਜ ਆ। ਉਸ ਡਿਸਐਡਵਾਂਟੇਜ ਆਪਾਂ ਅੱਗੇ ਫਰਦਰ ਡਿਸਕਸ਼ਨ ਕਰਨੀ ਆ। ਤੇ ਸਭ ਤੋਂ ਪਹਿਲਾਂ ਸਾਈਬਰ ਕ੍ਰਾਈਮ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਸਾਈਬਰ ਕ੍ਰਾਈਮ ਹੈਗਾ ਕੀ ਹੈ, ਇਹ ਕੀ ਚੀਜ਼ ਹੈ। ਸਾਈਬਰ ਕ੍ਰਾਈਮ ਯੂਜ਼ ਆਫ ਇੰਟਰਨੈਟ / ਕੰਪਿਊਟਰ to do something that would be a crime in any case। ਦੇਖੋ ਬੜੇ ਸਿੰਪਲ ਲਫ਼ਜ਼ਾਂ ਵਿੱਚ ਇਹਨਾਂ ਨੇ ਬਿਆਨ ਕੀਤਾ ਹੈ ਕਿ ਯੂਜ਼ ਆਫ ਕੰਪਿਊਟਰ, ਤੁਸੀਂ ਜਦੋਂ ਵੀ ਕੰਪਿਊਟਰ ਨੂੰ ਯੂਜ਼ ਕਰਦੇ ਹੋ ਇੰਟਰਨੈਟ ਦੇ ਨਾਲ ਜੁੜ ਕੇ,
ਟੂ ਡੂ ਸਮਥਿੰਗ, ਕੋਈ ਵੀ ਕੰਮ ਕਰਦੇ ਹੋ, ਟੂ ਡੂ ਸਮਥਿੰਗ ਬੀ ਅ ਕ੍ਰਾਈਮ ਇਨ ਐਨੀ ਕੇਸ। ਜੇ ਤੁਸੀਂ ਉਹ ਕੰਮ ਕਰ ਰਹੇ ਹੋ, ਕਿਸੇ ਵੀ ਤਰ੍ਹਾਂ ਦਾ ਕੋਈ ਫਰੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਉਹ ਤੁਹਾਡਾ ਕ੍ਰਾਈਮ ਗਿਣਿਆ ਜਾਊਗਾ। ਮਤਲਬ ਤੁਸੀਂ ਇੰਟਰਨੈਟ ਦੇ ਨਾਲ ਤੁਸੀਂ ਸਿਸਟਮ ਚਲਾ ਰਹੇ ਹੋ, ਸਿਸਟਮ ਚਲਾ ਕੇ ਤੁਸੀਂ ਆਪਣਾ ਇੰਟਰਨੈਟ ਦੇ ਨਾਲ ਤੁਸੀਂ ਜੁੜ ਕੇ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਕਰਦੇ ਹੋ, ਠੀਕ ਹੈ, ਉਹਨੂੰ ਆਪਾਂ ਕਹਾਂਗੇ ਸਾਈਬਰ ਕ੍ਰਾਈਮ। ਠੀਕ ਹੈ, ਬਹੁਤ ਸਿੰਪਲ ਡੈਫੀਨੇਸ਼ਨ ਹੈ। ਇਹਦੇ ਐਗਜ਼ਾਮਪਲਸ ਦਿੱਤੀਆਂ ਇਹਨਾਂ ਨੇ। ਐਗਜ਼ਾਮਪਲ ਚ ਤੁਸੀਂ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਵਾ ਕ੍ਰੈਡਿਟ ਕਾਰਡ ਫਰੋਡ, ਸੈਕਿੰਡ ਆਂਦਾ ਆਇਡੈਂਟੀਟੀ ਥੈਫਟ, ਥਰਡ ਆਂਦਾ ਸਪੈਮ, ਐਂਡ ਦਾ ਫੋਰਥ ਵਨ ਇਜ਼ ਵਾਇਰਸ, ਜੋ ਬਹੁਤ ਚਰਚਾ ਵਿੱਚ ਰਹਿੰਦਾ। ਆਪਾਂ ਇਹਨਾਂ ਨੂੰ ਅੱਗੇ ਬਰੀਫਲੀ ਚ ਪੜਾਂਗੇ। ਅੱਗੇ ਆਂਦਾ ਹਿਸਟਰੀ, ਮਤਲਬ ਸਾਈਬਰ ਕ੍ਰਾਈਮ ਦੀ ਜਿਹੜੀ ਹਿਸਟਰੀ ਆ ਉਹਦੇ ਬਾਰੇ ਆਪਾਂ ਡਿਸਕਸ ਕਰਨਾ। ਸਭ ਤੋਂ ਪਹਿਲਾਂ ਜਿਹੜਾ ਫਸਟ ਸਾਈਬਰ ਕ੍ਰਾਈਮ ਐਵਰ ਰਿਕਾਰਡਡ ਵਾਜ਼ ਇਨ ਦਾ ਫਰਾਂਸ ਡਿਊਰਿੰਗ 1820। ਮਤਲਬ ਸਭ ਤੋਂ ਪਹਿਲਾਂ ਜਿਹੜਾ ਸਾਈਬਰ ਕ੍ਰਾਈਮ ਹੋਇਆ ਸੀ ਉਹ ਰਿਕਾਰਡ ਕੀਤਾ ਗਿਆ ਸੀ ਫਰਾਂਸ ਵਿੱਚ। ਯੂਰਪ ਕੰਟਰੀ ਆ ਫਰਾਂਸ, ਜਿਹੜਾ ਕਿ 1820 ਦੇ ਵਿੱਚ ਫਸਟ ਕ੍ਰਾਈਮ ਰਿਕਾਰਡ ਹੋਇਆ। ਐਂਡ ਨੋਟ ਡਾਊਨ ਕਰ ਲਿਓ, ਆਬਜੈਕਟਿਵ ਟਾਈਪ ਚ ਕੁਐਸਚਨ ਵੀ ਇਹ ਆ ਸਕਦਾ। ਨੈਕਸਟ ਵਨ ਇਜ਼ ਦਾ ਪਰਸਨ ਇਨਵੋਲਵ, ਨਾਮ ਕੀ ਸੀ ਉਹਦਾ, ਉਸ ਪਰਸਨ ਦਾ ਨਾਮ ਕੀ ਸੀ, ਜੋਸਫ ਮੈਰੀ। ਜੋਸਫ ਮੈਰੀ ਨਾਮ ਦਾ ਇੱਕ ਬੰਦਾ ਸੀ, ਪਰਸਨ ਸੀ, ਜਿਹਨੇ ਕਿ ਇਹ 1820 ਦੇ ਵਿੱਚ ਫਰੋਡ ਕੀਤਾ ਸੀ, ਕ੍ਰਾਈਮ ਕੀਤਾ ਸੀ, ਫਸਟ ਕ੍ਰਾਈਮ ਫਰਾਂਸ ਵਿੱਚ। ਹੁਣ ਕ੍ਰਾਈਮ ਕਿਸ ਰਿਲੇਟਡ ਹੀ, ਕਿਸ ਫੀਲਡ ਦੇ ਰਿਲੇਟਡ ਹੀ, ਉਹਦੇ ਬਾਰੇ ਵੀ ਦੱਸਿਆ ਹੁੰਦੇ ਨੇ। ਹੀ ਵਾਜ਼ ਅ ਟੈਕਸਟਾਈਲ ਮੈਨੂਫੈਕਚਰਿੰਗ, ਹੀ ਮੇਡਸ ਲੂਮਸ। ਦੇਖੋ ਉਹ ਟੈਕਸਟਾਈਲ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ, ਤੇ ਲੂਮਸ, ਹੀ ਮੇਡ ਲੂਮਸ, ਧਾਗੇ ਦਾ ਕੰਮ ਕਰਦੇ ਸੀ, ਡਿਜ਼ਾਈਨ ਬਣਾਉਂਦੇ ਸੀ। ਤੇ ਉਹ ਕੰਮ ਕਿਦਾਂ, ਹੁਣ ਉਹਨਾਂ ਨੇ ਫਰੋਡ ਦੇਖੋ ਕਿੰਨਾ ਮਤਲਬ ਈਜ਼ੀ ਕਰਤਾ। ਹੀ ਇਨਵੈਂਟਡ ਲੂਮਸ ਦੈਟ ਕੈਨ ਸਟੋਰ ਡਿਜ਼ਾਈਨ। ਹੁਣ ਦੇਖੋ ਧਾਗੇ ਦੀ ਫੈਕਟਰੀ 'ਚ ਕੰਮ ਕਰ ਰਿਹਾ, ਟੈਕਸਟਾਈਲ ਫੈਕਟਰੀ ਦੇ ਵਿੱਚ। ਹੁਣ ਉਹਦੇ ਵਿੱਚ ਜਦੋਂ ਵੀ ਅਸੀਂ ਡਿਜ਼ਾਈਨ ਬਣਾਉਂਦੇ ਹਾਂ, ਕਿਸੇ ਤਰ੍ਹਾਂ ਦਾ ਵੀ ਆਪਾਂ ਕੋਈ ਡਿਜ਼ਾਈਨ ਬਣਾ ਕੇ ਆਪਾਂ ਸੇਵ ਕਰਕੇ ਰੱਖ ਲੈਂਦੇ ਹਾਂ ਆਪਾਂ ਸਟੋਰੇਜ ਡਿਵਾਈਸ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਕੰਪਿਊਟਰ ਦੇ ਵਿੱਚ ਜਾਂ ਕਿਸੇ ਵੀ ਸਟੋਰੇਜ ਡਿਵਾਈਸ ਆਪਾਂ ਡਾਟਾ ਉਹ ਸਟੋਰ ਕਰ ਲੈਂਦੇ ਹਾਂ, ਜਿਹੜਾ ਵੀ ਆਪਾਂ ਡਿਜ਼ਾਈਨ ਬਣਾਇਆ ਹੁੰਦਾ ਟੈਕਸਟਾਈਲ ਦਾ। ਹੁਣ ਉਹ ਕੀ ਕਰਦੇ ਸੀ, ਸਟੋਰ ਕਰ ਲੈਂਦੇ, ਸਟੋਰ ਕਰਕੇ ਉਹਨੂੰ ਫਰਦਰ ਕਿਤੇ ਨਾ ਕਿਤੇ ਸੇਲ ਆਊਟ ਕਰਦੇ ਸੀ ਜਾਂ ਉਹਦਾ ਮਿਸਯੂਜ਼ ਕਰਦੇ ਸੀ। ਬਟ ਕੁਛ ਟਾਈਮ ਬਾਅਦ ਉਹ ਫਿਰ ਕ੍ਰਾਈਮ ਦੇ ਰਿਲੇਟਡ ਉਹ ਥੋੜਾ ਨੋਟ ਡਾਊਨ ਹੋ ਗਏ ਤੇ ਉਹ ਫੜੇ ਗਏ ਸੀ। ਉਸ ਲੂਮਸ ਦੇ ਰਿਲੇਟਡ ਫਿਰ ਉਹਨਾਂ ਦੇ ਪਰਚਾ ਵਗੈਰਾ, ਲਾਜ਼ ਵਗੈਰਾ ਲੱਗੇ ਸੀ, ਉਹ ਆਪਾਂ ਅੱਗੇ ਫਰਦਰ ਪੜਾਂਗੇ। ਨੈਕਸਟ ਸਲਾਈਡ ਆ ਉਹਦੀ ਹਿਸਟਰੀ ਬਾਰੇ। ਹੁਣ ਹਿਸਟਰੀ 'ਚ ਆਪਾਂ ਹੋਰ ਫਰਦਰ ਇੱਕ ਜੇ ਹੋਰ ਆਪਾਂ ਲੋਕਲ ਇੰਡੀਆ ਦੇ ਵਿੱਚ ਆਪਾਂ ਗੱਲ ਕਰਾਂਗੇ। ਫਸਟ ਸਪੈਮ ਜਿਹੜਾ ਸੀ ਈਮੇਲ ਸਪੈਮ, ਪਹਿਲਾ ਜਿਹੜਾ ਆਇਆ ਸੀ ਲੂਮ ਵਾਲਾ ਸਪੈਮ ਹੋਇਆ ਸੀ। ਹੁਣ ਉਹ ਫਰੋਡ ਹੋਇਆ ਸੀ। ਇਹ ਵਾਲਾ ਫਸਟ ਸਪੈਮ ਈਮੇਲ ਲੁੱਟ ਟੇਕ ਪਲੇਸ ਇਨ ਦਾ 1978। 1978 ਦੇ ਵਿੱਚ ਈਮੇਲ ਸਪੈਮ ਹੋਇਆ ਸੀ। The first virus was installed on the Apple computer in year 1982। 1978 ਦੇ ਵਿੱਚ ਈਮੇਲ ਸਪੈਮ ਹੋਇਆ ਸੀ, ਜਿਹੜਾ ਮੇਲ ਦੇ ਨਾਲ ਰਿਲੇਟਡ ਹੈ। ਸਪੈਮ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ ਫਰਦਰ। ਹੁਣ ਹਿਸਟਰੀ ਬਾਰੇ ਗੱਲ ਹੋ ਰਹੀ ਹੈ। ਜਿਹੜਾ ਉਸ ਤੋਂ ਬਾਅਦ ਜਿਹੜਾ ਇੱਕ ਵਾਇਰਸ ਅਟੈਕ ਹੋਇਆ ਸੀ, ਉਹ ਹੋਇਆ ਸੀ ਐਪਲ ਕੰਪਿਊਟਰ ਤੇ। ਹੁਣ ਤੁਸੀਂ ਦੇਖ ਲਓ ਅੱਜ ਕੱਲ ਜਿਹੜੇ ਵੀ ਐਪਲ ਕਸਟਮਰ ਹੈਗੇ ਆ, ਜਿਹੜੇ ਐਪਲ ਯੂਜ਼ ਕਰ ਰਹੇ ਆ, ਡੀਲਰ ਹੋਵੇ ਭਾਵੇਂ ਕੋਈ ਵੀ ਹੋਵੇ, ਕਸਟਮਰ ਸਾਡੇ ਲਾਈਕ ਹੋਵੇ, ਜਾਂ ਸਿਸਟਮ ਯੂਜ਼ ਕਰ ਰਹੇ ਆ ਜਾਂ ਫੋਨ ਯੂਜ਼ ਕਰ ਰਹੇ ਆ, ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਸਿਕਿਉਰਿਟੀ ਹੈਗੀ ਆ ਕਿ ਐਪਲ ਫੋਨ ਦੇ ਵਿੱਚ ਵਾਇਰਸ ਆਉਣ ਦੇ ਚਾਂਸਿਸ ਬਹੁਤ ਰੇਅਰ ਹੁੰਦੇ, ਬਹੁਤ ਘੱਟ ਹੁੰਦੇ ਆ। 1982 ਦੇ ਵਿੱਚ ਇਹ ਵਾਇਰਸ ਆਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਅਮੈਂਡਮੈਂਟ ਕਰਨੀ ਸ਼ੁਰੂ ਕਰਤੀ, ਬਹੁਤ ਜ਼ਿਆਦਾ ਮਤਲਬ ਆਪਣੇ ਆਪ ਨੂੰ ਕਵਰ ਅਪ ਸਿਕਿਉਰਿਟੀ ਪ੍ਰਦਾਨ ਕਰਨੀ ਸ਼ੁਰੂ ਕਰਤੀ, ਜਿਹਦੇ ਨਾਲ ਕਿ ਐਪਲ ਅੱਜ ਦੀ ਦੁਨੀਆ ਦੇ ਵਿੱਚ ਐਪਲ ਸਟੋਰ, ਜਿਹਦਾ ਨਾਮ ਫਰੈਂਚਾਈਜ਼ੀ ਦਾ ਨਾਮ ਹੋ ਚੁੱਕਿਆ ਵਾ, ਜਿਹੜਾ ਅਸੀਂ ਲੈਵਾਂਗੇ, ਕੋਈ ਪਰਚੇਸ ਕਰਾਂਗੇ ਕਿਸੇ ਵੀ ਚੀਜ਼ ਦੀ ਆਈਟਮ ਵਗੈਰਾ, ਉਹ ਸਾਡੇ ਲਈ ਬਹੁਤ ਬੈਨੀਫਿਟ ਹੁੰਦੀ ਹੈ। ਹਾਂ ਬਸ ਕੋਸਟਲੀ ਥੋੜੀ ਜ਼ਿਆਦਾ ਹੁੰਦੀ ਹੈ। ਨੈਕਸਟ ਆਉਂਦੀ ਹੈ ਕੈਟੇਗਰੀਜ਼ ਆਫ ਸਾਈਬਰ ਕ੍ਰਾਈਮ। ਹੁਣ ਸਾਈਬਰ ਕ੍ਰਾਈਮ ਦੀ ਕੈਟੇਗਰੀਜ਼ ਕਿਹੜੀ ਕਿਹੜੀ ਆ, ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਵਾ। ਦੇਖੋ ਦਾ ਪਹਿਲਾ ਪੁਆਇੰਟ ਕੀ ਹੈ, ਦਾ ਕੰਪਿਊਟਰ ਐਜ਼ ਅ ਟਾਰਗੇਟ। ਸੈਕਿੰਡ ਕੀ ਹੈ, ਦਾ ਕੰਪਿਊਟਰ ਐਜ਼ ਅ ਵੈਪਨ। ਹੁਣ ਬਹੁਤ ਈਜ਼ੀ ਮਤਲਬ ਵੇ ਨਾਲ ਦੱਸਿਆ ਉਹਨਾਂ ਨੇ, ਯੂਜ਼ਿੰਗ ਅ ਕੰਪਿਊਟਰ ਟੂ ਅਟੈਕ ਅਦਰ ਕੰਪਿਊਟਰ। ਐਗਜ਼ਾਮਪਲ ਹੈਕਿੰਗ, ਵਾਇਰਸ, ਵਰਮ ਅਟੈਕ ਸੈਕਟਰ। ਹੁਣ ਦੇਖੋ ਯੂਜ਼ਿੰਗ ਅ ਕੰਪਿਊਟਰ ਟੂ ਅਟੈਕ ਅਦਰ ਕੰਪਿਊਟਰ, ਮਤਲਬ ਜਦੋਂ ਵੀ ਆਪਾਂ ਕੰਪਿਊਟਰ ਯੂਜ਼ ਕਰਦੇ ਦੂਸਰੇ ਕੰਪਿਊਟਰ ਤੇ ਅਟੈਕ ਕਰਦੇ ਹਾਂ, ਠੀਕ ਹੈ ਜੀ। ਹੁਣ ਮੰਨ ਲਓ ਮੈਂ ਕੰਪਿਊਟਰ ਯੂਜ਼ ਕਰ ਰਿਹਾ, ਠੀਕ ਹੈ। ਹੁਣ ਕੰਪਿਊਟਰ ਯੂਜ਼ ਕਰਦੇ ਮੈਂ ਕੀ ਕੀਤਾ ਕਿ ਆਪਣੇ ਨਾਲ ਦੇ ਸਿਸਟਮ ਦੇ ਵਿੱਚ ਵੀ ਕੋਈ ਪੈਨ ਡਰਾਈਵ ਦੇ ਥਰੂ ਵਾਇਰਸ ਅਟੈਕ ਕਰਤਾ, ਕਿਸੇ ਵੀ ਤਰ੍ਹਾਂ ਦੂਸਰਾ ਕੰਪਿਊਟਰ ਵੀ ਆਪਾਂ ਯੂਜ਼ ਕਰ ਲਿਆ। ਉਸ ਵੇ ਨਾਲ ਨੈਟਵਰਕਿੰਗ ਦੇ ਥਰੂ ਵੀ ਆਪਾਂ ਉਹਨਾਂ ਵਿੱਚ ਹੈਕਿੰਗ ਕਰ ਲਈ, ਵਾਇਰਸ ਭੇਜਤਾ, ਵਰਮ ਕਰਤਾ, ਅਟੈਕ ਕਰਤਾ। ਉਹ ਹੋ ਗਿਆ ਇੱਕ ਟਾਰਗੇਟ, ਇੱਕ ਕੰਪਿਊਟਰ ਨੂੰ ਐਜ਼ ਆਪਾਂ ਟਾਰਗੇਟ ਕੰਮ ਕੀਤਾ।
ਨੈਕਸਟ ਕੀ ਹੈ, ਤਾਂ ਕੰਪਿਊਟਰ ਐਜ਼ ਅ ਵੈਪਨ, ਮਤਲਬ ਬੰਦੂਕ ਦੇ ਵੇ ਨਾਲ, ਗਨ ਦੇ ਵੇ ਨਾਲ ਆਪਾਂ ਉਹਦੇ ਥਰੂ ਉਹਨੂੰ ਵਰਲਡ ਕ੍ਰਾਈਮ ਕੀਤਾ, ਲਾਈਕ ਯੂਜ਼ਿੰਗ ਆ ਕੰਪਿਊਟਰ ਟੂ ਕਮਿਟ ਰੀਅਲ ਵਰਲਡ ਕ੍ਰਾਈਮ। ਮਤਲਬ ਮੈਂ ਕੰਪਿਊਟਰ ਯੂਜ਼ ਕਰਕੇ, ਆਪਣਾ ਸਿਸਟਮ ਯੂਜ਼ ਕਰਕੇ ਇੱਕ ਉਹਨੂੰ ਵੈਪਨ ਬਣਾਤਾ, ਹਥਿਆਰ ਬਣਾਤਾ, ਪੂਰੇ ਵਰਲਡ ਵਾਈਡ ਦੇ ਵਿੱਚ ਮੈਂ ਉਹ ਕ੍ਰਾਈਮ ਕਰਨੇ ਸ਼ੁਰੂ ਕਰਤੇ। ਐਗਜ਼ਾਮਪਲ ਤੌਰ ਤੇ ਬੜੇ ਵਧੀਆ ਐਗਜ਼ਾਮਪਲ ਦਿੱਤੀ ਉਹਨਾਂ ਨੇ, ਸਾਈਬਰ ਟੈਰਰਿਜ਼ਮ ਤੇ ਸਾਈਬਰ ਕ੍ਰੈਡਿਟ ਕਾਰਡ ਫਰੋਡ। ਸਾਈਬਰ ਟੈਰਰਿਜ਼ਮ ਜਿਹੜਾ ਕਿ ਟੈਰਰਿਜ਼ਮ ਅਟੈਕ ਕਰਦੇ ਆ ਸਾਈਬਰ ਦੇ ਥਰੂ, ਇੰਟਰਨੈਟ ਦੇ ਨਾਲ ਜੁੜ ਕੇ, ਉਹਦੇ ਬਾਰੇ ਵੀ ਆਪਾਂ ਐਗਜ਼ਾਮਪਲ ਜਿਹੜੀਆਂ ਦਿੱਤੀਆਂ, ਪੂਰਾ ਬਰੀਫਲੀ ਆਪਾਂ ਨੂੰ ਰੀਡ ਆਊਟ ਕਰਾਂਗੇ। ਨੈਕਸਟ ਆਉਂਦੀਆਂ ਟਾਈਪਸ। ਟਾਈਪਸ ਨੋਟ ਡਾਊਨ ਕਰ ਲਿਓ। ਫਰਸਟ ਹੈਗੀ ਆ ਹੈਕਿੰਗ, second one is credit card fraud, third virus dissemination, fourth one is cyber terrorism, next one is computer vandalism, next is software piracy, next is spoofing। ਹੁਣ ਇਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਹੈ। ਹੈਕਿੰਗ, ਸਭ ਤੋਂ ਪਹਿਲਾਂ ਹੈਕਿੰਗ ਹੈ। ਹੈਕਿੰਗ ਦੇ ਬਾਰੇ ਆਪਾਂ ਟਾਈਪਸ ਆਪਾਂ ਪੜ੍ਹਿਆ ਸੀ। ਹੈਕਿੰਗ ਕੀ ਚੀਜ਼ ਹੈ? Hacking in a simple term means an illegal intrusion into a computer system and or a network. It is also known as cracking. Government websites are the hot target of the hackers due to press coverage it's received. Hackers enjoy the media coverage। ਹੁਣ ਬੜੀ ਵਧੀਆ ਲਾਈਨ ਚ ਦੱਸਿਆ ਉਹਨਾਂ ਨੇ, ਹੈਕਿੰਗ ਦਾ ਕੰਮ ਕੀ ਹੈ? ਸਿੰਪਲ ਮੀਨ ਕੀ ਹੈ? ਇਲੀਗਲ ਕੰਮ ਕਰਨਾ ਕੰਪਿਊਟਰ ਸਿਸਟਮ ਦੇ ਨਾਲ ਜੁੜ ਕੇ, ਕਿ ਕਿਸੇ ਵੀ ਤਰ੍ਹਾਂ ਦਾ ਆਪਾਂ ਨੈਟਵਰਕ ਬਣਾਤਾ ਜਿਹੜਾ ਕੀ ਹੈ ਕਰੈਕ ਕਰਦਾ ਕਿਸੇ ਵੀ ਗਵਰਨਮੈਂਟ ਸਾਈਟਸ ਨੂੰ। ਜ਼ਿਆਦਾਤਰ ਕੀ ਹੁੰਦਾ, ਗਵਰਨਮੈਂਟ ਵੈਬਸਾਈਟ ਹੁੰਦੀਆਂ ਵਾ ਜਿਨ੍ਹਾਂ ਤੋਂ ਤੁਸੀਂ ਦੇਖੋ ਕੋਈ ਵੀ ਕੰਮ ਕਰਦੇ ਆ, ਜਦੋਂ ਅਸੀਂ ਕੋਈ ਜਿਹੜੇ ਥਰਡ ਪਾਰਟੀ ਪਰਸਨ ਹੁੰਦੇ ਆ, ਕੋਈ ਵੀ ਲਗਾ ਲਓ, ਜਿੱਦਾਂ ਹੁਣ ਹੈਕਿੰਗ ਦੀ ਗੱਲ ਕਰ ਰਹੇ ਆ, ਜਿਹੜਾ ਬੰਦਾ ਹੈਕਿੰਗ ਕਰ ਰਿਹਾ ਉਸ ਨੂੰ ਪਬਲਿਸਿਟੀ ਦੀ ਲੋੜ ਹੁੰਦੀ ਹੈ ਕਿ ਮੈਂ ਦੇਖੋ ਮੇਰੇ ਕੋਲ ਟੈਲੈਂਟ ਆ, ਹੁਣ ਮੇਰੇ ਕੋਲ ਟੈਲੈਂਟ ਆ, ਮੈਂ ਜਿੱਦਾਂ ਹੁਣ ਤੁਹਾਨੂੰ ਸਟੱਡੀ ਕਰਾ ਰਿਹਾ, ਮੇਰੇ ਕੋਲ ਟੈਲੈਂਟ ਆ, ਮੈਂ ਪੜ੍ਹਾ ਸਕਦਾ, ਮੈਂ ਪੜ੍ਹਾ ਰਿਹਾ, ਠੀਕ ਹੈ। ਹੁਣ ਕਿਸੇ ਕੋ ਕਿਸੇ ਤਰ੍ਹਾਂ ਦਾ ਵੀ ਟੈਲੈਂਟ ਹੁੰਦਾ, ਹੁਣ ਉਹ ਹੈਕਿੰਗ ਵਾਲਾ ਜਿਹੜੇ ਕ੍ਰਾਈਮ ਕਰਦੇ ਪਏ ਆ, ਉਹਨਾਂ ਕੋਲ ਹੈਕਿੰਗ ਦਾ ਟੈਲੈਂਟ ਆ, ਹੁਣ ਉਹ ਆਪਣਾ ਕ੍ਰਾਈਮ ਕਈ ਸ਼ੋ ਆਫ ਕਰਦੇ ਆ, ਕਵਰੇਜ ਲੈਂਦੇ ਆ, ਮੀਡੀਆ ਥਰੂ ਕਵਰੇਜ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਕਵਰੇਜ ਮਿਲੇ ਤੇ ਆਪਾਂ ਉਹ ਕ੍ਰੈਕ ਕਰਦੇ ਆ। ਉਹ ਕੀ ਕਰਦੇ ਆ, ਕਿਸੇ ਵੀ ਗਵਰਨਮੈਂਟ ਸਾਈਟਸ ਨੂੰ ਜਾਂ ਕਿਸੇ ਹੋਰ ਵੀ ਵੈਬਸਾਈਟਸ ਨੂੰ ਕੀ ਕਰਦੇ ਆ, ਉਹ ਕ੍ਰੈਕ ਕਰਦੇ ਆ, ਉਹਨਾਂ ਦਾ ਡਾਟਾ ਜਿਹੜਾ ਚੁਰਾਉਂਦੇ ਆ ਜਾਂ ਉਹਦਾ ਮਿਸਯੂਜ਼ ਕਰਦੇ ਆ, ਤੇ ਉਹਨਾਂ ਦੀ ਫਿਰ ਕਵਰੇਜ ਲੈਂਦੇ ਆ, ਤੇ ਉਹਨਾਂ ਕਵਰੇਜ ਲੈ ਕੇ ਫਿਰ ਉਹਨਾਂ ਕੋਲੋਂ ਆਪਾਂ ਚਾਰजेस ਲਾਈਕ ਜਿੱਦਾਂ ਇਹ ਰਿਸ਼ਵਤ ਲੈਂਦੇ ਆ, ਉਹ ਵੀ ਫਿਰ ਰਿਸ਼ਵਤ ਵਾਲਾ ਕੰਮ ਵੀ ਅੱਗੇ ਫਰਦਰ ਕੰਟੀਨਿਊ ਕਰ ਦਿੰਦੇ ਆ, ਉਹ ਹੈਕਿੰਗ ਪਰਪਸ ਵਾਲੇ। ਉਹਨਾਂ ਤੋਂ ਆਪਾਂ ਸੇਫਟੀ ਪ੍ਰੀਕਾਸ਼ਨ ਪ੍ਰਦਾਨ ਕਰਨੀ ਹੈ, ਅੱਗੇ ਸਿਕਿਉਰਿਟੀ ਚ ਆਪਾਂ ਰੀਡ ਆਊਟ ਕਰਾਂਗੇ। ਨੈਕਸਟ ਹੈਗੀ ਹੈ ਹੈਕਿੰਗ ਬਾਰੇ। ਫਿਰ ਉਹਨਾਂ ਨੇ ਦੱਸਿਆ ਕਿ 3 ਤਰ੍ਹਾਂ ਦੇ ਹੈਕਿੰਗ ਪਰਪਸ ਯੂਜ਼ ਕਰਦੇ ਆਪਾਂ। ਫਰਸਟ ਹੈਗਾ ਜਿਹੜਾ ਵਾਈਟ ਹੈਟ ਹੈਕਰ, ਸੈਕਿੰਡ ਵਨ ਬਲੈਕ ਹੈਟ, ਥਰਡ ਇਜ਼ ਗ੍ਰੇ ਹੈਟ। 3 ਤਰ੍ਹਾਂ ਦੇ ਹੈਕਰ ਜਿਹੜੇ ਅੱਜ ਕੱਲ੍ਹ ਯੂਜ਼ ਹੁੰਦੇ ਆ। ਹੈਕਿੰਗ ਇਜ਼ ਅ ਸੋਰਸ ਆਫ ਥ੍ਰੈਟ to security in computer. It is defined and unauthorized access to the computer system by a hacker। ਉਹੀ ਗੱਲ ਰਿਪੀਟ ਹੋਈ ਹੈ ਕਿ ਕੋਈ ਵੀ ਅਨਆਥੋਰਾਈਜ਼ਡ ਬੰਦਾ, ਜਿਹੜਾ ਵੀ ਅਨਆਥੋਰਾਈਜ਼ਡ, ਜਿੱਦਾਂ ਮੰਨ ਲਓ ਮੈਂ ਸਿਸਟਮ ਤੇ ਬੈਠਾ, ਮੈਂ ਆਪਣਾ ਸਿਸਟਮ ਯੂਜ਼ ਕਰ ਰਿਹਾ, ਉਹ ਮੇਰੀ ਜਗ੍ਹਾ ਕੋਈ ਥਰਡ ਪਰਸਨ ਆ ਕੇ ਕੋਈ ਮੇਰੇ ਸਿਸਟਮ ਨੂੰ ਯੂਜ਼ ਕਰੇਗਾ, ਜਿਸ ਨੂੰ ਮੈਂ ਸਿਸਟਮ ਨੂੰ ਅਥਾਰਟੀ ਨਹੀਂ ਦਿੰਦਾ, ਠੀਕ ਹੈ, ਉਹ ਮੇਰੇ ਲਈ ਤਾਂ ਉਹ ਅਨਆਥੋਰਾਈਜ਼ਡ ਬੰਦਾ ਹੋ ਗਿਆ। ਜਿਹੜਾ ਵੀ ਥਰਡ ਪਾਰਟੀ ਬੰਦਾ ਮੇਰੇ ਸਿਸਟਮ ਨੂੰ ਯੂਜ਼ ਕਰੇਗਾ, ਹੁਣ ਉਹ ਕਿਸੇ ਤਰ੍ਹਾਂ ਦਾ ਵੀ ਹੈਕਰ ਹੋ ਸਕਦਾ, ਵਾਈਟ ਹੈਟ ਹੈਕਰ, ਬਲੈਕ ਹੈਟ, ਗ੍ਰੇ ਹੈਟ, ਇਹ ਸਾਰੇ ਹੈਕਰਸ ਦੀ ਟਾਈਪ ਹੁੰਦੀਆਂ, ਠੀਕ ਹੈ। ਪਾਸਵਰਡਸ ਹੈਕ ਕਰਨੇ, ਠੀਕ ਹੈ, ਆਈਡੀ ਪਾਸਵਰਡਸ ਚੁਰਾ ਲੈਣੇ ਜਾਂ ਕੋਈ ਡਾਟਾ ਚੁਰਾ ਲੈਣਾ, ਕਿਸੇ ਦਾ ਪਰਸਨਲ ਇਨਫੋਰਮੇਸ਼ਨ ਹੈਕ ਕਰ ਲੈਣੀ, ਇਹ ਸਭ ਤਰ੍ਹਾਂ ਦੀ ਹੈਕਿੰਗ ਇਹਨਾਂ ਵਿੱਚ ਇਨਕਲੂਡ ਹੁੰਦੀ ਹੈ। ਨੈਕਸਟ ਹੈਗਾ ਚਾਈਲਡ ਪੋਰਨੋਗ੍ਰਾਫੀ। ਚਾਈਲਡ ਪੋਰਨੋਗ੍ਰਾਫੀ, the internet is being highly used by its abuse to reach and abuse children sexually worldwide. As more homes have access to the internet, more children would be using the internet and more are the chance of falling victim to the aggression of pedophiles। ਹੁਣ ਦੇਖੋ ਚਾਈਲਡ ਪੋਰਨੋਗ੍ਰਾਫੀ ਬਾਰੇ ਮੈਂ ਕਲੀਅਰ ਆਊਟ ਕਰਦਾ ਕਿ ਅੱਜ ਕੱਲ੍ਹ ਜਿੱਦਾਂ ਬਹੁਤ ਜ਼ਿਆਦਾ ਇੰਟਰਨੈਟ ਚਲਾਨ ਕਰਕੇ ਬੱਚੇ ਵੀ, ਹੁਣ ਦੇਖੋ ਜਿੱਦਾਂ ਵੀ ਹੁਣ ਆਪਾਂ ਕਲਾਸਿਸ ਵਗੈਰਾ ਲੈ ਰਹੇ ਹਾਂ, ਜ਼ੂਮ ਐਪ ਤੇ ਵੀ ਲੈ ਰਹੇ ਹਾਂ, ਐਗਜ਼ਾਮਪਲ ਤੌਰ ਤੇ ਮੈਂ ਛੋਟੀ ਐਗਜ਼ਾਮਪਲ ਦਿੰਦਾ ਕਿ ਅੱਜ ਕੱਲ੍ਹ ਜਿੱਦਾਂ ਬੱਚਿਆਂ ਦੇ ਵੀ ਇਹੀ ਚੱਲ ਰਹੀ ਹੈ ਕਲਾਸਿਸ ਮੋਸਟਲੀ ਸਕੂਲਿੰਗ ਦੇ ਵਿੱਚ, ਕਿ ਸਕੂਲਿੰਗ ਤੇ ਬੰਦ ਆ, ਸਕੂਲਿੰਗ ਬੰਦ ਹੋਣ ਕਰਕੇ ਉਹਨਾਂ ਨੇ ਕੀ ਕੀਤਾ ਕਿ ਅੱਜ ਕੱਲ੍ਹ ਜ਼ੂਮ ਐਪ ਤੇ ਹੀ ਚੱਲ ਰਿਹਾ, ਕਈਆਂ ਦਾ WhatsApp ਤੇ ਚੱਲ ਰਿਹਾ, ਡਾਟਾ ਵਗੈਰਾ ਬੱਚਿਆਂ ਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰ ਰਹੇ। ਹੁਣ ਕਈ ਬੱਚੇ ਕੀ ਹੁੰਦੇ, ਥੋੜਾ ਏਜ ਡਿਵੈਲਪ ਹੋਣ ਲੱਗ ਪੈਂਦੇ ਆ, ਉਹ ਜਿਹੜੇ ਹਾਰਮੋਨਸ ਬਦਲਣ ਲੱਗ ਪੈਂਦੇ ਆ, ਉਹ ਕੀ ਕਰਦੇ ਆ ਕਿ ਆਪਾਂ ਵਰਲਡ ਵਾਈਡ ਦੇ ਵਿੱਚ ਨਾ ਕੁਛ ਸਰਚਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਮੀਡੀਆ ਦੇ ਵਿੱਚ। ਹੁਣ ਕਈ ਸੋਸ਼ਲ ਸਾਈਟਸ ਏਦਾਂ ਦੀ ਹੁੰਦੀਆਂ ਜਾਂ ਵੈਬਸਾਈਟਸ ਏਦਾਂ ਦੀ ਹੁੰਦੀਆਂ ਜਿਹੜੀਆਂ ਕਿ ਪੋਪ ਅਪ ਐਡਸ ਦਿੰਦੀਆਂ,
ਉਹ ਐਡਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਲਗਰ ਲੈਂਗੁਏਜ ਆ ਸਕਦੀ ਹੈ, ਕੁਝ ਅਬਿਊਜ਼ਿੰਗ ਵਰਡਸ ਆ ਜਾਂਦੇ ਆ ਜਿਹੜੇ ਕਿ ਆਪਾਂ ਸਹੀ ਨਹੀਂ ਸਮਝਦੇ ਬੱਚਿਆਂ ਲਈ, ਕਿਉਂਕਿ ਬੱਚੇ ਹਜੇ ਛੋਟੇ ਆ ਤੇ ਛੋਟੇ ਬੱਚਿਆਂ ਲਈ ਇਹ ਚੀਜ਼ਾਂ ਜਦੋਂ ਫੇਸ ਆਊਟ ਹੋਣਗੀਆਂ ਤੇ ਉਹਨਾਂ ਦੀ ਜਿਹੜੀ ਆ ਚਾਈਲਡ ਪੋਰਨੋਗ੍ਰਾਫੀ ਆ ਉਹਨਾਂ ਤੇ ਫਰਕ ਪੈਂਦਾ ਵਾ। ਇਸ ਕਰਕੇ ਉਹਨਾਂ ਤੋਂ ਆਪਾਂ ਬੱਚਿਆਂ ਤੋਂ ਥੋੜਾ ਜਿਹਾ ਬਚਾਅ ਰੱਖਣਾ, ਇੰਟਰਨੈਟ ਯੂਜ਼ ਕਰਨ ਤੋਂ ਉਹਨਾਂ ਨੂੰ ਬਚਾਉਣਾ ਵਾ। ਤੇ ਇੱਕ ਗੱਲ ਹੋਰ ਹੈ ਕਿ ਚਿਲਡਰਨ ਜਿਹੜੇ ਹੁੰਦੇ ਆ ਛੋਟੇ ਹੁੰਦੇ ਆ, ਉਹਨਾਂ ਦਾ ਜਿਹੜਾ ਮਾਈਂਡ ਡਿਵੈਲਪ ਜ਼ਿਆਦਾ ਨਹੀਂ ਹੁੰਦਾ। ਜਦੋਂ ਕਿ ਇਹ ਕੇਸ ਹੁੰਦੇ ਆ ਉਦੋਂ ਕੀ ਹੁੰਦਾ ਕਿ ਬੱਚੇ ਜਿਹੜੇ ਹੁੰਦੇ ਆ ਇਸ ਵੈਬਸਾਈਟ ਦੇ ਵਿੱਚ ਜਾਂ ਕਿਸੇ ਵੀ ਕੋਈ ਵੀ ਜਿਹੜੀ ਕਵਰੇਜ ਆਉਂਦੀ ਹੈ ਜਾਂ ਵਿਕਟਿਮਸ ਕੋਈ ਬਣ ਜਾਂਦਾ, ਜਦੋਂ ਇਸ ਮੀਡੀਆ ਦੇ ਵਿੱਚ ਗਲਤੀ ਨਾਲ ਵੀ ਚੱਲ ਜਾਂਦਾ ਕੋਈ ਬੱਚੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੇ ਨਾਲ ਇਹ ਕਿੱਦਾਂ ਕਮਿਟ ਹੋ ਗਿਆ। ਇਸ ਕਰਕੇ ਬੱਚਿਆਂ ਨੂੰ ਇਸ ਚੀਜ਼ ਤੋਂ ਥੋੜਾ ਜਿਹਾ ਜ਼ਰੂਰ ਰੱਖੋ। ਜੇ ਕਿਸੇ ਨੂੰ ਚੀਜ਼ ਦੀ ਕੋਈ ਜ਼ਰੂਰਤ ਹੈਗੀ ਤਾਂ ਆਪਣੇ ਫਾਦਰਸ ਮਦਰ ਜਿਹੜੇ ਸੀਨੀਅਰ ਤੁਹਾਡੇ ਘਰ 'ਚ ਬੈਠੇ ਆ ਉਹਨਾਂ ਨਾਲ ਕੰਸਰਨ ਕਰਕੇ ਤੁਸੀਂ ਉਹ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹ ਤੁਸੀਂ ਗੇਨ ਆਊਟ ਕਰ ਸਕਦੇ। ਨੈਕਸਟ ਹੈਗਾ ਵਾਇਰਸ dissemination ਦੇ ਵਿੱਚ ਮੈਂ ਕਲੀਅਰ ਕਰਦਾ malicious software that attaches itself to other software। ਮਤਲਬ ਕਿਸੇ ਵੀ ਤਰ੍ਹਾਂ ਦੇ ਸੌਫਟਵੇਅਰ ਜਦੋਂ ਆਪਾਂ ਇੰਸਟਾਲ ਕਰਦੇ ਹਾਂ ਆਪਾਂ ਸਿਸਟਮ ਦੇ ਵਿੱਚ, ਉਹਦੀ ਜਗ੍ਹਾ ਕੋਈ ਹੋਰ ਸੌਫਟਵੇਅਰ ਵੀ ਅਚਾਨਕ ਆ ਜਾਂਦਾ। ਲਾਈਕ ਕਦੀ ਆਪਾਂ ਦੇਖਿਆ ਹੋਏਗਾ, ਆਪਾਂ ਜਦੋਂ ਸਿਸਟਮ ਯੂਜ਼ ਕਰਦੇ ਹਾਂ, ਸਿਸਟਮ ਯੂਜ਼ ਕਰਦੇ ਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਕੁਛ ਵੀ ਟਾਈਪਿੰਗ ਕਰ ਰਹੇ ਹਾਂ ਜਾਂ ਕੋਈ ਸੌਫਟਵੇਅਰ ਡਾਊਨਲੋਡ ਕਰ ਰਹੇ ਹਾਂ, ਸੌਫਟਵੇਅਰ ਡਾਊਨਲੋਡ ਕਰਦੇ ਕਈ ਵਾਰ ਕੀ ਹੁੰਦਾ ਕਿ ਕੋਈ ਹੋਰ ਸੌਫਟਵੇਅਰ ਵੀ ਆਟੋਮੈਟਿਕਲੀ ਆਪਣੇ ਆਪ ਡਾਊਨਲੋਡ ਹੋ ਗਿਆ ਹੁੰਦਾ, ਈਵਨ ਦੋ ਸਾਨੂੰ ਪਤਾ ਵੀ ਨਹੀਂ ਹੁੰਦਾ। ਉਹ ਕਿਉਂ? ਬਿਕੋਜ਼ ਜਿਹੜੀਆਂ ਐਡਸ ਆਉਣ ਲੱਗ ਪੈਂਦੀਆਂ ਜਾਂ ਕੋਈ ਸੌਫਟਵੇਅਰ ਅਨਆਥੋਰਾਈਜ਼ਡ ਹੁੰਦੇ ਜਿਹੜਾ ਅਸੀਂ ਟਰਸਟ ਨਹੀਂ ਕਰਦੇ, ਉਹ ਆਟੋਮੈਟਿਕਲੀ ਇੰਸਟਾਲ ਹੋਣ ਦੀ ਕੋਸ਼ਿਸ਼ ਕਰਦੇ ਆ। ਕਈ ਵਾਰ ਤੁਸੀਂ ਨਾ ਆਪਣੇ ਫੋਨ 'ਚ ਵੀ ਟਰਾਈ ਕਰਿਓ, ਕਈ ਵਾਰ ਆਪਾਂ ਲਾਈਕ ਚਾਈਨਾ ਦੀ ਐਪ ਆ UC ਬਰਾਊਜ਼ਰ ਟਾਈਪ, ਉਹ ਬਰਾਊਜ਼ਰ ਆਪਾਂ ਜਦੋਂ ਯੂਜ਼ ਕਰਦੇ ਆ ਕਈ ਵਾਰ ਐਡਸ ਆਉਣੀ ਸ਼ੁਰੂ ਹੋ ਜਾਂਦੀਆਂ, ਕੋਈ ਹੋਰ ਹੀ ਵੈਬਸਾਈਟ ਖੁੱਲ ਜਾਂਦੀਆਂ, ਕੁਝ ਡਾਊਨਲੋਡ ਕਰਨ ਲੱਗ ਪੈਂਦੇ ਆ, ਆਪਾਂ ਹੋਰ ਹੀ ਵੈਬਸਾਈਟ ਖੋਲ੍ਹਣ ਲੱਗ ਪੈਂਦੀਆਂ, ਖੋਲ੍ਹਦੇ ਕੁਛ ਹੋਰ ਆ ਪਰ ਚੱਲ ਕੁਛ ਹੋਰ ਜਾਂਦਾ। ਉਹੀ ਕੀ ਹੁੰਦਾ ਕਿ ਉਹ ਜਦੋਂ ਆਪਾਂ ਉਹ ਐਡਸ ਓਪਨ ਹੋਣ ਲੱਗ ਪੈਂਦੀਆਂ ਜਾਂ ਸਾਈਟਸ ਓਪਨ ਹੋਣ ਲੱਗ ਪੈਂਦੀਆਂ, ਉੱਥੇ ਆਟੋਮੈਟਿਕਲੀ ਆਪਣਾ ਸਾਡਾ ਨਾ ਫੋਨ ਵਾਈਬ੍ਰੇਟ ਕਰਨਾ ਸ਼ੁਰੂ ਕਰ ਦੇਗਾ ਜਾਂ ਸਿਸਟਮ ਸਾਡੇ ਆਪਣੇ ਆਪ ਹੈਂਗ ਕਰਨਾ ਸ਼ੁਰੂ ਕਰ ਦੇਗਾ। ਉਹ ਕੀ ਹੋਗਾ ਕਿ ਸਾਡੇ ਸਿਸਟਮ ਤੇ ਅਟੈਕ ਹੋਣਾ ਸ਼ੁਰੂ ਹੋਗਾ, ਵਾਇਰਸ ਦਾ ਵੋਮ ਅਟੈਕ ਕਰ ਰਿਹਾ, ਟ੍ਰੋਜਨ ਹਾਊਸ ਜਿਹੜਾ ਨਾਮ ਦਿੱਤੇ ਆ ਨਾ, ਜਿਹੜੇ ਵੈਬ ਚੈਕਿੰਗ, ਈਮੇਲ ਬੌਂਬਿੰਗ, ਇਹ ਸਭ ਅਟੈਕ ਹੈ ਵਾਇਰਸ ਦੇ ਨਾਮ, ਜਿਹੜੇ ਕਿ ਸਾਡੇ ਪਾਰਟਿਕੂਲਰ ਕਿਸੇ ਫੀਲਡ ਦੇ ਅੰਦਰ ਅਟੈਕ ਕਰਦੇ ਆ, ਸਾਡੇ ਸਿਸਟਮ ਦੇ ਅੰਦਰ ਉਸ ਚੀਜ਼ਾਂ ਨੂੰ ਹਾਰਮ ਕਰਦੇ ਆ। ਤੇ ਉਸ ਜਿਹੜਾ ਇਸ ਕਰਕੇ ਇਹਦਾ ਨਾਮ ਆ ਵਾਇਰਸ ਡਿਸੈਮੀਨੇਸ਼ਨ। ਇਸ ਤੋਂ ਥੋੜਾ ਜਿਹਾ ਬਚਾਅ ਰੱਖਣਾ, ਆਪਾਂ ਕੋਈ ਵੀ ਜਿਹੜੀਆਂ ਸਾਈਟਸ ਆ ਉੱਥੋਂ ਕਵਰ ਅਪ ਕਰਕੇ ਰੱਖਣਾ। ਤੇ ਉਹਨਾਂ ਦਾ ਮੈਂ ਦੱਸਦਾ ਕਿ ਜਿਹੜੀਆਂ ਵਾਇਰਸ ਦੀ ਐਕਸਟੈਂਸ਼ਨ ਹੁੰਦੀਆਂ ਨਾ, ਲਾਈਕ ਐਕਸਟੈਂਸ਼ਨ ਦਾ ਮੈਂ ਨਾਮ ਬੋਲ ਰਿਹਾ, ਹੁਣ ਤੁਸੀਂ ਦੇਖ ਸਕਦੇ ਹੋ ਜਿੱਦਾਂ ਵਰਡ ਫਾਈਲ ਯੂਜ਼ ਕਰਦੇ ਆ, ਮਾਈਕਰੋਸੌਫਟ ਵਰਡ ਯੂਜ਼ ਕਰ ਰਹੇ ਆ ਨਾ ਸਾਰੇ ਜਾਣੇ ਜਿੱਦਾਂ ਆਫਿਸ ਦੇ ਵਿੱਚ। ਹੁਣ ਆਫਿਸ ਦੀ ਜਿਹੜੀ ਆ ਐਕਸਟੈਂਸ਼ਨ ਆ ਉਹ ਸਾਰਿਆਂ ਨੂੰ ਪਤਾ ਡੋਕ ਆ, DOC। ਹੁਣ ਏਦਾਂ ਹੀ ਜਿਹੜੀ ਵਾਇਰਸ ਦੀ ਹੈ, ਜਦੋਂ ਵਾਇਰਸ ਸਾਡੇ ਸਿਸਟਮ ਨਾਲ ਅਟੈਚ ਹੋ ਜਾਂਦਾ ਜਾਂ ਆ ਜਾਂਦਾ ਕਿਸੇ ਵੀ ਵੇ ਨਾਲ, ਹੁਣ ਉਹਦੀ ਤੁਹਾਨੂੰ ਮੰਨ ਲਓ ਤੁਹਾਨੂੰ ਪਤਾ ਲੱਗਦਾ ਕਿ ਸਾਡੇ ਸਿਸਟਮ 'ਚ ਵਾਇਰਸ ਆ ਰਿਹਾ, ਸਾਨੂੰ ਸਿੰਪਟਮਸ ਦਿਖ ਰਹੇ ਆ, ਕਿਸੇ ਹੈਂਗ ਹੋ ਰਿਹਾ ਜਾਂ ਕੋਈ ਫਾਈਲ ਕਰਪਟ ਹੋ ਰਹੀ ਹੈ, ਉਹਦੇ ਸਿੰਪਟਮ ਦੇ ਵਿੱਚ ਜਿਹੜੀ ਐਕਸਟੈਂਸ਼ਨ ਲਿਖੀ ਹੈ, ਐਕਸਟੈਂਸ਼ਨ ਦੇਖ ਲਿਓ .exe .vbx .scr, ਇੱਦਾਂ ਦੀਆਂ ਐਕਸਟੈਂਸ਼ਨ ਹੋਣਗੀਆਂ। ਲਾਈਕ ਤੁਹਾਨੂੰ ਲੱਗੇਗਾ ਕਿ ਹਾਂ ਇਹ ਵਾਇਰਸ ਆ ਗਿਆ ਮੇਰੇ ਸਿਸਟਮ ਦੇ ਵਿੱਚ, ਫਿਰ ਉਸ ਵਾਇਰਸ ਨੂੰ ਦੂਰ ਕਰਨ ਲਈ it is possible for any antivirus program to protect against all new viruses, so that your best protection is to be very cautious about opening the email attachment। ਕਿਸੇ ਵੀ ਤਰ੍ਹਾਂ ਦੀ ਜਦੋਂ ਤੁਸੀਂ ਈਮੇਲ ਅਟੈਚਮੈਂਟ ਅਗਰ ਤੁਹਾਨੂੰ ਕੋਈ ਆਈ ਆ, ਉਸ ਓਪਨ ਕਰਨ ਤੋਂ ਪਹਿਲਾਂ ਉਹਨੂੰ ਤੁਸੀਂ ਐਂਟੀਵਾਇਰਸ ਦੇ ਥਰੂ ਸਕੈਨ ਕਰੋ, ਆਪਣੀਆਂ ਫਾਈਲਸ ਨੂੰ ਆਪਣਾ ਡੇਲੀ ਬੇਸਿਸ ਦੇ ਵਿੱਚ ਤੁਸੀਂ ਆਪਣੇ ਸਿਸਟਮ ਨੂੰ ਵੀ ਸਕੈਨ ਕਰਕੇ ਰੱਖੋ ਐਂਟੀਵਾਇਰਸ ਦੇ ਥਰੂ, ਜਿਹਦੇ ਨਾਲ ਕਿ ਤੁਹਾਡਾ ਵਾਇਰਸ ਆਉਣ ਦੇ ਚਾਂਸਿਸ ਘੱਟ ਨੇ। ਨੈਕਸਟ ਹੈਗਾ ਸਾਈਬਰ ਟੈਰਰਿਜ਼ਮ, ਜੋ ਕਿ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕਿਆ ਅੱਜ ਕੱਲ੍ਹ। ਤੁਹਾਨੂੰ ਪਤਾ ਟੈਰਰਿਜ਼ਮ ਬਹੁਤ ਜ਼ਿਆਦਾ ਵੱਧ ਰਿਹਾ, ਠੀਕ ਹੈ। ਹੁਣ ਇਹ ਟੈਰਰਿਜ਼ਮ ਜਿਹੜਾ ਸੀ ਅਟੈਕ ਹੁੰਦਾ, ਇੰਟਰਨੈਟ ਇਜ਼ ਬਾਈ ਡਿਸਟ੍ਰੀਬਿਊਟਿੰਗ ਡੈਨੀਅਲ ਆਫ ਸਰਵਿਸਿਜ਼ ਅਟੈਕ, DOS ਕਹਿ ਸਕਦੇ ਆਪਾਂ। ਇਹ ਜਿਹੜਾ ਡੈਨੀਅਲ ਆਫ ਸਰਵਿਸ ਅਟੈਕ ਆ, ਇਹ hate websites, hate emails, attack on the sensitive computers network etc। ਹੁਣ ਇਹ ਟੈਕਨੋਲੋਜੀ ਜਿਹੜੀ ਚੱਲੀ ਸੀ ਸੈਵੀ ਟੈਰਰਿਜ਼ਮ ਟੈਕਨੋਲੋਜੀ ਹੀ, ਇਨਕ੍ਰਿਪਸ਼ਨ ਸੀ, which is impossible to decrypt। ਹੁਣ ਇਨਕ੍ਰਿਪਸ਼ਨ ਬਾਰੇ ਮੈਂ ਦੱਸਦਾ ਕਿ ਜਦੋਂ ਵੀ ਆਪਾਂ ਲਾਈਕ ਆਪਾਂ ਵੀਡੀਓ ਕਾਲ ਕਰਦੇ ਹਾਂ, ਕਦੀ ਕੋਈ ਨੋਟਿਸ ਕਰਿਓ ਤੁਸੀਂ, ਆਪਾਂ WhatsApp ਤੇ ਵੀ ਕਈ ਵਾਰ ਵੀਡੀਓ ਕਾਲ ਕਰਦੇ ਹਾਂ, ਕਈ ਵਾਰ ਆਉਂਦਾ ਨਾ end to end encryption।
ਇਨਕ੍ਰਿਪਸ਼ਨ, ਇਹੀ ਵਰਡ ਯੂਜ਼ ਹੁੰਦਾ ਤੇ ਨੋਟ ਡਾਊਨ ਕਰ ਲਿਓ, ਐਂਡ ਟੂ ਐਂਡ ਇਨਕ੍ਰਿਪਸ਼ਨ ਕਿਉਂ ਯੂਜ਼ ਹੁੰਦਾ, ਬਿਕੋਜ਼ ਸਾਡੀ ਤੇ ਤੁਹਾਡੀ ਜਿਹੜੀ ਵਾਰਤਾਲਾਪ ਹੋ ਰਹੀ ਹੈ, ਲਾਈਕ ਕਮਿਊਨੀਕੇਸ਼ਨ ਜਿਹੜੀ ਇੱਕ ਦੂਜੇ ਨਾਲ ਹੋ ਰਹੀ ਆ, ਉਹ ਐਂਡ ਟੂ ਐਂਡ ਇਨਕ੍ਰਿਪਸ਼ਨ ਹੋਵੇ, ਕੋਈ ਥਰਡ ਪਾਰਟੀ ਬੰਦਾ ਸਾਡੇ ਚ ਇਨਵੋਲਵ ਨਾ ਹੋ ਸਕੇ ਸਾਡੀ ਪਰਮਿਸ਼ਨ ਤੋਂ ਬਿਨਾਂ। ਇਹ ਚੀਜ਼ਾਂ ਟੈਰਰਿਜ਼ਮ ਕਰਕੇ ਵੀ ਹੋਈਆਂ ਸੀ, ਉਦੋਂ ਇਹਨਾਂ ਨੇ ਇਨਕ੍ਰਿਪਸ਼ਨ ਨਹੀਂ ਰੱਖੀ, ਇਨਕ੍ਰਿਪਸ਼ਨ ਹੀ ਕੋਈ ਵੀ ਥਰਡ ਪਾਰਟੀ ਬੰਦਾ ਕੁਝ ਵੀ ਹੈਕ ਕਰ ਲੈਂਦਾ ਸੀ, ਅਟੈਕ ਕਰ ਦਿੰਦਾ ਸੀ। ਹੁਣ ਅਟੈਕ ਜਿਹੜੇ ਦੱਸੇ ਇਹਨਾਂ ਨੇ ਸਰਵਿਸ ਅਟੈਕ ਦੱਸੇ ਸੀ, ਇਹ ਦੋ ਤਰ੍ਹਾਂ ਦੇ ਅਟੈਕ ਮੰਨੇ ਜਾਂਦੇ ਸੀ ਜਿਹੜੇ ਅਟੈਕ ਹੁੰਦੇ ਸੀ, ਇੱਕ ਹੁੰਦਾ ਸੀ ਪੈਸਿਵ, ਸੈਕਿੰਡ ਹੁੰਦਾ ਸੀ ਐਕਟਿਵ। ਪੈਸਿਵ ਅਟੈਕ ਤੇ ਐਕਟਿਵ ਅਟੈਕ ਚ ਦੋਨਾਂ ਚ ਇਹ ਫਰਕ ਹੁੰਦਾ ਸੀ, ਇੱਕ ਅਟੈਕ ਕੀ ਕਰਦਾ ਸੀ ਜਿਹੜਾ ਕਿ ਆਪਣਾ ਡਾਟਾ ਚੁਰਾਉਂਦਾ ਸੀ ਸਾਡੇ ਸਿਸਟਮ ਤੇ ਆ ਕੇ। ਹੁਣ ਇਹ ਜਿਹੜਾ ਸਾਈਬਰ ਟੈਰਰਿਜ਼ਮ ਜਿਹੜਾ ਮੇਨ ਯੂਜ਼ ਹੁੰਦਾ ਸੀ, ਇਹ ਮਿਲਟਰੀ ਏਰੀਆ ਦੇ ਵਿੱਚ ਜ਼ਿਆਦਾਤਰ ਯੂਜ਼ ਹੁੰਦਾ, ਕਿਉਂਕਿ ਉੱਥੇ ਉਹਨਾਂ ਨੇ ਬਾਰਡਰ ਕ੍ਰੋਸ ਕਰਨਾ ਹੁੰਦਾ ਸੀ, ਉਹ ਸਾਰਾ ਪਹਿਲਾਂ ਤੇ ਚੈੱਕਆਊਟ ਕਰ ਲੈਂਦੇ ਸੀ ਉਸ ਉਹਨਾਂ ਦੇ ਸਿਸਟਮ ਹੈਕ ਕਰਕੇ ਕਿ ਕੀ ਉਹਨਾਂ ਦਾ ਨੈਵੀਗੇਸ਼ਨ ਚੱਲ ਰਹੀ ਹੈ, ਕਿਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਸਿਕਿਉਰਿਟੀ ਪਰਪਸ ਲਗਾਏ ਆ, ਇਹ ਸਾਰਾ ਕੁਝ ਉੱਥੇ ਜ਼ਿਆਦਾ ਯੂਜ਼ ਹੋਣਾ ਸ਼ੁਰੂ ਹੋ ਗਿਆ। ਅੱਜ ਕੱਲ੍ਹ ਤੇ ਤੁਹਾਨੂੰ ਪਤਾ ਟੈਰਰਿਜ਼ਮ ਇੰਨਾ ਗਰੋ ਹੋ ਰਿਹਾ ਕਿ ਅਸੀਂ ਸਾਈਬਰ ਟੈਰਰਿਜ਼ਮ ਤੋਂ ਬਹੁਤ ਸਾਨੂੰ ਪ੍ਰੋਟੈਕਸ਼ਨ ਦੀ ਜ਼ਰੂਰਤ ਆ। ਨੈਕਸਟ ਆਉਂਦਾ ਸਾਈਬਰ ਟੈਰਰਿਜ਼ਮ ਬਾਰੇ ਇੱਕ ਆਪਾਂ ਹੋਰ ਕਲੀਅਰ ਆਊਟ ਕਰ ਲਈਏ ਕਿ use of internet based attack in the terrorist activities there are the last to prevent cyber crime। ਫਿਰ ਇਸ ਤੋਂ ਬਾਅਦ ਉਹਨਾਂ ਨੇ laws ਬਣਾਤੇ, ਜਿਨ੍ਹਾਂ laws ਤੋਂ ਆਪਾਂ ਫਿਰ ਆਪਾਂ ਸਾਈਬਰ ਟੈਰਰਿਜ਼ਮ ਦੇ ਉੱਤੇ ਕੋਈ ਵੀ ਆਪਾਂ ਲਾਅ ਲਗਾ ਕੇ ਜੇ ਕੋਈ ਅਟੈਕ ਕਰਦਾ ਸੀ, ਕੋਈ ਕਿਸੇ ਤਰ੍ਹਾਂ ਦਾ ਹਾਰਮ ਕਰਦਾ ਸੀ, ਆਪਾਂ ਉਹਨਾਂ ਤੇ ਫਿਰ laws ਇੰਬੈਡ ਕੀਤੇ ਸੀ, ਉਹ ਆਪਾਂ laws ਅੱਗੇ ਫਰਦਰ ਕੰਟੀਨਿਊ ਕਰਾਂਗੇ। ਨੈਕਸਟ ਹੈਗਾ ਕੰਪਿਊਟਰ ਵੈਂਡਲਿਜ਼ਮ। कंप्यूटर वैंडलिज्म बारे में दसदा, डैमेजिंग और डिस्ट्रॉइंग डाटा rather than stealing, ट्रांसमिट वायरस। मतलब कंप्यूटर वैंडलिज्म ਦਾ ਮਤਲਬ ਕੀ ਹੈ ਕਿ ਜਦੋਂ ਵੀ ਸਾਡੇ ਸਿਸਟਮ ਦੇ ਉੱਤੇ ਤੁਸੀਂ ਨਾ ਇਮੇਜ ਚੈੱਕ ਕਰਿਓ, ਇਮੇਜ ਦੇ ਵਿੱਚ ਦੇਖੋ ਜਿਹੜੀ ਕੰਪਿਊਟਰ ਦੀ ਇਮੇਜ ਭਰੀ ਹੈ, ਇੱਕ ਪਰਸਨ ਹੈ ਜਿਹੜਾ ਕਿ ਸਿਸਟਮ ਤੋਂ ਸਮਾਨ ਲੈ ਕੇ ਭੱਜ ਰਿਹਾ। ਹੁਣ ਉਹ ਕੀ ਹੈ, ਬੜੀ ਵਧੀਆ ਐਗਜ਼ਾਮਪਲ ਦਿੱਤੀ ਹੈ ਕਿ ਸਾਡੇ ਸਿਸਟਮ ਨੂੰ ਡੈਮੇਜ ਕਰਨਾ, डिस्ट्रॉय करना rather than stealing, मतलब चुराना नहीं, साढ़े सिस्टम ਨੂੰ डैमेज कर देना, साढ़े सिस्टम ਦੇ ਅੰਦਰ ਤੁਸੀਂ ਵਾਇਰਸ ਇੱਕ ਪਾ ਦੇਣਾ, ਵਾਇਰਸ ਆਉਣ ਨਾਲ ਕੀ ਹੋਇਆ, ਸਾਡਾ ਸਿਸਟਮ ਜਿਹੜਾ ਡੈਮੇਜ ਹੋਣਾ ਸ਼ੁਰੂ ਹੋਇਆ ਨਾ, ਉਹਨੇ ਡੈਮੇਜ ਕਰਨਾ, ਫਾਈਲਾਂ ਕਰਪਟ। ਡੈਮੇਜਿੰਗ ਦਾ ਮਤਲਬ ਕੀ ਹੈ ਕਿ ਸਾਡਾ ਇਹ ਨਹੀਂ ਕਿ ਸਾਡਾ ਸਿਸਟਮ ਫਟ ਜਾਣਾ, ਇਹ ਨਾ ਤੁਸੀਂ ਸੋਚਣਾ ਪਿਓ। ਡੈਮੇਜਿੰਗ ਮਤਲਬ ਕਿ ਸਾਡੇ ਸਿਸਟਮ ਦੇ ਉੱਤੇ ਵਾਇਰਸ ਦਾ ਅਟੈਕ ਹੋਣਾ, ट्रांसमिट करना, साढ़े सिस्टम से कोई भी किसी भी वे ना साढ़े सिस्टम से वायरस अटैक हो जाएगा, जरूर अटैक होना, साड़ियां फाइलां करप्ट हो जानियां, साडा डाटा चुरा के जा सकता, कोई स्टील कर सकता वा, ठीक है। रादर देन स्टीलिंग नहीं होएगा, किसी भी तरह का डाटा साडा करप्ट हो सकता है, लॉस हो सकता है। Ethical way to deal with computer vandalism is not to give permission to software without reading the agreement। और कोई भी कई बार की ਹੁੰਦੇ ਸੌਫਟਵੇਅਰ ਵੀ ਇਦਾਂ ਦੇ ਹੁੰਦੇ ਆ ਕਿ ਜਦੋਂ ਆਪਾਂ ਇੰਸਟਾਲ ਕਰਦੇ ਆ ਕਿ ਸਾਡੇ ਸਿਸਟਮ ਦੀਆਂ ਪ੍ਰਾਈਵੇਸੀਜ਼ ਨੂੰ ਜਾਂ ਸਾਡੇ ਸਿਸਟਮ ਦਾ ਜਿਹੜਾ ਵੀ ਡਾਟਾ ਦਾ ਉਹਨੂੰ ਐਡ ਆਨ ਕਰਨ ਦਾ ਜਾਂ ਸਿੰਕਰੋਨਾਈਜ਼ ਕਰਨ ਦਾ ਵਰਡ ਮੈਂ ਯੂਜ਼ ਕਰਦਾ, ਸਿੰਕਰੋਨਾਈਜ਼। ਸਿੰਕ ਮਤਲਬ ਜਿੱਦਾਂ ਕਈ ਵਾਰ ਹੁੰਦਾ ਨਾ ਸਾਡਾ ਮੋਬਾਈਲ ਆ, ਮੋਬਾਈਲ ਦੇ ਵਿੱਚ ਆਪਾਂ ਕੰਟੈਕਟ ਐਡ ਕਰਦੇ ਆ ਤੇ ਆਟੋਮੈਟਿਕਲੀ ਸਾਡੇ ਮੇਲ ਦੇ ਅੰਦਰ ਵੀ ਕਈ ਕੰਟੈਕਟ ਹੁੰਦੇ ਆ ਨਾ, ਤੇ ਆਪਾਂ ਕੀ ਕਰਦੇ ਆ ਉਸ ਮੇਲ ਦੇ ਅੰਦਰ ਕੰਟੈਕਟ ਨੂੰ ਵੀ ਆਪਾਂ ਫੋਨ ਦੇ ਅੰਦਰ ਪਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਕੀ ਕਰਦਾ ਸਿੰਕਰੋਨਾਈਜ਼ ਕਰਦੇ ਆ ਪੂਰੀ ਮੇਲ ਨੂੰ। ਏਦਾਂ ਹੀ ਇੱਥੇ ਵੀ ਸਿੰਕਰੋਨਾਈਜ਼ ਵਰਡ ਮੈਂ ਯੂਜ਼ ਕਰਦਾ ਕਿ ਇਹ ਕੀ ਕਰਦਾ ਕਿ ਸੌਫਟਵੇਅਰ ਕੀ ਹੁੰਦਾ ਸਿੰਕਰੋਨਾਈਜ਼ ਕਰਨ ਲੱਗ ਪੈਂਦੇ ਕਿ ਜਿਹੜਾ ਮੇਨ ਡਾਟਾ ਜਿਹੜਾ ਹੋਏਗਾ ਉਹ ਕਈ ਵਾਰ ਐਡ ਆਨ ਕਰਨ ਲੱਗ ਪੈਂਦੇ ਆ ਤੇ ਉਹਦੇ ਨਾਲ ਕੀ ਆ ਵਾਇਰਸ ਆਉਣ ਦੇ ਚਾਂਸਸ ਵਧਾ ਦਿੰਦੇ ਆ, ਉਹਨੂੰ ਕਹਿੰਦਾ ਆਪਾਂ ਕੰਪਿਊਟਰ ਵੈਂਡਲਿਜ਼ਮ। ਨੈਕਸਟ ਹੈਗਾ ਸੌਫਟਵੇਅਰ ਪਾਇਰੇਸੀ। ਬਹੁਤ चल रहा है आजकल सॉफ्टवेयर पायरेसी, लाइक थेफ्ट ऑफ सॉफ्टवेयर थ्रू द इलीगल कॉपीज ऑफ द जेन्युइन प्रोग्राम और द counterfeiting and the distribution of product intended to pass for the original and many others। ਹੁਣ ਦੇਖੋ ਬੜੀ ਵਧੀਆ ਸਮਝਾਇਆ ਇਹਨਾਂ ਨੇ ਸੌਫਟਵੇਅਰ ਪਾਇਰੇਸੀ ਕਿਹੜਾ ਵਧੀਆ ਐਕਸਪਲੇਨ ਕੀਤਾ ਕਿ ਜਿਹੜੀ ਵੀ ਕਹਿੰਦਾ ਅਸੀਂ ਥੈਫਟ ਆਫ ਸੌਫਟਵੇਅਰ ਥਰੂ ਇਲੀਗਲ ਕਾਪੀਜ਼, मतलब जिन्नियां भी आप इलीगल कॉपीज बनाते हैं ना सॉफ्टवेयर की। हुण एक मेरी कंपनी है, देखो मैं एग्जांपल देना, मेरी एक कंपनी है, मैं एक सॉफ्टवेयर बनाया, मेरी HP की कंपनी है, मेरे को ना एक प्रिंटर मैं बनाया, मैं एक प्रिंटर बनाया वा, वो प्रिंटर तुहानू पता ऑटोमैटिकली अपने आप से चलना नहीं, ਜਦੋਂ तक मैं ਉਹਦਾ सॉफ्टवेयर नहीं दूंगा। हार्डवेयर तो ਤੁਹਾਨੂੰ मैं देता ਉਹਦਾ हार्डवेयर तो देता, ਹੁਣ हार्डवेयर ਚਲਾਉਣ ਲਈ ਮੈਂ ਉਹਦਾ सॉफ्टवेयर भी ਤੁਹਾਨੂੰ दूंगा। ਹੁਣ मैं ਉਹਦਾ सॉफ्टवेयर बना के ਉਹਦਾ ਮੈਂ ਤੁਹਾਨੂੰ ਦੇਤਾ, ਜਿਨ੍ਹਾਂ ਨੇ ਪਰਚੇਸ ਕੀਤਾ ਪ੍ਰਿੰਟਰ ਉਹਨਾਂ ਨੂੰ ਮੈਂ ਫ੍ਰੀ ਆਫ ਕੋਸਟ ਦੇਤਾ, ਹੁਣ ਜਿਨ੍ਹਾਂ ਨੇ ਨਹੀਂ ਪਰਚੇਸ ਕੀਤਾ ਉਹਨਾਂ ਨੂੰ ਮੈਂ ਫ੍ਰੀ ਆਫ ਕੋਸਟ ਕਿਉਂ ਦਵਾਂ?
ਗੱਲ ਤੇ ਜੈਨੂਅਨ ਹੈ, ਉਹੀ ਚੀਜ਼ ਜੈਨੂਅਨ ਗੱਲ ਕਰ ਰਹੇ ਆ ਕਿ ਜੈਨੂਅਨ ਪ੍ਰੋਗਰਾਮ ਦੇ ਉੱਤੇ ਜਦੋਂ ਆਪਾਂ ਕਾਪੀਰਾਈਟ ਕਰਦੇ ਹਾਂ, ਕਿਸੇ ਵੀ ਸੌਫਟਵੇਅਰ ਦਾ ਆਪਾਂ ਕਾਪੀ ਬਣਾ ਦਿੰਦੇ ਹਾਂ, ਲਾਈਕ ਹੁਣ ਕਿਸੇ ਨੂੰ ਉਹੀ ਪ੍ਰਿੰਟਰ ਆ, ਉਹਦੇ ਕੋਲ ਜਿਹੜੀ CD ਸੀ ਉਹ ਮਿਸਪਲੇਸ ਹੋ ਗਈ ਆ, ਮੰਨ ਲਓ ਕੋਈ ਗੁੰਮ ਹੋ ਗਈ ਹੈ, ਬ੍ਰੇਕ ਹੋ ਗਈ ਹੈ, ਕੁਝ ਵੀ ਹੋ ਗਿਆ। ਹੁਣ ਆਪਾਂ ਕੀ ਕਰਦੇ ਹਾਂ, ਵੈਬਸਾਈਟ ਦੇ ਉੱਤੇ ਜਾ ਕੇ ਉਹਦੀਆਂ ਪਾਇਰੇਸੀ ਕਾਪੀਜ਼ ਡਾਊਨਲੋਡ ਕਰ ਲੈਂਦੇ ਹਾਂ, ਬਟ ਹੁੰਦੀ ਉਹ ਜੈਨੂਅਨ ਤੇ ਨਹੀਂ ਆ। ਇਹ ਵਾ ਕਿ 1 ਮੰਥ ਦਾ ਉਹਦਾ ਟ੍ਰਾਇਲ ਵਰਜ਼ਨ ਹੁੰਦਾ, 1 ਮੰਥ ਤੱਕ ਤੁਹਾਡਾ ਫ੍ਰੀ ਆਫ ਕੋਸਟ ਹੋਵੇਗਾ। ਲਾਈਕ ਐਂਟੀਵਾਇਰਸ ਵੀ ਤੁਸੀਂ ਕਰਦੇ ਹੋਵੋਗੇ, ਹੁਣ ਐਂਟੀਵਾਇਰਸ ਤੁਹਾਨੂੰ ਪਤਾ ਪੇਡ ਹੁੰਦਾ, 1 ਸਾਲ ਲਈ ਵੈਲਿਡ ਹੁੰਦਾ, ਆਪਾਂ ਪਰਚੇਸ ਕਰਨਾ ਪੈਂਦਾ। ਬਟ ਅੱਜ ਕੱਲ੍ਹ ਕੀ ਕਰਦੇ ਆ, ਸਾਰੇ ਲੋਕ ਐਡਵਾਂਸ ਹੋਏ ਦੇ, ਇੰਟਰਨੈਟ ਬਹੁਤ ਸਾਰਿਆਂ ਨੂੰ ਚਲਾਉਣਾ ਆ ਰਿਹਾ, ਤੇ ਉਹ ਕੀ ਕਰਦੇ ਆ ਕਿ ਆਪਾਂ ਵੈਬਸਾਈਟ ਦੇ ਉੱਤੇ ਜਾ ਕੇ ਆਪਾਂ 1 ਮਹੀਨੇ ਦਾ ਟ੍ਰਾਇਲ ਵਰਜ਼ਨ ਡਾਊਨਲੋਡ ਕਰ ਲੈਂਦੇ ਹਾਂ। ਮਤਲਬ 1 ਮਹੀਨੇ ਲਈ ਸਾਨੂੰ ਮਿਲ ਗਿਆ, ਆਪਾਂ ਦੁਬਾਰਾ ਉਹਨੂੰ ਅਨਇੰਸਟਾਲ ਕਰਕੇ ਦੁਬਾਰਾ ਨਵਾਂ 1 ਮਹੀਨੇ ਲਈ ਇੰਸਟਾਲ ਕਰੀ ਜਾਂਦੇ ਹਾਂ। ਮਤਲਬ ਆਪਾਂ ਪੈਸੇ ਨਹੀਂ ਖਰਚਣੇ, ਆਪਾਂ ਚੋਰੀ ਕਰੀ ਜਾਣੀ ਹੈ। ਉਹੀ ਕੰਮ ਕੀਤਾ ਇਹਨਾਂ ਨੇ ਕਿ ਸੌਫਟਵੇਅਰ ਪਾਇਰੇਸੀ ਕਿ ਤੁਸੀਂ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਗਈ ਹੈ, ਕਿ ਮੈਨੀ ਮੋਡਸ ਬਹੁਤ ਜ਼ਿਆਦਾ ਕਿਸੇ ਵੀ ਵੇ ਨਾਲ ਆਪਾਂ ਸੌਫਟਵੇਅਰ ਪਾਇਰੇਸੀ ਕਰ ਸਕਦੇ ਹਾਂ, ਤੇ ਉਹਨਾਂ ਤੋਂ ਆਪਾਂ ਥੋੜਾ ਬਚਾ ਕਰਨਾ। ਲਾਈਕ ਥੈਫਟ ਆਫ ਸੌਫਟਵੇਅਰ ਥਰੂ ਦਾ ਇਲੀਗਲ ਕਾਪੀਜ਼ ਆਫ ਦ ਜੈਨੂਅਨ ਪ੍ਰੋਗਰਾਮ, ਉਹੀ ਗੱਲ ਕੀਤੀ। No one is ready to use the original software as they are too costly। ਮੈਂ ਸਿੰਪਲ ਗੱਲ ਕੀਤੀ ਸੀ, ਉਹੀ ਗੱਲ ਉਹਨਾਂ ਨੇ ਇੰਗਲਿਸ਼ ਚ ਰਿਪੀਟ ਕਰਤੀ ਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਇਹਨਾਂ ਸੌਫਟਵੇਅਰ ਖਰੀਦਣਾ ਥੋੜਾ ਕੋਸਟਲੀ ਹੈ, ਬਹੁਤ ਮਹਿੰਗਾ ਹੁੰਦਾ, ਤੇ ਅੱਜ ਕੱਲ੍ਹ ਫਿਰ ਸਭ ਕਾਪੀ ਬਣਾਉਣੀ ਸ਼ੁਰੂ ਕਰਦੇ ਨੇ। Some of the organizations are now doing a serious attempt against the people who are involved in the distribution of pirated software। ਉਹੀ ਗੱਲ ਕੀਤੀ ਕਿ ਜਿਹੜਾ ਕਿ ਸੌਫਟਵੇਅਰ ਹੈ, ਜਦੋਂ ਅਸੀਂ ਅਟੈਂਪਟ ਨਹੀਂ ਕਰ ਸਕਦੇ, ਇਹਨੂੰ ਲੈ ਨਹੀਂ ਸਕਦੇ, ਕਈ ਆਰਗੇਨਾਈਜੇਸ਼ਨ ਇੱਦਾਂ ਦੀਆਂ ਹੁੰਦੀਆਂ ਕਿ ਉਹਦੀਆਂ ਪਾਇਰੇਸੀ ਕਾਪੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ, ਤੇ ਫਿਰ ਉਹਨੂੰ ਸੇਲ ਕਰਨ ਲੱਗ ਪੈਂਦੇ ਆ, ਤੇ ਉਹਦਾ ਵੀ ਇਹੀ ਉਹਦੇ ਪੈਸੇ ਲੈਣੇ ਸ਼ੁਰੂ ਕਰ ਦਿੰਦੇ ਆ, ਉਹ ਇੱਕ ਫਰੋਡ ਹੋ ਜਾਂਦਾ ਵਾ। ਇਸ ਕਰਕੇ ਉਹਨਾਂ ਤੋਂ ਥੋੜਾ ਕਵਰ ਅਪ ਕਰਨਾ, ਜੈਨੂਅਨ ਪ੍ਰੋਡਕਟ ਹੀ ਖਰੀਦੋ, ਜਿਹਦੇ ਨਾਲ ਤੁਹਾਡਾ ਸੌਫਟਵੇਅਰ ਵੀ, ਤੁਹਾਡਾ ਜਿਹੜਾ ਸਿਸਟਮ ਹੈ, ਤੁਹਾਡਾ ਸੌਫਟਵੇਅਰ ਹੈ, ਤੁਹਾਡਾ ਫੋਨ ਹੈ, ਜਿੱਥੇ ਵੀ ਤੁਸੀਂ ਡਾਊਨਲੋਡ ਕਰ ਰਹੇ ਹੋ, ਉਹ ਬਿਲਕੁਲ ਸਹੀ ਰਹੇ। ਕੱਲ ਨੂੰ ਤੁਹਾਡੇ ਸਿਸਟਮ ਤੇ ਵਾਇਰਸ ਆਉਣ ਦੇ ਚਾਂਸਸ ਘਟ ਜਾਣ। ਬਿਕੋਜ਼ ਜਿਹੜੇ ਬਾਹਰ ਦੀਆਂ ਥਰਡ ਪਾਰਟੀਜ਼ ਜਿਹੜੀਆਂ ਕੰਪਨੀਜ਼ ਹੋਣਗੀਆਂ, ਜਿਨ੍ਹਾਂ ਨੇ ਵੀ ਇਹ ਸੌਫਟਵੇਅਰ ਬਣਾਉਣਗੇ ਪਾਇਰੇਸੀ ਤੋਂ, ਕੋਈ ਨਾ ਕੋਈ ਤੁਹਾਡੇ ਸਿਸਟਮ ਨੂੰ ਹਾਰਮ ਕਰਨ ਵਾਸਤੇ ਜਾਂ ਚੋਰੀ ਕਰਨ ਵਾਸਤੇ ਕੁਛ ਨਾ ਕੁਛ ਸੌਫਟਵੇਅਰ ਦੇ ਵਿੱਚ ਐਡ ਆਨ ਕਰ ਦੇਣਗੇ, ਤੇ ਫਿਰ ਉਹਦਾ ਤੁਹਾਡਾ ਚਾਂਸਸ ਵੱਧ ਜਾਣਗੇ ਤੁਹਾਡੇ ਸਿਸਟਮ ਖਰਾਬ ਹੋਣ ਦੇ। ਨੈਕਸਟ ਹੈਗਾ ਸਪੂਫਿੰਗ। ਸਪੂਫਿੰਗ ਮੀਨਸ ਟ੍ਰਿਕ ਔਰ ਡਿਸੀਵ। ਮਤਲਬ IT ਇਨਫੋਰਮੇਸ਼ਨ ਵਰਡ ਦੇ ਵਿੱਚ ਆਪਾਂ ਦੇਖਿਆ ਜਾਵੇ, ਸਪੂਫਿੰਗ ਵਰਡ ਕੀ ਹੈ? It refers to tricking or deceiving computer system or other computer users. This is typically done by the hiding one identity or faking the identity of other user on the internet. मतलब देखो spoof word ਜਿਹੜਾ ਅੱਜਕੱਲ ਚੱਲ ਰਿਹਾ ਵਾ, ਲਾਈਕ ਉਹ ਯੂਜ਼ ਕੀਤਾ ਜਾਂਦਾ ਕਿਸੇ ਟ੍ਰਿਕ ਵਾਸਤੇ। ਹੁਣ ਟ੍ਰਿਕ ਤੁਸੀਂ ਅਪਣਾਉਂਦੇ ਹੋ, ਲਾਈਕ ਟ੍ਰਿਕ ਵਰਡ ਕਿੱਦਾਂ ਯੂਜ਼ ਹੁੰਦਾ ਹੈ ਕਿ ਦੇਖੋ, ਜਦੋਂ ਵੀ ਆਪਾਂ ਜਦੋਂ ਵੀ ਆਪਾਂ IT, ਮੈਂ ਹੁਣ ਜਿੱਦਾਂ ਗੱਲ ਕਰ ਰਹੇ ਹਾਂ IT ਵਰਡ ਦੀ ਗੱਲ ਕਰ ਰਹੇ ਹਾਂ, ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਕੀ ਕਰਦੇ ਹਾਂ, ਇੱਕ ਫੇਕ ID ਬਣਾ ਲੈਂਦੇ ਆਪਾਂ, ਲਾਈਕ ਜਾਂ ਆਪਾਂ ਫੇਕ ਈਮੇਲ ID ਬਣਾ ਲੈਂਦੇ ਹਾਂ, ਜਾਂ ਫੇਕ ਆਪਾਂ ਆਪਣੀ ਆਇਡੈਂਟੀਟੀ ਬਣਾ ਲੈਂਦੇ ਹਾਂ, ਜਾਂ ਇੰਟਰਨੈਟ ਪ੍ਰੋਟੋਕੋਲ ਦੇ ਨਾਲ ਜੁੜ ਕੇ ਆਪਾਂ ਕਿਸੇ ਤਰ੍ਹਾਂ ਦੀ ਸਪੂਫਿੰਗ ਕਰਦੇ ਹਾਂ। ਹੁਣ ਉਹ ਟ੍ਰਿਕ ਕਿੱਦਾਂ ਕਿ ਮੈਂ ਕੋਈ ਮੇਲ ID ਬਣਾ ਲਈ, ਮੇਲ ID ਬਣਾ ਕੇ ਮੈਂ ਤੁਹਾਨੂੰ ਮੇਲ ਕਰਤੀ, ਕਿਸੇ ਨੂੰ ਵੀ ਮੈਂ ਮੇਲ ਕਰਤੀ, ਮੇਲ ਤੇ ਮੈਂ ਕਿਸੇ ਤਰ੍ਹਾਂ ਦਾ ਇੱਕ ਏਦਾਂ ਦਾ ਕੋਈ ਕਾਲਮ ਬਣਾਤਾ ਜਿਹਦੇ ਵਿੱਚ ਮੈਂ ਲਿਖਤਾ ਕਿ ਤੁਸੀਂ ਜੋਬਲੈਸ ਹੋ ਤੇ ਜੋਬ ਲਈ ਅਪਲਾਈ ਕਰੋ, ਠੀਕ ਹੈ। ਇੱਕ ਲਿੰਕ ਦੇਤਾ, ਤੁਸੀਂ ਉਹ ਲਿੰਕ ਤੇ ਓਕੇ ਕਰਤਾ, ਜਾਂ ਲਿੰਕ ਤੇ ਤੁਸੀਂ ਓਬਵੀਅਸਲੀ ਮੰਨ ਵੀ ਲਓ ਤੁਸੀਂ ਕੋਈ ਏਦਾਂ ਦਾ ਬੰਦਾ ਵਾ ਜਿਹੜਾ ਜੋਬਲੈਸ ਆ, 100 ਦੇ ਵਿੱਚੋਂ ਇੱਕ ਬੰਦੇ ਨੇ ਉੱਥੇ ਕਲਿੱਕ ਕਰਤਾ, ਉਹਨੇ ਆਪਣੀ ਐਂਟਰੀ ਕਰਨਾ, ਆਪਣਾ ਡਾਟਾ ਐਂਟਰ ਕਰਨਾ ਆਪਣਾ, ਕਿ ਹਾਂ ਇੱਥੇ ਨੇਮ ਇਹ ਉਹ ਸਾਰਾ ਕੁਛ, ਮੈਂ ਏਦਾਂ ਦੇ ਕੁਛ ਵੈਬਸਾਈਟ ਬਣਾ ਕੇ ਭੇਜੀ ਹੋਈ ਮੇਲ, ਉੱਥੇ ਤੁਸੀਂ ਸਾਰੀ ਐਂਟਰੀ ਦੇਤੀ। ਇਟ ਮੀਨਸ ਤੁਸੀਂ ਆਪਣਾ ਡਾਟਾ ਤੇ ਦੇਤਾ, ਤੁਹਾਨੂੰ ਇਹ ਨਹੀਂ ਪਤਾ ਕਿ ਹੁਣ ਉਹ ਸਿਕਿਉਰ ਹੈ ਕਿ ਨਹੀਂ, ਤੇ ਜੇ ਮੰਨ ਲਓ ਨਾ ਸਿਕਿਉਰ ਹੋਏਗਾ ਤੇ ਉੱਥੇ ਤੁਹਾਨੂੰ ਹੈਕ ਹੋਣ ਦੇ ਚਾਂਸਸ ਵੱਧ ਜਾਣੇ, ਤੁਹਾਡਾ ਡਾਟਾ ਚੁਰਾ ਲਿਆ ਗਿਆ, ਕੁਛ ਨਾ ਕੁਛ ਦਾ ਮਿਸਯੂਜ਼ ਹੋ ਸਕਦਾ। ਸੇਮ ਫੇਕ ਆਇਡੈਂਟੀਟੀ ਜਿਹੜੀ ਹੁੰਦੀ ਹੈ, ਟ੍ਰਿਕ ਹੁੰਦਾ, ਉਹ ਵੀ ਇਦਾਂ ਹੀ ਆ। ਮੰਨ ਲਓ ਕਿਸੇ ਵੀ ਆਪਾਂ ਆਰਗੇਨਾਈਜੇਸ਼ਨ ਦੇ ਵਿੱਚ ਜਾ ਰਹੇ ਹਾਂ, ਕਿਸੇ ਕੰਪਨੀ ਦੇ ਵਿੱਚ ਜਾ ਰਹੇ ਹਾਂ, ਜਾਂ ਕਿਸੇ ਲਾਈਕ ਕੋਈ ਏਦਾਂ ਦੀ ਆਰਗੇਨਾਈਜੇਸ਼ਨ ਹੈ ਜਿੱਥੇ ਹਰ ਕਿਸੇ ਦਾ ਆਪਣਾ ਪਾਰਟਿਕੂਲਰ ਆਇਡੈਂਟੀਟੀ ਹੁੰਦੀ ਆ। ਹੁਣ ਉਹ ਪਾਰਟਿਕੂਲਰ ਆਇਡੈਂਟੀਟੀ ਤੇ ਹੈ ਵਾ, ਮੈਂ ਉਹਦੀ ਫੇਕ ਆਇਡੈਂਟੀਟੀ ਬਣਾ ਕੇ ਉੱਥੇ ਚੱਲ ਗਿਆ, ਤੇ ਉਹ ਏਦਾਂ ਲੱਗੇ ਕਿ ਬਿਲਕੁਲ ਸਿਕਿਉਰ ਹੈ ਤੇ ਬਿਲਕੁਲ ਠੀਕ ਹੈ। ਹੁਣ ਉਸ ਫੇਕ ਆਇਡੈਂਟੀਟੀ ਤੋਂ ਬਚਣ ਵਾਸਤੇ ਆਪਾਂ ਜਿਹੜੀਆਂ ਸਿਕਿਉਰਿਟੀ ਪਰਪਸ ਵਧਾਉਣੇ ਸ਼ੁਰੂ ਕਰਦੇ ਸੀ, ਉਹ ਸਪੂਫਿੰਗ ਹੁੰਦੀ ਹੈ। ਇਸ ਕਰਕੇ ਕਹਿੰਦੇ ਆ ਸਪੂਫਿੰਗ ਤੋਂ ਬਚੋ, ਈਮੇਲ ਤੋਂ ਬਚੋ ਜਿਹੜੀਆਂ ਫੇਕ ਆਉਂਦੀਆਂ, ਠੀਕ ਹੈ, ਉਹਨਾਂ ਤੇ ਰਿਸਪੌਂਸ ਨਾ ਦੇਵੋ, ਠੀਕ ਹੈ। ਆਲਵੇਜ਼ ਕੀਪ ਯੂਰ ਕੰਪਿਊਟਰ ਸਿਸਟਮ ਅਪਡੇਟ ਵਿਦ ਅ ਗੁੱਡ ਐਂਟੀਵਾਇਰਸ ਸੌਫਟਵੇਅਰ।
मतलब ਆਪਣੇ ਸਿਸਟਮ ਨੂੰ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਂਟੀਵਾਇਰਸ ਹੋ ਸਕਦਾ ਵਾ, ਉਹਨੂੰ ਤੁਸੀਂ ਸਟਰੋਂਗ ਕਰਕੇ ਰੱਖੋ, ਅਪਡੇਟ ਕਰਕੇ ਰੱਖੋ ਤੇ ਚੰਗਾ ਐਂਟੀਵਾਇਰਸ ਸੌਫਟਵੇਅਰ ਕਰਕੇ ਰੱਖੋ। ਡੂ ਨਾਟ ਓਪਨ ਦਾ ਮੇਲ ਇਫ ਡੂ ਨਾਟ ਰਿਕੋਗਨਾਈਜ਼ ਦਾ ਸੈਂਡਰ। ਦੇਖੋ ਬੜੀ ਵਧੀਆ ਗੱਲ ਕੀਤੀ ਕਿ ਤੁਸੀਂ ਕਹਿੰਦੇ ਉਹ ਮੇਲ ਓਪਨ ਹੀ ਨਾ ਕਰੋ ਜਿਹਨੂੰ ਤੁਸੀਂ ਜਾਣਦੇ ਨਹੀਂ। ਲਾਈਕ ਤੁਸੀਂ ਉਸ ਸੈਂਡਰ ਨੂੰ, ਮੰਨ ਲਓ ਮੈਂ ਸੈਂਡਰ ਹਾਂ, ਤੁਸੀਂ ਰਿਸੀਵਰ ਹੋ, ਤੁਸੀਂ ਮੈਨੂੰ ਜਾਣਦੇ ਨਹੀਂ ਹੋ। ਜਿੰਨੇ ਵੀ ਆਪਾਂ ਗੱਲ ਕਰ ਰਹੇ ਹਾਂ ਇੱਥੇ ਮੀਟਿੰਗ ਦੇ ਵਿੱਚ, ਇਹਦੇ ਵਿੱਚ ਮੋਸਟਲੀ ਸਾਰੇ ਜ਼ਿਆਦਾਤਰ ਮੈਨੂੰ ਜਾਣਦੇ ਨਹੀਂ ਹੋਣਗੇ। ਮੈਂ ਕਿਸੇ ਨੂੰ ਮੇਲ ਭੇਜ ਦਾਂਗਾ ਕੋਈ ਮੈਨੂੰ ਜਾਣਦਾ ਨਹੀਂ, ਤੇ ਤੁਹਾਡੇ ਵਾਸਤੇ ਇਹੀ ਬੈਟਰ ਹੈ ਕਿ ਤੁਸੀਂ ਉਹ ਮੇਲ ਓਪਨ ਕਰੋ ਹੀ ਨਾ ਜਦੋਂ ਤੱਕ ਤੁਸੀਂ ਮੈਨੂੰ ਜਾਣਦੇ ਨਹੀਂ। ਉਦੋਂ ਮੇਲ ਓਪਨ ਕਰੋ ਜੇ ਤੁਸੀਂ ਸੈਂਡਰ ਨੂੰ ਜਾਣਦੇ। ਇਗਨੋਰ, ਸੈਕਿੰਡ ਪੁਆਇੰਟ ਦੇਖੋ, ਇਗਨੋਰ ਐਨੀ ਮੇਲਸ ਵਿਦ ਕਮ ਵਿਦਆਊਟ ਸੈਂਡਰ ਨੇਮ। ਮਤਲਬ ਜੇ ਕੋਈ ਮੇਲ ਤੁਹਾਨੂੰ ਕੋਈ ਕਰ ਰਿਹਾ ਤੇ ਉਹਦੇ ਉੱਤੇ ਉਹਦਾ ਪਾਰਟਿਕੂਲਰ ਨਾਮ ਹੀ ਨਹੀਂ ਆਇਆ, ਤੇ ਤੁਸੀਂ ਉਹ ਮੇਲ ਨੂੰ ਓਪਨ ਕਰੋਗੇ ਤੇ ਉਹ ਤੁਹਾਡੇ ਸਿਸਟਮ ਦੇ ਉੱਤੇ ਹਾਰਮ ਕਰੇਗਾ। ਇਸ ਕਰਕੇ ਉਹ ਚੀਜ਼ ਤੁਸੀਂ ਬਿਲਕੁਲ ਧਿਆਨ ਦੇਣੀ ਹੈ, ਆਪਣੇ ਬਿਲਕੁਲ ਧਿਆਨ 'ਚ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਉਹ ਮੇਲ ਓਪਨ ਕਰੋ, ਸਭ ਤੋਂ ਪਹਿਲਾਂ ਇੱਕ ਸੈਂਡਰ ਦਾ ਨਾਮ ਪੜੋ, ਠੀਕ ਹੈ। ਜੇ ਤੁਸੀਂ ਸੈਂਡਰ ਨੂੰ ਜਾਣਦੇ ਹੋ, ਨੈਕਸਟ ਅਗਲਾ ਪ੍ਰੋਸੈਸ ਕਰੋ, ਇਗਨੋਰ ਐਨੀ ਮੇਲਸ ਵਿਚ ਹੈਜ਼ ਯੂਅਰ ਨੇਮ ਇਨ ਦਾ ਸੈਂਡਰ ਡਿਟੇਲ। ਮਤਲਬ ਸਾਰੀਆਂ ਮੇਲ ਉਹ ਵਾਲੀਆਂ ਇਗਨੋਰ ਕਰ ਦਿਓ ਜਿੱਥੇ ਸੈਂਡਰ ਦੀ ਡਿਟੇਲ ਨਹੀਂ ਹੈਗੀ। ਉਹੀ ਚੀਜ਼ਾਂ ਰਿਪੀਟ ਹੋਈਆਂ, ਨਾਮ, ਠੀਕ ਹੈ ਜੀ, ਰਿਕੋਗਨਾਈਜ਼ ਦਾ ਨਾਮ ਹੋਣਾ ਚਾਹੀਦਾ, ਠੀਕ ਹੈ। ਜੇ ਤੁਸੀਂ ਸੈਂਡਰ ਨੂੰ ਨਹੀਂ ਜਾਣਦੇ, ਉਹਦੀ ਡਿਟੇਲ ਤੁਸੀਂ ਨਹੀਂ ਜਾਣਦੇ ਕਿਸੇ ਵੀ ਤਰ੍ਹਾਂ ਦੀ, ਤੇ ਤੁਸੀਂ ਉਹਨੂੰ ਨਹੀਂ ਕਰਨਾ, ਓਪਨ ਹੀ ਨਹੀਂ ਕਰਨਾ। ਡੂ ਨਾਟ ਓਪਨ ਐਨੀ ਮੇਲ ਇਫ ਇਟ ਹੈਜ਼ ਓਨਲੀ ਅ ਲਿੰਕ ਇਨ ਦਾ ਬੋਡੀ ਆਫ ਦਾ ਮੈਸੇਜ। ਮਤਲਬ ਤੁਹਾਨੂੰ ਕੋਈ ਲਿੰਕ ਆਇਆ ਵਾ ਕਿਸੇ ਤਰ੍ਹਾਂ ਦਾ ਵੀ, ਇੱਕ ਸਿੰਪਲ ਮੇਲ ਆਈ ਆ, ਉਹਦੇ ਵਿੱਚ ਇੱਕ ਲਿੰਕ ਹੀ ਆਇਆ ਵਾ, ਤੁਸੀਂ ਉਹ ਮੇਲ ਕਦੀ ਓਪਨ ਨਹੀਂ ਕਰਨੀ, ਬਿਕੋਜ਼ ਤੁਸੀਂ ਉਹ ਮੇਲ ਬਾਰੇ ਕੁਛ ਨਹੀਂ ਜਾਣਦੇ, ਠੀਕ ਹੈ ਜੀ। ਬਿਕੋਜ਼ ਜਿਹੜੇ ਅੱਜ ਕੱਲ੍ਹ ਕੰਪਿਊਟਰ ਚਲਾ ਲਏ ਆ ਜਾਂ ਬਹੁਤ ਐਡਵਾਂਸ ਚੱਲ ਰਹੇ, ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਆ ਰਹੀ। ਕਈ ਇਦਾਂ ਦੇ ਹੁੰਦੇ ਜਿਹਨਾਂ ਨੂੰ ਪ੍ਰੋਬਲਮ ਆਉਣ ਲੱਗ ਪੈਂਦੀ ਹੈ, ਤੇ ਉਹ ਪਲੀਜ਼ ਇਸ ਚੀਜ਼ ਨੂੰ ਨੋਟਿਸ ਕਰ ਲੈਣ, ਕਿਉਂਕਿ ਸਕੂਫਿੰਗ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਆ। ਅੱਜ ਕੱਲ੍ਹ ਬਹੁਤ ਲੋਕ ਟ੍ਰਿਕ ਚਲਾ ਰਹੇ ਆ। ਨੈਕਸਟ ਹੈ ਕ੍ਰੈਡਿਟ ਕਾਰਡ ਫਰੋਡ, ਠੀਕ ਹੈ ਜੀ। ਇਹ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੈਗਾ, ਸਾਈਬਰ ਕ੍ਰਾਈਮ ਦੇ ਵਿੱਚ ਕ੍ਰੈਡਿਟ ਕਾਰਡ ਫਰੋਡ ਜਿਹੜਾ ਬਹੁਤ ਐਡਵਾਂਸ ਵਿੱਚ ਨਿਕਲ ਚੁੱਕਿਆ। ਵੈਨ ਐਨ ਇੰਡੀਵਿਜੂਅਲ ਯੂਜ਼ਸ another individual credit card for person reason while the owner of the card and the card issuer are not aware of the fact that the card is being used. This problem occurs while using online banking and shopping. देखो बड़ी बढ़िया गल की उन्होंने, कहते कि लाइक ਜਦੋਂ ਵੀ ਆਪਾਂ ਕ੍ਰੈਡਿਟ ਕਾਰਡ ਯੂਜ਼ ਕਰਦੇ ਆ, ਠੀਕ ਹੈ, ਆਪਾਂ ਕਈ ਵਾਰ ਕੀ ਹੁੰਦਾ, ਕੋਈ ਇਦਾਂ ਦਾ ਪਰਸਨ ਹੁੰਦਾ, ਲਾਈਕ ਐਗਜ਼ਾਮਪਲ ਤੇ ਮੈਂ ਆਪਣੇ ਆਪ ਨੂੰ ਲੈ ਲੈਣਾ ਕਿ ਮੈਂ ਕ੍ਰੈਡਿਟ ਕਾਰਡ ਯੂਜ਼ ਕਰ ਰਿਹਾ, ਈਵਨ ਮੈਨੂੰ ਇੰਨਾ ਵੀ ਨਹੀਂ ਪਤਾ ਕਿ ਮੇਰੇ ਅਕਾਊਂਟ ਦੇ ਵਿੱਚ ਆਟੋਮੈਟਿਕਲੀ ਪੈਸੇ ਡਿਡਕਟ ਕੀਤੇ ਜਾ ਰਹੇ ਆ। ਹੁਣ ਉਹ ਕਿਉਂ ਹੋ ਰਿਹਾ, ਉਹਦਾ ਰੀਜ਼ਨ ਮੈਂ ਦੱਸਾਂਗਾ। ਰੀਜ਼ਨ ਕੀ ਆ ਕਿ ਜਦੋਂ ਵੀ ਆਪਾਂ ਕਈ ਵਾਰ ਆਨਲਾਈਨ ਬੈਂਕਿੰਗ ਤੇ ਕੁਛ ਆਪਾਂ ਸ਼ੋਪਿੰਗ ਕਰਦੇ ਆ, ਠੀਕ ਹੈ, ਆਨਲਾਈਨ ਬੈਂਕਿੰਗ ਕਰਦੇ ਆ ਜਾਂ ਕੋਈ ਟ੍ਰਾਂਜੈਕਸ਼ਨ ਕਰਦੇ ਆ, ਠੀਕ ਹੈ, ਉਦੋਂ ਆਪਾਂ ਇੱਕ ਚੀਜ਼ ਧਿਆਨ ਦੇਣੀ ਹੈ ਕਿ ਜਦੋਂ ਵੀ ਆਪਾਂ ਕੋਈ ਪਰਚੇਸ ਕਰ ਰਹੇ ਹਾਂ, ਕਿਸੇ ਵੀ ਤਰ੍ਹਾਂ ਦਾ ਡਾਟਾ ਜਾਂ ਕੁਛ ਵੀ ਆਪਾਂ ਪਰਚੇਸ ਕਰ ਰਹੇ ਹਾਂ, ਕੋਈ ਸ਼ੋਪਿੰਗ ਕਰ ਰਹੇ ਹਾਂ, ਉਦੋਂ ਆਪਾਂ ਜਿਹੜੀਆਂ ਵੀ ਵੈਬਸਾਈਟ ਓਪਨ ਹੁੰਦੀਆਂ ਵਾ, ਜਿਹੜੀਆਂ ਅਟੈਚ ਕੀਤੀਆਂ ਹੁੰਦੀਆਂ ਵਾ ਉਹਨਾਂ ਦੇ ਨਾਲ, ਵੈਬਸਾਈਟ ਦੇ ਨਾਲ ਜਿੱਥੇ ਆਪਾਂ ਪੇਮੈਂਟ ਕਰਦੇ ਹਾਂ, ਉਹ ਧਿਆਨ ਦੇਣਾ ਵਾ ਕਿ ਉਹ ਕੀ ਸਿਕਿਉਰਿਟੀ ਪਰਪਸ ਮੰਗ ਰਹੇ ਆ। ਸਭ ਤੋਂ ਪਹਿਲਾਂ ਤੇ ਤੁਸੀਂ ਆਪਣਾ ਨਾਮ, ਡਿਟੇਲ ਜੋ ਵੀ ਏਟੀਐਮ ਕਾਰਡ ਦੀ ਜਾਂ ਕ੍ਰੈਡਿਟ ਕਾਰਡ ਦੀ ਤੁਸੀਂ ਭਰਦੇ ਹੋ, ਉਸ ਕਲੀਅਰ ਆਊਟ ਕਰਨਾ। ਉੱਥੇ ਤੁਸੀਂ ਇਹ ਪੁਆਇੰਟ ਜ਼ਰੂਰ ਧਿਆਨ ਦੇਣਾ ਕਿ ਕਦੀ ਵੀ ਉਸ ਜਗ੍ਹਾ ਤੇ ਤੁਸੀਂ ਆਪਣਾ ਡਾਟਾ ਨਹੀਂ ਚਾੜਨਾ ਜਿੱਥੇ ਤੁਸੀਂ ਸਿਕਿਉਰ ਨਾ ਹੋਵੋ। ਉਸ ਬੰਦੇ ਨੂੰ ਆਪਣਾ ਡਾਟਾ ਨਹੀਂ ਸ਼ੇਅਰ ਕਰਨਾ ਆਪਣਾ ਕ੍ਰੈਡਿਟ ਕਾਰਡ ਦਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਹੋ, ਠੀਕ ਹੈ। ਥਰਡ ਵਨ, ਸ਼ੋਪਿੰਗ ਕਰਦੇ ਵਕਤ ਤੁਸੀਂ ਆਪਣਾ ਜਿਹੜਾ ਵੀ ਤੁਸੀਂ ਆਪਣਾ ਕ੍ਰੈਡਿਟ ਕਾਰਡ ਦੀ ਡਿਟੇਲ ਵਗੈਰਾ ਤੁਸੀਂ ਉੱਤੇ ਦੇ ਰਹੇ ਹੋ, ਉਹਨੂੰ ਕਦੀ ਵੀ ਤੁਸੀਂ ਸੇਵ ਨਹੀਂ ਕਰਨਾ। ਉੱਥੇ ਆਉਂਦਾ ਆਪਸ਼ਨ ਕਿ ਰਿਮੈਂਬਰ ਜਾਂ ਕੁਛ ਆ ਜਾਏਗਾ ਸੇਵ ਐਜ਼ ਫਰਦਰ ਪਰਚੇਜ਼, ਮਤਲਬ ਤੁਸੀਂ ਅਗਲੇ ਫਰਦਰ ਪਰਚੇਜ਼ ਵਾਸਤੇ ਤੁਸੀਂ ਇਹ ਡਾਟਾ ਸੇਵ ਕਰਨਾ ਚਾਹੁੰਦੇ ਹੋ ਆਪਣਾ, ਉਹ ਕਦੀ ਵੀ ਤੁਸੀਂ ਉੱਥੇ ਬਾਕਸ ਟਿਕ ਨਹੀਂ ਮਾਰਨਾ। ਬਿਕੋਜ਼ ਅੱਜ ਕੱਲ੍ਹ ਕੀ ਹੁੰਦਾ ਕਿ ਤੁਸੀਂ ਸੇਵ ਕਰ ਦਿੰਦੇ ਹੋ ਤੇ ਉਹ ਸਾਈਟਸ ਜਿਹੜੀਆਂ ਹੁੰਦੀਆਂ ਕਿਸੇ ਨਾ ਕਿਸੇ ਹੈਕਰ ਨੇ ਨਾਲ ਆਪਣਾ ਅਟੈਚ ਕੀਤੀ ਹੁੰਦੀਆਂ, ਤੇ ਉਹ ਤੁਹਾਡਾ ਸਾਰਾ ਕੁਝ ਰੀਡ ਆਊਟ ਕਰਦੇ ਰਹਿੰਦੇ ਕਿ ਤੁਸੀਂ ਕੀ ਕਰਦੇ ਹੋ। ਕਈ ਵਾਰ ਕੀ ਹੁੰਦਾ, ਆਪਾਂ ਕਿਤੇ ਵੀ ਸ਼ੋਪਿੰਗ ਕਰਦੇ ਵੀ ਇਹਦਾ ਫਰੋਡ ਹੋਣਾ ਬਹੁਤ ਜ਼ਿਆਦਾ ਹੁੰਦੇ ਆ। ਖਾਸ ਕਰਕੇ ਇੱਕ ਚੀਜ਼ ਜ਼ਰੂਰ ਧਿਆਨ ਦੇਣੀ ਆ ਕਿ ਜਦੋਂ ਵੀ ਆਪਾਂ ਇਸ ਬੈਂਕਿੰਗ ਦੇ ਲੈਵਲ ਤੇ ਆਪਾਂ ਕੋਈ ਕੰਮ ਕਰ ਰਹੇ ਹਾਂ, ਆਪਾਂ ਕਿਸੇ ਨੂੰ ਵੀ 2 ਸਟੈਪ ਵੈਰੀਫਿਕੇਸ਼ਨ ਜ਼ਰੂਰ ਨੋਟ ਕਰਨੀ ਹੈ। ਇੱਕ ਸਿਕਿਉਰਿਟੀ ਕੋਡ, ਸੈਕਿੰਡ ਹੈਗਾ ਟੂ ਸਟੈਪ ਵੈਰੀਫਿਕੇਸ਼ਨ ਮੋਬਾਈਲ ਦੇ ਵਿੱਚ। ਹੁਣ ਇਹ ਕਿੱਦਾਂ, ਮਤਲਬ ਸਿਕਿਉਰਿਟੀ ਕੋਡ ਕਿੱਦਾਂ ਕਿ ਜਦੋਂ ਵੀ ਆਪਾਂ ਦੇਖੋ ਮੋਬਾਈਲ ਬੈਂਕਿੰਗ ਚਲਾਉਂਦੇ ਆ ਜਾਂ ਮੋਬਾਈਲ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਇੰਟਰਨੈਟ ਬੈਂਕਿੰਗ ਚਲਾ ਰਹੇ ਹਾਂ, ਉਦੋਂ ਆਪਾਂ ਕਿਸੇ ਨੂੰ ਪੈਸੇ ਟ੍ਰਾਂਸਫਰ ਕਰ ਰਹੇ ਹਾਂ, ਉਦੋਂ ਕ੍ਰੈਡਿਟ ਕਾਰਡ ਦੇ ਵਿੱਚ ਯਾਦ ਰੱਖਿਓ 2 ਚੀਜ਼ਾਂ ਵੈਰੀਫਿਕੇਸ਼ਨ ਜ਼ਰੂਰ ਮੰਗਣੀਆਂ। ਪਹਿਲੀ ਮੰਗਣੀ ਹੈ ਸਿਕਿਉਰਿਟੀ ਕੋਡ। ਸਿਕਿਉਰਿਟੀ ਕੋਡ ਤੁਹਾਡਾ ਫੋਟੋ ਵੀ ਹੋ ਸਕਦਾ ਕਿਸੇ ਵੀ ਤਰ੍ਹਾਂ ਦੀ, ਉੱਥੇ ਫੋਟੋ ਵੀ ਆ ਸਕਦੀ ਹੈ ਜਾਂ ਤੁਸੀਂ ਕੋਡ ਰੱਖਿਆ ਹੋਏਗਾ।
ਮੈਂ ਵੀ ਆਪਣਾ ਕ੍ਰੈਡਿਟ ਕਾਰਡ ਯੂਜ਼ ਕਰਦਾ, ਮੈਂ ਉੱਥੇ ਇੱਕ ਪੇੜ ਦੀ ਫੋਟੋ ਲਗਾਈ ਦੀ ਆਪਣਾ ਟਰੀ ਦੀ। ਜਦੋਂ ਉਹ ਟਰੀ ਆਊਗਾ ਇਟ ਮੀਨਸ ਉਹ ਮੇਰਾ ਹੀ ਅਕਾਊਂਟ ਹੈ ਤੇ ਮੈਂ ਹੀ ਯੂਜ਼ ਕਰ ਰਿਹਾ ਹਾਂ। ਜੇ ਉਹ ਟਰੀ ਨਹੀਂ ਆ ਗਿਆ ਇਟ ਮੀਨਸ ਉਹਦੇ ਉੱਤੇ ਕੋਈ ਹੈਕਰ ਬੈਠਾ ਵਾ ਜਿਹੜਾ ਉਹ ਯੂਜ਼ ਕਰ ਸਕਦਾ, ਤੇ ਉੱਥੇ ਗਲਤੀ ਨਾਲ ਵੀ ਆਪਣਾ ਪਾਸਵਰਡ ਨਹੀਂ ਲਗਾਉਣਾ, ਆਪਣਾ ਸਿਕਿਉਰਿਟੀ ਕੋਡ ਨਹੀਂ ਪੜਨਾ ਜਦੋਂ ਤੱਕ ਤੁਹਾਨੂੰ ਸ਼ੋਰ ਨਹੀਂ ਹੁੰਦਾ ਕਿ ਫੋਟੋ ਤੁਹਾਡੀ ਹੈ। ਉੱਥੇ ਲਿਖਿਆ ਹੋਏਗਾ ਜਾਂ ਕਿਸੇ ਵੀ ਤਰ੍ਹਾਂ ਦਾ ਵਰਡ ਲਿਖਿਆ ਹੋਏਗਾ ਜਿਹੜਾ ਸਿਰਫ ਤੁਹਾਨੂੰ ਪਤਾ ਹੋਏਗਾ। ਉਹ ਸਟੈਪ ਕਰਨ ਤੋਂ ਬਾਅਦ ਫਿਰ ਆਉਣਾ 2 ਸਟੈਪ ਵੈਰੀਫਿਕੇਸ਼ਨ। 2 ਸਟੈਪ ਵੈਰੀਫਿਕੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਇੱਕ ਤੇ ਪਹਿਲਾਂ ਆ ਗਿਆ ਸਿਕਿਉਰਿਟੀ ਕੋਡ। 2 ਸਟੈਪ ਵੈਰੀਫਿਕੇਸ਼ਨ ਦੇ ਵਿੱਚ ਕੀ ਆਣਾ, ਪਹਿਲਾ ਸਟੈਪ ਕੀ ਆਊਗਾ, ਤੁਹਾਡਾ OTP ਜਿਹੜਾ ਤੁਹਾਡੇ ਫੋਨ ਤੇ ਆਊਗਾ, ਜਿਹੜਾ ਤੁਹਾਡਾ ਫੋਨ ਨੰਬਰ ਤੁਹਾਡੇ ਅਕਾਊਂਟ ਦੇ ਨਾਲ, ਤੁਹਾਡਾ ਬੈਂਕ ਦੇ ਨਾਲ ਰਜਿਸਟਰ ਹੋਊਗਾ, ਉਸ ਅਕਾਊਂਟ ਤੇ ਤੁਹਾਡਾ ਇੱਕ OTP ਆਊਗਾ, ਠੀਕ ਹੈ। ਸੈਕਿੰਡ ਜਿਹੜਾ ਹੋਏਗਾ, ਸੈਕਿੰਡ ਸਟੈਪ ਵੈਰੀਫਿਕੇਸ਼ਨ ਜਿਹੜਾ ਹੈਗਾ ਤੁਹਾਡਾ ਪਾਸਵਰਡ ਹੋਏਗਾ, ਜਿਹੜਾ ਤੁਹਾਨੂੰ ਪਤਾ ਹੋਏਗਾ। ਸਿਰਫ 2 ਪਾਸਵਰਡ ਲੱਗਣੇ ਆ, ਇੱਕ ਸਿਕਿਉਰਿਟੀ ਕੋਡ ਤੇ ਇੱਕ ਤੁਹਾਡਾ ਲੱਗਣਾ 2 ਸਟੈਪ ਵੈਰੀਫਿਕੇਸ਼ਨ ਤੇ, ਠੀਕ ਹੈ ਜੀ। ਇਹ ਚੀਜ਼ਾਂ ਤੁਸੀਂ ਬਹੁਤ ਧਿਆਨ ਦੇਣੀਆਂ, ਇਹ ਚੀਜ਼ਾਂ ਤੁਸੀਂ ਧਿਆਨ ਦੋਗੇ ਤੁਹਾਡਾ ਕਦੀ ਫਰੋਡ ਨਹੀਂ ਹੋਏਗਾ ਕ੍ਰੈਡਿਟ ਕਾਰਡ ਦੇ ਉੱਤੇ। ਤੇ ਕ੍ਰੈਡਿਟ ਕਾਰਡ ਤੇ ਫਰੋਡ ਹੋਗਾ ਤਾਂ ਤੁਹਾਨੂੰ ਪਤਾ ਉਹਦੇ ਚ ਲਿਮਿਟ ਹੁੰਦੀ ਹੈ, ਪੈਸੇ ਪਹਿਲੇ ਹੀ ਹੁੰਦੇ ਆ, ਤੁਸੀਂ ਉਹ ਫਿਰ ਹੈਕ ਹੋ ਜਾਣਗੇ ਪੈਸੇ, ਕੋਈ ਵੀ ਲੈ ਕੇ ਜਾ ਸਕਦਾ, ਫਰੋਡ ਹੋ ਸਕਦਾ। ਤੇ ਉਸ ਫਰੋਡ ਤੋਂ ਬਚਣ ਲਈ ਤੁਸੀਂ ਪ੍ਰੋਪਰ ਧਿਆਨ ਦੇਣਾ ਵਾ। ਦਿਸ ਇਜ਼ ਐਨ ethical conduct that is enforced by bank to avoid such type of action। ਬੈਂਕ ਵੀ ਕਹਿੰਦਾ ਇਸ ਚੀਜ਼ਾਂ ਤੋਂ ਤੁਹਾਨੂੰ ਅਵੋਇਡ ਕਰਦੇ ਰਹਿੰਦੇ ਆ ਕਿ ਕਦੇ ਵੀ ਆਪਣਾ ID ਪਾਸਵਰਡ ਜਾਂ ਕੋਈ ਵੀ ਤੁਸੀਂ ਕੋਈ OTP ਵਗੈਰਾ ਬੈਂਕ ਕੋਈ ਨਹੀਂ ਮੰਗਦਾ, ਤੁਸੀਂ ਕਦੇ ਵੀ ਕਿਸੇ ਨੂੰ ਸ਼ੇਅਰ ਆਊਟ ਨਹੀਂ ਕਰਨਾ। ਨੈਕਸਟ ਹੈਗਾ ਸਾਈਬਰ ਕ੍ਰਾਈਮ ਬਿੱਲ ਜਿਹੜਾ 2007 ਦੇ ਵਿੱਚ ਲਾਗੂ ਹੋਇਆ ਸੀ। ਇਟ ਵਿਲ ਅਪਲਾਈ ਟੂ ਐਵਰੀ ਪਰਸਨ ਹੂ ਕਮਿਟ ਐਨ ਅਫੈਂਸ irrespective of his nationality or citizenship। ਮਤਲਬ ਇਹ ਜਿਹੜਾ ਕ੍ਰਾਈਮ ਬਿੱਲ ਜਿਹੜਾ 2007 ਅਪਲਾਈ ਹੋਇਆ ਸੀ, ਇਹ ਸਾਰੇ ਲੋਕਾਂ ਵਾਸਤੇ ਅਪਲਾਈ ਕੀਤਾ ਗਿਆ ਕਿ ਜਿਹੜਾ ਵੀ ਇੱਕ ਕ੍ਰਾਈਮ ਕਮਿਟ ਕਰਦਾ, ਸਾਡੀ ਨੈਸ਼ਨੈਲਿਟੀ ਦੇ ਲੈਵਲ ਦੇ ਹਿਸਾਬ ਨਾਲ ਸਿਟੀਜ਼ਨਸ਼ਿਪ ਤੇ ਆ ਕੇ ਸਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹ ਕ੍ਰਾਈਮ ਕਰਦਾ ਸਾਈਬਰ, ਤੇ ਉੱਥੇ ਫਿਰ ਇਹਨਾਂ ਨੇ ਬਿੱਲ ਲਾਗੂ ਕਰਤਾ 2007। FIA ਇੰਟੈਲੀਜੈਂਸ ਮਤਲਬ ਫੈਡਰਲ ਇਨਵੈਸਟੀਗੇਸ਼ਨ ਏਜੰਸੀ, ਜਿਹੜੀ ਇਨਕਲੂਸਿਵ ਪਾਵਰ ਹੋਈ ਉਹਨਾਂ ਕੋਲ ਆਈ ਸੀ, ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕੀਤੀ ਇਸ ਕ੍ਰਾਈਮ ਦੇ ਉੱਤੇ, ਤੇ ਉਹਨਾਂ ਕੋਲ ਇਹਦਾ ਚਾਰਜ ਸਾਰਾ ਇਹਨਾਂ ਨੇ ਉਹਨਾਂ ਨੂੰ ਹੈਂਡਓਵਰ ਕਰਤਾ ਤੇ ਇੱਕ ਲਾਜ਼ ਬਣਾਉਣੇ ਸ਼ੁਰੂ ਕਰਤੇ। ਲਾਜ਼ ਦੇ ਉੱਤੇ ਫਿਰ ਪਨਿਸ਼ਮੈਂਟ ਦੇਣੀ ਵੀ ਸ਼ੁਰੂ ਕਰਤੀ ਉਹਨਾਂ ਨੇ। ਹੁਣ ਸਪੈਮ ਦੇ ਵਿੱਚ ਆਪਾਂ ਐਗਜ਼ਾਮਪਲ ਪੜ੍ਹੀ ਸੀ ਕਿ ਈਮੇਲ ਸਪੈਮ, ਤੇ ਈਮੇਲ ਸਪੈਮ ਬਾਰੇ ਮੈਂ ਤੁਹਾਨੂੰ ਕਲੀਅਰ ਆਊਟ ਕਰਦਾ। ਲਾਈਕ ਸੇਮ ਸਪੂਫਿੰਗ ਵਾਂਗ ਕੰਮ ਕਰਦਾ। ਹੁਣ ਸਪੂਫਿੰਗ ਆਪਾਂ ਪੜ੍ਹੀ ਸੀ। ਹੁਣ ਸਪੈਮ ਦੇ ਵਿੱਚ ਕੀ ਹੋਇਆ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਮੰਨ ਲਓ ਕੋਈ ਥਰਡ ਪਾਰਟੀ ਕੋਈ ਮੇਲ ਕਰ ਰਿਹਾ। ਹੁਣ ਆ ਦੇਖ ਲਿਓ ਜਿਹੜੀ ਵੀ ਇੱਥੇ ਸਲਾਈਡ ਇੱਕ ਸ਼ੋ ਹੋਈ ਆ, ਇਸ ਸਾਈਡ ਦੇ ਵਿੱਚ ਬਿਲਕੁਲ ਕਾਰਨਰ 'ਚ ਨੀਚੇ ਲਿਖਿਆ ਕਲਿੱਕ ਹੇਅਰ ਟੂ ਸਟਾਰਟ ਅਰਨਿੰਗ ਨਾਓ। ਹੁਣ ਦੇਖੋ ਬੜੀ ਵਧੀਆ ਉਹਨਾਂ ਨੇ ਨਾ ਇੱਕ ਤੁਹਾਨੂੰ ਮੇਲ ਬਣਾ ਕੇ ਭੇਜੀ ਕਿ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ, ਤੁਹਾਨੂੰ ਇੱਕ ਉਹਨਾਂ ਨੇ ਮੇਲ ਭੇਜੀ ਜਿਹੜੀ ਤੁਹਾਡੀ ਸਪੈਮ ਦੇ ਵਿੱਚ ਆ ਗਈ। ਇੱਕ ਚੀਜ਼ ਧਿਆਨ ਦੇਣੀ ਹੈ, ਜਿਹੜੀ ਵੀ ਮੇਲ ਤੁਹਾਡੀ ਇਨਬੌਕਸ ਦੀ ਜਗ੍ਹਾ ਸਪੈਮ ਦੇ ਵਿੱਚ ਆ ਗਈ, ਜ਼ਰੂਰੀ ਨਹੀਂ ਹੈ ਕਿ ਉਹ ਤੁਹਾਡੀ ਮੇਲ ਸਹੀ ਹੋਏਗੀ, ਠੀਕ ਹੈ। ਸਪੈਮ ਦੇ ਵਿੱਚ ਉਹੀ ਮੇਲ ਆਉਂਦੀ ਹੈ ਜਿਹੜਿਆਂ 'ਚ ਥੋੜੀ ਜਿਹੀ ਗੜਬੜ ਹੋਵੇ, ਜਾਂ ਕਈ ਵਾਰ ਕੀ ਹੁੰਦਾ ਕਿ ਸੈਂਡਰ 'ਚ ਪ੍ਰੋਬਲਮ ਹੋਏ, ਕਈ ਵਾਰ ਸੈਂਡਰ ਹੀ ਜਾਣਬੁੱਝ ਕੇ ਵੀ ਇਦਾਂ ਕਰ ਦਿੰਦਾ ਸਪੈਮ 'ਚ ਭੇਜਦਾ, ਬਹੁਤ ਸੇਫਟੀ ਵਾਸਤੇ। ਇਹ ਚੀਜ਼ਾਂ ਜ਼ਰੂਰ ਧਿਆਨ ਦੇਣੀਆਂ। ਸਪੈਮ ਦੇ ਵਿੱਚ ਜਿਹੜੀ ਵੀ ਮੇਲ ਆਈ ਆ ਉਸ ਨੂੰ ਤੁਸੀਂ ਬਰੀਫਲੀ ਧਿਆਨ ਨਾਲ ਚੈੱਕ ਕਰਨਾ ਵਾ। ਹੁਣ ਇਹਦੇ ਵਿੱਚ ਦੇਖੋ ਕਿੰਨਾ ਕੁਛ ਫਰੋਡ ਆ ਜੀ। ਕਿਤੇ ਇਮੇਜ ਆਰ ਨੋਟ ਡਿਸਪਲੇਡ, ਸਭ ਤੋਂ ਪਹਿਲਾਂ ਇਹੀ ਲਿਖਿਆ ਇਮੇਜ ਆਰ ਨੋਟ ਡਿਸਪਲੇਡ, ਇਮੇਜ ਵੀ ਡਿਸਪਲੇਡ ਨਹੀਂ ਹੈਗੀ। ਨੈਕਸਟ ਉਹਦੇ ਬਾਰੇ ਕੁਛ ਨਹੀਂ ਨੋਟ ਡਾਊਨ ਕੀਤਾ, ਕੋਈ ਪਤਾ ਨਹੀਂ ਕਿੱਥੋਂ ਮੇਲ ਆਈ ਹੈ, ਕੋਈ ਉਹਦਾ ਨਾਮ ਨਹੀਂ ਸ਼ੋ ਹੋ ਰਿਹਾ, ਠੀਕ ਹੈ, ਫਰੋਡ ਦਾ ਕੰਮ ਲੱਗ ਰਿਹਾ। ਫਿਰ ਨੀਚੇ ਉਹਨਾਂ ਨੇ ਲਿਖਤਾ ਕਿ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰੋ। ਉਹਨੂੰ ਬੜੇ ਦੇਖੋ ਸਾਰੇ ਪੈਸਾ ਕਮਾਉਣਾ ਚਾਹੁੰਦੇ ਆ। ਹੁਣ ਮੈਨੂੰ ਕਹੋ ਕਿ ਮੈਂ ਵੀ ਪੈਸਾ ਕਮਾਉਣਾ ਚਾਹੁੰਦਾ, ਕੌਣ ਨਹੀਂ ਪੈਸਾ ਕਮਾਉਣਾ ਚਾਹੁੰਦਾ। ਅੱਜ ਕੱਲ੍ਹ ਪੈਸੇ ਦੀ ਦੁਨੀਆ ਤੋਂ ਭੱਜ ਦੌੜ ਚਲੀ ਦੀ ਹੈ। ਹੁਣ ਆਪਾਂ ਇੱਥੇ ਲਿਖਤਾ ਕਲਿੱਕ ਹੇਅਰ ਟੂ ਸਟਾਰਟ ਅਰਨਿੰਗ ਨਾਓ। ਹੁਣ ਕੋਈ ਵੀ ਜਿਹੜਾ ਕੋਈ ਵੀ ਬੰਦਾ ਇੱਥੇ ਚਾਹ ਚ ਆਪਾਂ ਕਲਿੱਕ ਕਰ ਦਿੰਦੇ ਯਾਰ ਪੈਸਾ ਕਮਾਉਣਾ ਘਰੇ ਬਹਿ ਕੇ, ਜਿੱਦਾਂ ਲੋਕਡਾਊਨ ਚੱਲ ਰਿਹਾ ਅੱਜ ਕੱਲ੍ਹ, ਘਰੇ ਬੈਠੇ ਆ, ਕੰਮ ਤੇ ਕੋਈ ਹੋ ਨਹੀਂ ਰਿਹਾ, ਠੀਕ ਹੈ, ਤੇ ਆਪਾਂ ਸੋਚਦੇ ਹਾਂ ਚਲੋ ਥੋੜਾ ਸੋਰਸ ਆਫ ਅਰਨਿੰਗ ਵਗੈਰਾ ਵਧਾ ਦਈਏ, ਤਾਂ ਆਪਾਂ ਇਹ ਗਲਤੀ ਨਾਲ ਵੀ ਇੱਥੇ ਲਿੰਕ ਤੇ ਕਲਿੱਕ ਕਰ ਦਿੰਦੇ ਹਾਂ। ਜਦੋਂ ਆਪਾਂ ਇਸ ਲਿੰਕ ਤੇ ਕਲਿੱਕ ਕਰਤਾ, ਕਲਿੱਕ ਕਰਨ ਨਾਲ ਕੀ ਹੋਣਾ ਵਾ ਕਿ ਤੁਹਾਡਾ ਜਿਹੜਾ ਤੁਹਾਨੂੰ ਉਹਨਾਂ ਨੇ ਕਹਿਣਾ ਕਿ ਆਪਣੀ ਡਿਟੇਲ ਭਰ ਦਿਓ, ਠੀਕ ਹੈ, ਅਸੀਂ ਤੁਹਾਨੂੰ ਇਹ ਵਾਲਾ ਕੰਮ ਦਿੰਦੇ ਆ, ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਕੋਈ ਕੰਮ ਦਿੰਦੇ ਆ ਤੁਸੀਂ, ਜਾਂ ਫਿਰ ਉਹਨਾਂ ਨੇ ਕਹਿਣਾ ਕਿ ਤੁਸੀਂ ਏਦਾਂ ਕਰੋ, ਤੁਸੀਂ ਤੁਹਾਨੂੰ ਜੌਬ ਮਿਲੇਗੀ, ਤੁਸੀਂ 5000 ਰੁਪਏ ਜਾਂ ਇੰਨੀ ਫਲਾਣੀ ਅਮਾਊਂਟ ਸਾਡੇ ਇਸ ਅਕਾਊਂਟ 'ਚ ਟ੍ਰਾਂਸਫਰ ਕਰੋ ਤੇ ਆਪਾਂ ਤੁਹਾਨੂੰ ਇਸ ਜੌਬ ਲਈ ਤੁਹਾਨੂੰ ਹਾਇਰ ਕਰਾਂਗੇ ਤੇ ਤੁਸੀਂ ਇੱਥੇ ਆ ਕੇ ਆਪਣੀ ਇੰਟਰਵਿਊ ਜਾਂ ਆਫਰ ਲੈਟਰ ਲੈ ਕੇ ਤੁਸੀਂ ਜੁਆਇਨਿੰਗ ਸ਼ੁਰੂ ਕਰਨੀ ਹੈ। ਲਾਈਕ ਮਤਲਬ ਉਹ ਜੈਨੂਅਲੀ ਫਰੋਡ ਹੋ ਰਿਹਾ, ਦੇਖੋ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਤੁਸੀਂ ਉਸ ਡਿਟੇਲ ਦੇ ਵਿੱਚ ਫਸੀ ਜਾ ਰਹੇ ਹੋ ਤੇ ਅੱਗੇ ਜਾ ਕੇ ਤੁਸੀਂ ਸਾਰੀ ਡਿਟੇਲ ਦੇ ਦਿੱਤੀ ਤਾਂ। ਉਸ ਚੀਜ਼ਾਂ ਤੋਂ ਬਚਣ ਲਈ
ਫਿਸ਼ਿੰਗ ਵਰਡ ਵੀ ਯੂਜ਼ ਹੋਇਆ ਸੀ। ਫਿਸ਼ਿੰਗ ਇਜ਼ ਅ ਵੇ ਦੈਟ ਕ੍ਰਿਮੀਨਲੀ ਟ੍ਰਿਕ ਪੀਪਲ into giving out their personal or financial detail। ਉਹੀ ਗੱਲ ਮੈਂ ਕਰ ਰਿਹਾ ਸੀ ਕਿ ਉਹ ਕੀ ਕਰਦੇ ਆ ਕਿ ਫਿਸ਼ਿੰਗ ਕਰਨੀ ਸ਼ੁਰੂ ਕਰ ਦਿੰਦੇ ਕਿ ਤੁਸੀਂ ਆਪਣੀ ਸਾਰੀ ਡਿਟੇਲ ਪਰਸਨਲ ਤੇ ਕੋਈ ਫਾਈਨੈਂਸ਼ੀਅਲ ਡਿਟੇਲ ਜਿਹੜੀ ਵੀ ਉਹ ਤੁਸੀਂ ਦੇਣੀ ਸ਼ੁਰੂ ਕਰ ਦੇਣੀ ਹੈ। ਫਿਸ਼ਿੰਗ ਮੈਸੇਜ often imagine to come from legal business such as a banker or telecommunication provider। Phishing is a practice to attacking user to using fake website in the order to steal password, pin numbers and other sensitive information। ਦੇਖੋ ਕਿ ਉਹਨਾਂ ਨੇ ਬੋਲਟ ਦੇ ਵਿੱਚ ਜਿਹੜਾ ਹਾਈਲਾਈਟ ਕੀਤਾ ਬੜਾ ਵਧੀਆ ਲਿਖਿਆ ਕਿ ਫਿਸ਼ਿੰਗ ਦਾ ਕੰਮ ਕੀ ਆ ਕਿ ਯੂਜ਼ਰ ਨੂੰ ਅਟਰੈਕਟ ਕਰਨਾ, ਕਿਸੇ ਵੀ ਫੇਕ ਵੈਬਸਾਈਟ ਉਹਨਾਂ ਨੇ ਬਣਾ ਦੇਣੀ ਹੈ, ਉੱਥੇ ਤੁਸੀਂ ਆਪਣੇ ਪਾਸਵਰਡ ਦੇਣੇ, ਆਈਡੀ ਪਾਸਵਰਡ ਤੁਸੀਂ ਲੌਗਇਨ ਕਰੋਗੇ, ਤੁਹਾਡੇ ਆਈਡੀ ਪਾਸਵਰਡ ਚੁਰਾ ਲਏ ਜਾਣਗੇ, ਤੁਹਾਡਾ ਪਿਨ ਨੰਬਰ ਵਗੈਰਾ ਤੁਹਾਡਾ ਅਦਰ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਤੁਸੀਂ ਜਿਹੜੀ ਸਟੋਰ ਕਰਕੇ ਉਹ ਤੁਹਾਡਾ ਡਾਟਾ ਜਿਹੜਾ ਮਿਸਪਲੇਸ ਹੋ ਸਕਦਾ, ਉਸ ਚੀਜ਼ਾਂ ਤੋਂ ਤੁਸੀਂ ਬਚਣ ਲਈ ਤੁਸੀਂ ਬਿਲਕੁਲ ਧਿਆਨ ਦੇਣਾ ਕਿ ਕਿਸੇ ਵੀ ਈਮੇਲ ਜਿਹੜੀ ਆਉਂਦੀ ਇਦਾਂ ਦੀ ਫਰੋਡ ਈਮੇਲ ਜਿਹੜੀ ਤੁਹਾਨੂੰ ਲੱਗਦੀ ਕਦੀ ਉਹਨੂੰ ਤੁਸੀਂ ਯੂਜ਼ ਆਊਟ ਨਹੀਂ ਕਰਨਾ, ਉੱਥੇ ਬਿਨਾਂ ਇਜਾਜ਼ਤ ਜਾਂ ਦੇਖ ਕੇ ਉਹਨੂੰ click नहीं करना। मेन highlight भी कितना do not respond to the phishing message। if you receive a phishing message the best thing to do is delete it। मतलब ਜੇ ਤੁਹਾਨੂੰ ਕੋਈ ਲੱਗ ਰਹੀ ਹੈ ਕੋਈ ਇਦਾਂ ਦੀ ਈਮੇਲ ਆਈ ਹੈ ਤਾਂ ਉਹਨੂੰ ਇਮੀਡੀਏਟਲੀ ਉਹਨੂੰ ਡਿਲੀਟ ਆਊਟ ਕਰੋ, ਠੀਕ ਹੈ ਜੀ। ਨੈਕਸਟ ਹੈਗਾ ਵਾ ਫਿਸ਼ਿੰਗ ਬਾਰੇ ਦੱਸਿਆ ਉਹਨਾਂ ਨੇ ਕਿ ਸਭ ਤੋਂ ਪਹਿਲਾਂ ਇਹ ਕੇਸ ਸਟੱਡੀ ਕਿੱਥੇ ਹੋਇਆ ਸੀ। ਦੇਖੋ ਬੜੀ ਵਧੀਆ ਉਹਨਾਂ ਨੇ ਦੱਸਿਆ, ਇਹ ਜ਼ਰੂਰੀ ਸੀ ਦੱਸਣਾ। ਮਾਰਕ ਨਾਮ ਦਾ ਇੱਕ ਲੜਕਾ ਸੀ, 42 ਸਾਲ ਦਾ ਸੀ, ਠੀਕ ਹੈ ਜੀ। ਉਹ ਐਡੀਲੇਡ ਦੇ ਵਿੱਚ ਰਹਿੰਦਾ ਸੀ। he received an email from his bank। मतलब ਉਹਨੇ ਬੈਂਕ ਦੇ ਥਰੂ ਵੱਲੋਂ ਇੱਕ ਮੇਲ ਆਈ which says that the internet banking password need to be changed। मतलब ਉਹਨਾਂ ਨੇ ਉੱਥੇ ਬੈਂਕ ਦੀ ਮੇਲ ਦੇ ਵਿੱਚ ਲਿਖਤਾ ਕਿ ਤੁਹਾਡੀ ਜਿਹੜੀ ਇੰਟਰਨੈਟ ਬੈਂਕਿੰਗ ਹੈ, ਜਿਹੜੀ ਮੈਂ ਗੱਲ ਕਰ ਰਹੀ ਪਹਿਲੇ ਲਾਸਟ ਥੋੜਾ ਜਿਹਾ, ਉਹ ਤੁਹਾਡਾ ਪਾਸਵਰਡ ਚੇਂਜ ਹੋ ਗਿਆ, ਆਪਾਂ ਚੇਂਜ ਕਰ ਦਿੱਤਾ ਜਾਂ ਚੇਂਜ ਕਰਤਾ ਜਿੱਦਾਂ, ਠੀਕ ਹੈ। he clicks the link in the mail and reset his password। ਉਹਨਾਂ ਨੇ ਇੱਕ ਲਿੰਕ ਭੇਜਿਆ, ਜਿੱਦਾਂ ਉਹ ਤੁਹਾਡੇ ਮੈਂ ਲਿੰਕ ਦੱਸਿਆ ਸੀ ਨਾ ਲਾਸਟ ਸਲਾਈਡ ਤੇ ਕਿ ਲਿੰਕ ਆਇਆ ਸੀ ਅਰਨ ਵਾਲਾ, ਏਦਾਂ ਹੀ ਉਹਨਾਂ ਨੇ ਇੱਕ ਲਿੰਕ ਭੇਜਿਆ ਕਿ ਤੁਸੀਂ ਇਹ ਲਿੰਕ ਤੇ ਜਾ ਕੇ ਤੁਸੀਂ ਆਪਣਾ ਪਾਸਵਰਡ ਰੀਸੈਟ ਕਰ ਲਓ, ਠੀਕ ਹੈ ਜੀ। ਦ ਨੈਕਸਟ ਡੇ ਹੀ ਰਿਅਲਾਈਜ਼ਡ ਦੈਟ ਦ ਈਮੇਲ ਵਾਸ ਨੋਟ ਐਕਚੁਅਲੀ ਫਰੋਮ ਹਿਸ ਬੈਂਕ। ਮਤਲਬ ਅਗਲੇ ਦਿਨ ਜਾ ਕੇ ਉਹਨੂੰ ਇਹ ਰਿਅਲਾਈਜ਼ ਹੋਇਆ ਕਿ ਜਿਹੜੀ ਮੇਲ ਆਈ ਸੀ ਉਹ ਬੈਂਕ ਵੱਲੋਂ ਨਹੀਂ ਸੀ ਆਈ। ਉਹ ਕਿੱਦਾਂ ਉਹਨੂੰ ਰਿਅਲਾਈਜ਼ ਹੋਇਆ? ਹੀ ਚੈੱਕ ਹਿਸ ਅਕਾਊਂਟ ਐਂਡ ਫਾਈਂਡ $1000 ਇਜ਼ ਮਿਸਿੰਗ। मतलब ਤੁਸੀਂ ਦੇਖ ਸਕਦੇ ਹੋ ਉਹਦਾ $1000 ਉਹਦੇ ਅਕਾਊਂਟ ਵਿੱਚੋਂ ਮਿਸਿੰਗ ਹੋ ਗਿਆ। ਕਿਉਂ? ਬਿਕੋਜ਼ ਉਹੀ ਗੱਲ ਹੋਈ, ਇਹਨੇ ਫਿਸ਼ਿੰਗ ਹੋਈ ਉਹਦੇ ਨਾਲ। ਉਹਨੇ ਮੇਲ ਜਿਹੜੀ ਉਹਦੇ ਸਪੈਮ ਦੇ ਥਰੂ ਆਈ ਸੀ, ਉਹਨੇ ਮੇਲ ਦੇ ਉੱਤੇ ਉਹਦੀ ਇੱਕੋ ਗਲਤੀ ਹੋਈ, ਜਿਹਨੂੰ ਮੇਲ ਆਈ ਆ ਤੇ ਜੇ ਉਹਨੂੰ ਇਦਾਂ ਦੀ ਕੋਈ ਬੈਂਕ ਵੱਲੋਂ ਮੇਲ ਆਈ ਆ ਤਾਂ ਉਹਨੂੰ ਚਾਹੀਦਾ ਸੀ ਉਸ ਬੰਦੇ ਨੂੰ, ਮਾਰਕ ਨੂੰ, ਕਿ ਆਪਣਾ ਬੈਂਕ ਦੇ ਨਾਲ ਕੰਸਰਨ ਕਰਦਾ ਕਿ ਮੈਨੂੰ ਇਦਾਂ ਦੀ ਕੋਈ ਮੇਲ ਆਈ ਆ, ਤੁਸੀਂ ਪਾਸਵਰਡ ਚੇਂਜ ਕੀਤਾ, ਮੈਨੂੰ ਪਾਸਵਰਡ ਚੇਂਜ ਦੀ ਰਿਕੁਐਸਟ ਆ ਰਹੀ ਆ। ਬਸ ਉਹੀ ਬਲੈਂਕ ਹੋ ਗਏ, ਚੀਜ਼ ਦੇਖ ਕੇ ਉਹਨਾਂ ਨੇ ਆਪਣਾ ਪਾਸਵਰਡ ਚੇਂਜ ਕਰ ਲਿਆ। ਜਦੋਂ ਪਾਸਵਰਡ ਚੇਂਜ ਕਰਦੇ ਆ, ਤੁਹਾਨੂੰ ਪਤਾ ਆਪਾਂ ਪਹਿਲਾਂ ਪਿਛਲਾ ਪਾਸਵਰਡ ਭਰਦੇ ਆ, ਫਿਰ ਅਗਲੇ ਪਾਸਵਰਡ ਭਰਦੇ ਆ। ਉਹ ਸਾਰਾ ਕੁਝ ਹੀ ਭਰ ਦਿੱਤਾ, ਉਹ ਨਵਾਂ ਪਾਸਵਰਡ ਵੀ ਚੱਲ ਗਿਆ, ਨਵਾਂ ਪੁਰਾਣਾ ਵੀ ਚੱਲ ਗਿਆ, ਤੇ ਅਗਲਿਆਂ ਨੇ ਸਕਿੰਟ ਨਹੀਂ ਲਾਏ, ਪੈਸੇ ਕੱਢ ਕੇ ਗੈਪ ਕਰਤਾ। ਪਰ ਦੇਖੋ ਸਪੈਮ ਕਰ ਗਏ ਅਗਲੇ ਬੜੇ ਆਰਾਮ ਨਾਲ, ਪਤਾ ਨਹੀਂ ਲੱਗਾ ਅਗਲੇ ਨੂੰ। ਇਹ ਚੀਜ਼ਾਂ ਤੋਂ ਬਚਾ ਕਰਨਾ ਵਾ। ਅਨਐਕਸਪੈਕਟਿਡ ਪ੍ਰਾਈਜ਼ ਸਕੈਮ। ਦੇ ਇਨਫੋਰਮ ਯੂ ਦੈਟ ਯੂ ਵੌਨ ਅ ਪ੍ਰਾਈਜ਼। मतलब इदा का भी तुहानू आ सकता कि तुसीं इनाम जित्तिया वा किसी तरह की। हुण एग्जाम्पल देती उन्होंने, एग्जाम्पल तौर पर तुसीं मनी रिलेटेड भी तुहानू आ सकता, शॉपिंग वाउचर के रिलेटेड भी तुहानू मेल आ सकती है। मतलब देखो जिहड़े फ्रॉड करते हो किसी तरह का भी फ्रॉड कर सकते हैं। हुण देखो सैकेंड डेटिंग और रोमांस इदा दी भी आ सकती है तुहानू स्पैम की किसी भी तरह का कोई थर्ड पार्टी बंदा कोई या कोई बार कुड़ियां भी होंदियां जिहड़ियां मेल्स कर दिंदियां इदां दियां जिहड़ियां कि जेंट्स या किसी भी पार्टी थर्ड पार्टी अटैक करती हैं कि तुम इस मेल उत्ते अटैक करो, तुहानू इदां होवेगा, तुसीं डेट करोगे, ये करोगे, वो सब चीज़ों ते जाके अपना डिटेल वगैरह सबमिट करा देंगे, अपना कोई कैश भेज देंगे। तो वो चीज़ों तो आप बच के रहना। जॉब स्पैम भी हुंदा वा कि मैं ते गल कर रहा ना, जॉब लई आपां कर दिंदे अपलाई। आइडेंटिटी थैफ्ट भी तुहाडा आईडी तुहाडी चुरा ली जाती है किसी तरह की। ਤੁਸੀਂ ਆਪਣੀ ਆਈਡੀ ਰਜਿਸਟਰ ਕੀਤੀ, ਤੁਹਾਡੇ ਉਹਦਾ ਦੀ ਸੇਮ ਆਈਡੀ ਬਣਾ ਕੇ ਅੱਗੇ ਕਿਸੇ ਤਰ੍ਹਾਂ ਦਾ ਮਿਸਯੂਜ਼ ਕਰ ਸਕਦਾ ਵਾ। ਸੋ ਇਸ ਤਰ੍ਹਾਂ ਦੇ ਕਾਮਨ ਸਪੈਮ ਹੁੰਦੇ ਆ, ਬੜੀ ਤੁਹਾਨੂੰ ਸਮਝ ਵੀ ਹੈਗੀ ਆ, ਬਸ ਇਹਨਾਂ ਨੂੰ ਤੁਸੀਂ ਗੌਰ ਕਰਨਾ ਕਦੀ ਹੋਵੇ ਨਾ, ਠੀਕ ਹੈ। ਅਟੈਕ ਔਨ ਦਾ ਕੰਪਿਊਟਰ ਸਿਸਟਮ, ਇਸ ਬਾਰੇ ਵੀ ਆਪਾਂ ਪੜਿਆ ਸੀ। ਮਾਲਵੇਅਰ ਅਟੈਕ ਹੁੰਦਾ, ਇੱਕ ਸੌਫਟਵੇਅਰ ਹੀ ਹੁੰਦਾ ਵਾ। ਮਾਲਵੇਅਰ ਇੱਕ ਸੌਫਟਵੇਅਰ ਆ ਜਿਹੜਾ ਕਿ ਸਾਡੇ ਸਿਸਟਮ ਦੇ ਉੱਤੇ ਇੱਕ ਅਟੈਕ ਕਰਦਾ ਵਾ ਟੂ ਮੋਨੀਟਰ ਯੂਰ ਆਨਲਾਈਨ ਐਕਟੀਵਿਟੀ ਐਂਡ
cause damage to computer। ਉਹ ਸਾਡੀ ਹਰ ਇੱਕ ਆਨਲਾਈਨ ਐਕਟੀਵਿਟੀ ਜਿਹੜੀ ਆਪਾਂ ਕਰਦੇ ਆ ਉਹਨੂੰ ਮੋਨੀਟਰ ਕਰਦਾ ਵਾ ਕਿ ਆਪਾਂ ਕੀ ਕੰਮ ਕਰ ਰਹੇ ਆ, ਕਿੱਥੇ ਜਾ ਰਹੇ ਆ, ਕਿੱਦਾਂ ਦਾ ਕੋਈ ਆਪਾਂ ਡਾਟਾ ਚੁਰਾ ਰਹੇ, ਕੋਈ ਕੰਮ ਕਰ ਰਹੇ ਸਿਸਟਮ ਉੱਤੇ, ਕੀ ਸਰਚਿੰਗ ਕਰ ਰਹੇ ਆ। ਮਾਲਵੇਅਰ ਇਦਾਂ ਦਾ ਸੌਫਟਵੇਅਰ ਹੁੰਦਾ ਜਿਹੜਾ ਕਿ ਵਾਇਰਸ ਦਾ ਨਾਮ ਹੁੰਦਾ ਵਾ, ਜਿਹੜਾ ਆਪਣੇ ਸਿਸਟਮ ਤੇ ਵਾਇਰਸ ਅਟੈਕ ਕਰਦਾ ਵਾ। ਉਹਨਾਂ ਦੇ ਨਾਮ ਦੱਸਿਆ ਟਰੋਜਨ, ਸਪਾਈਵੇਅਰ, ਇਦਾਂ ਦੇ ਨਾਮ ਹੁੰਦੇ ਇਹਨਾਂ ਦੇ ਵਾਇਰਸ ਦੇ। ਇਹ ਚੀਜ਼ਾਂ ਤੋਂ ਕਹਿੰਦੇ ਆਪਾਂ ਬਚਾਅ ਕਰਨਾ। ਕਿੱਦਾਂ ਬਚਾਅ ਕਰਨਾ ਕਿ ਕਦੀ ਵੀ ਤੁਸੀਂ ਆਪਣੇ ਸਿਸਟਮ ਤੇ ਵਿਦਆਊਟ ਪਰਮਿਸ਼ਨ ਕਿਸੇ ਥਰਡ ਪਾਰਟੀ ਬੰਦੇ ਨੂੰ ਨਹੀਂ ਬਹਿਣ ਦੇਣਾ ਜਿਹਦੇ ਤੇ ਤੁਹਾਨੂੰ ਟਰਸਟ ਨਾ ਹੋਵੇ। Malware is often downloaded when people open an infected email, attach or click to the mistrusted link in the email। Malware ਕਹਿੰਦਾ ਆਉਣ ਦੇ ਚਾਂਸਸ ਕਦੋਂ ਹੁੰਦੇ ਆ ਵਾਇਰਸ ਕਿ ਜਦੋਂ ਵੀ ਆਪਾਂ ਕਿਸੇ ਵੀ ਗਲਤ ਈਮੇਲ ਤੇ ਕਲਿੱਕ ਕਰ ਦਿੰਦੇ ਆ ਤਾਂ ਵਾਇਰਸ ਆਉਣ ਦੇ ਚਾਂਸਸ ਵੱਧ ਜਾਂਦੇ, ਜਾਂ ਫਿਰ ਕੋਈ ਮਿਸਟਰਸਟਡ ਲਿੰਕ ਹੁੰਦਾ ਜਿਹੜੇ ਤੇ ਆਪਾਂ ਟਰਸਟ ਨਹੀਂ ਕਰਦੇ ਬਿਲਕੁਲ ਵੀ, ਉਸ ਤਰ੍ਹਾਂ ਦਾ ਕੋਈ ਲਿੰਕ ਹੁੰਦਾ ਉੱਥੇ ਆਪਾਂ ਗਲਤੀ ਨਾਲ ਕਲਿੱਕ ਕਰ ਦਿੰਦੇ ਆ, ਜਾਂ ਕੋਈ ਵੈਬਸਾਈਟ ਹੀ ਇਦਾਂ ਦੀ ਹੁੰਦੀ ਆ ਜਿੱਥੇ ਆਪਾਂ ਚਲਾਉਣਾ ਨਹੀਂ ਚਾਹੁੰਦੇ ਬਟ ਉਹਦੇ ਥਰੂ ਵੀ ਵਾਇਰਸ ਆਉਣ ਦੇ ਚਾਂਸਸ ਵੱਧ ਜਾਂਦੇ ਆ। Malware can also be used to steal your user name, password or other information। Malware ਕੀ ਤੁਹਾਡਾ ਚੁਰਾ ਲੈਂਦੇ ਆ ਯੂਜ਼ਰ ਨੇਮ ਵਗੈਰਾ ਵੀ, ਪਾਸਵਰਡ ਵਗੈਰਾ ਵੀ, ਇਹ ਵੀ ਤੁਹਾਡੇ ਇਨਫੋਰਮੇਸ਼ਨ ਮਾਲਵੇਅਰ ਚੁਰਾ ਲੈਂਦੇ ਆ, ਇਨਫੋਰਮੇਸ਼ਨ ਵੀ ਤੁਹਾਡੇ ਸਟੀਲ ਕਰਕੇ ਲੈ ਜਾਂਦੇ ਆ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡਾ ਫਰੋਡ ਹੋ ਗਿਆ ਇਸ ਤਰ੍ਹਾਂ ਦਾ। ਨੈਕਸਟ ਆਉਂਦਾ ਸਾਈਬਰ ਸਿਕਿਉਰਿਟੀ। ਜਿਹੜਾ ਵੀ ਅਸੀਂ ਸਾਈਬਰ ਕ੍ਰਾਈਮ ਪੜਿਆ, ਵਧੀਆ ਟੌਪਿਕ ਸੀ, ਉਹਨੂੰ ਕਵਰ ਅਪ ਕਰਨ ਵਾਸਤੇ ਫਿਰ ਇਹਨਾਂ ਨੇ ਸਿਕਿਉਰਿਟੀ ਪ੍ਰਦਾਨ ਕਰਨੀ ਸ਼ੁਰੂ ਕਰਤੀ ਬਿਕੋਜ਼ ਕ੍ਰਾਈਮ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਸੀ। ਉਸ ਕ੍ਰਾਈਮ ਨੂੰ ਕਵਰ ਅਪ ਕਰਨ ਲੱਗੇ ਉਹਨਾਂ ਨੇ ਇੰਟਰਨੈਟ ਸਿਕਿਉਰਿਟੀ ਬ੍ਰਾਂਚ ਬਣਾਤੀ, ਕੰਪਿਊਟਰ ਦੀ ਇੱਕ ਬ੍ਰਾਂਚ ਬਣਾਤੀ ਜਿਹੜੀ ਕਿ ਇੰਟਰਨੈਟ ਦੇ ਨਾਲ ਰਿਲੇਟਡ ਸੀ। ਜਿੱਦਾਂ ਕਿ ਕ੍ਰਾਈਮ ਹੀ ਉਹ ਵੀ ਇੰਟਰਨੈਟ ਦੇ ਨਾਲ ਰਿਲੇਟਡ ਸੀ, ਇਧਰੋਂ ਜਿਹੜਾ ਸੈਕੰਡ ਪਾਰਟ ਆ ਸਿਕਿਉਰਿਟੀ ਉਹ ਵੀ ਇੰਟਰਨੈਟ ਦੇ ਨਾਲ ਹੀ ਰਿਲੇਟਡ ਸੀ। ਇਹ ਬ੍ਰਾਂਚ ਬਣਾਤੀ ਉਹਨਾਂ ਨੇ ਕਿ ਜਿਹੜਾ ਵੀ ਕੋਈ ਅਟੈਕ ਕਰਦਾ ਇੰਟਰਨੈਟ ਦੇ ਨਾਲ ਜੁੜ ਕੇ ਜਾਂ ਕੋਈ ਕ੍ਰਾਈਮ ਕਰਦਾ ਵਾ ਉਹਨੂੰ ਅਸੀਂ ਸਿਕਿਉਰਿਟੀ ਪ੍ਰਦਾਨ ਕਰਨੀ ਕਿ ਤੁਸੀਂ ਯੂਜ਼ ਕਰਨ ਤੋਂ ਪਹਿਲਾਂ ਉਹਨੂੰ ਇੱਕ ਸਿਕਿਉਰਿਟੀ ਦੇਣੀ ਆ ਕਿ ਆਪਣੇ ਸਿਸਟਮ ਨੂੰ ਤੁਸੀਂ ਇਮੇਜ ਦੇ ਸਕਦੇ ਹੋ, ਤਾਲਾ ਲੱਗਾ ਨਾ ਉੱਥੇ ਸਿਸਟਮ ਨੂੰ, ਤਾਲਾ ਮਤਲਬ ਇਹ ਨਹੀਂ ਕਿ ਉਹਨੂੰ ਪੂਰੇ ਤਾਲਾ ਲਾਤਾ। ਲਾਈਕ ਤੁਹਾਨੂੰ ਐਗਜ਼ਾਮਪਲ ਦੱਸੀ ਹੈ ਕਿ ਉਸ ਸਿਸਟਮ ਨੂੰ, ਤੁਹਾਡੇ ਸਿਸਟਮ ਨੂੰ ਸਿਕਿਉਰਿਟੀ ਪ੍ਰਦਾਨ ਕਰਨੀ ਸ਼ੁਰੂ ਕਰਤੀ। ਠੀਕ ਹੈ ਜੀ। ਹੁਣ ਉਹਦੇ ਬਾਰੇ ਐਡਵਾਂਟੇਜ ਆਫ ਸਾਈਬਰ ਸਿਕਿਉਰਿਟੀ ਬਾਰੇ ਮੈਂ ਦੱਸਦਾ। ਡਿਫੈਂਡ ਅਸ ਫਰੋਮ ਕ੍ਰਿਮੀਨਲ ਅਟੈਕ। ਜਿਹੜੇ ਵੀ ਕ੍ਰਿਮੀਨਲ ਅਟੈਕ ਹੋਣੇ ਸ਼ੁਰੂ ਹੋ ਗਏ, ਠੀਕ ਹੈ, ਉਹਨਾਂ ਨੂੰ ਡਿਫੈਂਡ ਕਰਨਾ ਸ਼ੁਰੂ ਕੀਤਾ ਸਾਈਬਰ ਸਿਕਿਉਰਿਟੀ ਨੇ। ਬਰਾਊਜ਼ ਦਾ ਸੇਫ ਵੈਬਸਾਈਟ, ਮਤਲਬ ਤੁਸੀਂ ਵੀ, ਤੁਹਾਨੂੰ ਵੀ ਸਾਨੂੰ ਗਾਈਡ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਜਿਹੜੀ ਵੀ ਵੈਬਸਾਈਟ ਓਪਨ ਕਰਦੇ ਹੋ ਤੇ ਕੋਸ਼ਿਸ਼ ਕਰੋ ਉਹ ਸੇਫ ਵੈਬਸਾਈਟ ਹੋਵੇ। ਜਾਂ ਤੇ ਉਹਨਾਂ ਨੇ ਵੀ ਆਪਣੇ ਲੈਵਲ ਤੇ ਵੀ ਵੈਬਸਾਈਟ ਏਦਾਂ ਦੀਆਂ ਅੱਗੇ ਹਾਇਰ ਕਰਨੀ ਸ਼ੁਰੂ ਕੀਤੀਆਂ ਕਿ ਉਹਨਾਂ ਨੂੰ ਚੈੱਕ ਕਰਕੇ ਵੈਬਸਾਈਟ ਨੂੰ ਪਹਿਲਾਂ ਉਹਨਾਂ ਨੇ ਚੈੱਕ ਕਰਨਾ ਕਿ ਉਹ ਵੈਬਸਾਈਟ ਜੈਨੂਅਨ ਹੈ ਕਿ ਨਹੀਂ ਜੈਨੂਅਨ ਆ, ਫਿਰ ਹੀ ਉਹਨਾਂ ਨੂੰ ਅੱਗੇ ਉਹਨਾਂ ਨੂੰ ਪਰਮਿਸ਼ਨ ਦੇਣੀ ਹੈ ਕਿ ਤੁਸੀਂ ਵੈਬਸਾਈਟ ਵਰਕਿੰਗ ਦੇ ਵਿੱਚ ਲਿਆ ਸਕਦੇ ਹੋ। ਇੰਟਰਨੈਟ ਸਿਕਿਉਰਿਟੀ ਪ੍ਰੋਸੈਸ ਆਲ ਦਾ ਇਨਕਮਿੰਗ ਐਂਡ ਆਊਟਗੋਇੰਗ ਡਾਟਾ ਔਨ ਯੂਰ ਕੰਪਿਊਟਰ। ਕਿਉਂਕਿ ਇਹ ਬ੍ਰਾਂਚ ਬਣ ਗਈ ਇੱਕ, ਫਿਰ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਵੀ ਆਪਾਂ ਇਨਕਮਿੰਗ ਜਾਂ ਆਊਟਗੋਇੰਗ ਡਾਟਾ ਸੈਂਡ ਕਰਦੇ ਹਾਂ ਆਪਣੇ ਕੰਪਿਊਟਰ ਦੇ ਨਾਲ ਜੁੜ ਕੇ, ਉਹ ਸਾਰਾ ਪ੍ਰੋਸੈਸ ਹੁੰਦਾ ਵਾ, ਉਹਨੂੰ ਜਾਂਚਿਆ ਜਾਂਦਾ ਵਾ ਤੇ ਫਿਰ ਅੱਗੇ ਕੰਮ ਹੁੰਦਾ ਵਾ। ਬਿਕੋਜ਼ ਕਈ ਵਾਰ ਕੀ ਹੁੰਦਾ ਵਾ ਕਿ ਜਿਹੜੇ ਕ੍ਰਿਮੀਨਲ ਅਟੈਕ ਇਸੇ ਕਰਕੇ ਡਿਫੈਂਡ ਹੋਣੇ ਸ਼ੁਰੂ ਹੋਏ ਸੀ ਬਿਕੋਜ਼ ਇਨਕਮਿੰਗ ਤੇ ਆਊਟਗੋਇੰਗ ਇਨਫੋਰਮੇਸ਼ਨ ਡਾਟਾ ਜਿਹੜਾ ਵੀ ਇੱਧਰ ਉੱਧਰ ਜਾਂਦਾ ਸੀ ਉਹ ਸਾਰਾ ਚੈੱਕ ਹੋਣਾ ਸ਼ੁਰੂ ਹੋ ਗਿਆ। ਜਦੋਂ ਚੈੱਕ ਹੋਣਾ ਸ਼ੁਰੂ ਹੋ ਗਿਆ ਫਿਰ ਕ੍ਰਾਈਮ ਕਰਨੇ ਘੱਟ ਗਏ ਤੇ ਥੋੜਾ ਜਿਹਾ ਉਹਨਾਂ ਨੂੰ ਪ੍ਰਾਈਵੇਸੀ ਪ੍ਰਦਾਨ ਕਰਨੀ ਸ਼ੁਰੂ ਕਰਤੀ। ਅੱਗੇ ਪ੍ਰਾਈਵੇਸੀ ਦੀ ਵੀ ਗੱਲ ਆ ਗਈ ਹੈ ਕਿ ਆਪਾਂ ਦੇਖੋ ਜਦੋਂ ਵੀ ਆਪਾਂ ਕੋਈ ਈਮੇਲ ਆਈਡੀ ਵਗੈਰਾ ਭਰਦੇ ਆ, ਦੇਖੋ ਸਾਨੂੰ ਆਪਣਾ ਯੂਜ਼ਰ ਨੇਮ ਆਈਡੀ ਪਾਸਵਰਡ ਹੁੰਦਾ, ਜਾਂ ਫਿਰ ਆਪਾਂ ਐਗਜ਼ਾਮਪਲ ਤੌਰ ਤੇ ਆਪਾਂ ਮੰਨ ਲਓ ਫੇਸਬੁੱਕ ਚਲਾ ਰਹੇ ਆ, ਆਪਣਾ ਜੀਮੇਲ ਚਲਾ ਰਹੇ ਆ, ਹਰ ਕਿਸੇ ਕੋ ਆਪਣਾ ਇੱਕ ਆਈਡੀ ਪਾਸਵਰਡ ਹੁੰਦਾ ਵਾ ਜੋ ਕਿ ਬਿਲਕੁਲ ਸਿਕਿਉਰ ਹੁੰਦਾ ਹੈ। ਉਦੋਂ ਤੱਕ ਉਹ ਸਿਕਿਉਰ ਹੈ ਜਦੋਂ ਤੱਕ ਉਹ ਤੁਹਾਡੇ ਕੋਲ ਹੈ। ਜਦੋਂ ਤੁਸੀਂ ਉਹਨੂੰ ਆਪਾਂ ਕਿਸੇ ਵੈਬਸਾਈਟ ਤੇ ਜਾ ਕੇ ਆਪਾਂ ਉਹਨੂੰ ਲੌਗਇਨ ਕਰਦੇ ਆ, ਉਦੋਂ ਆਪਾਂ ਇੱਕ ਚੀਜ਼ ਜ਼ਰੂਰ ਧਿਆਨ ਦੇਣੀ ਆ, ਉਹਨੂੰ ਕਦੀ ਵੀ ਆਪਾਂ ਸੇਵ ਨਾ ਕਰੀਏ। ਕਿਉਂ? ਬਿਕੋਜ਼ ਆਪਾਂ ਕਿਸੇ ਵੀ ਸਿਸਟਮ ਤੇ ਬੈਠੇ ਆ, ਜੇ ਆਪਾਂ ਉਹਨੂੰ ਆਪਣਾ ਵੈਬਸਾਈਟ ਤੇ ਆਪਾਂ ਆਈਡੀ ਪਾਸਵਰਡ ਨੂੰ ਸੇਵ ਕਰ ਦਾਂਗੇ ਤੇ ਕੱਲ ਨੂੰ ਕੋਈ ਵੀ ਥਰਡ ਪਰਸਨ ਆ ਕੇ ਉਹਨੂੰ ਯੂਜ਼ ਕਰ ਸਕਦਾ ਤੇ ਉੱਥੇ ਤੁਹਾਡਾ ਸਿਸਟਮ ਨੂੰ ਜਾਂ ਤੁਹਾਡੇ ਆਈਡੀ ਪਾਸਵਰਡ ਨੂੰ ਹੈਕ ਕਰਕੇ ਕੋਈ ਮਿਸਯੂਜ਼ ਕਰ ਸਕਦਾ। Evidence that your information is being encrypted to protect attackers from hijacking your information, and personal information submitted online should be encrypted. Many sites use SSL protected socket layer to encrypted information। तो कोई information ਜਿਹੜੀ ਹੈ ਉਹ hijack ਹੋਣ ਤੋਂ ਬਚਾਣੀ ਹੈ ਤੇ ਆਪਣੇ ਸਿਸਟਮ ਨੂੰ ਪੂਰਾ ਪ੍ਰੋਟੈਕਟ ਕਰਕੇ ਰੱਖਣਾ। ਸਾਈਬਰ ਸਿਕਿਉਰਿਟੀ ਕੀਪ ਸੌਫਟਵੇਅਰ ਅਪ ਟੂ ਡੇਟ। ਸਾਈਬਰ ਸਿਕਿਉਰਿਟੀ ਉੱਥੇ ਬਿਲਕੁਲ ਸਹੀ ਚੱਲੇਗੀ ਜਿਹੜਾ ਸਿਸਟਮ ਅਪ ਟੂ ਡੇਟ ਹੋਏਗਾ। ਠੀਕ ਹੈ ਜੀ। ਸਿਸਟਮ ਨੂੰ ਕੋਸ਼ਿਸ਼ ਕਰਨੀ ਹੈ ਤੁਸੀਂ ਆਪਣਾ ਸਿਸਟਮ ਨੂੰ ਅਪ ਟੂ ਡੇਟ ਰੱਖਣਾ ਵਾ। ਆਪਣੇ ਸਿਸਟਮ ਤੇ ਜਿਹੜੇ ਤੁਸੀਂ ਪਾਸਵਰਡ ਲਗਾਣੇ ਆ ਜਾਂ ਕੋਈ ਆਈਡੀ ਪਾਸਵਰਡ ਲਗਾਣੇ ਆ, ਜਿੱਦਾਂ ਦਾ ਵੀ ਤੁਸੀਂ ਉੱਤੇ ਪਾਸਵਰਡ ਲਗਾ ਰਹੇ ਹੋ ਉਹ ਸਿਕਿਉਰ ਹੋਣਾ ਚਾਹੀਦਾ ਤੇ ਗੁੱਡ ਹੋਣਾ ਚਾਹੀਦਾ, ਸਟਰੋਂਗ ਹੋਣਾ ਚਾਹੀਦਾ।
ਠੀਕ ਹੈ ਜੀ। ਇਦਾਂ ਦਾ ਪਾਸਵਰਡ ਹੋਵੇ ਲਾਈਕ ਕਰੈਕਟਰ ਹੋਣ, ਸਿੰਬਲ ਹੋਣ ਤੇ ਨੂਮੈਰਿਕ ਵੀ ਹੋਣ, ਸਾਰਾ ਕੁਝ ਇਨਕਲੂਡ ਕਰਕੇ ਵੀ ਪਾਸਵਰਡ ਇਦਾਂ ਦਾ ਬਣਾਓ ਜਿਹੜਾ ਕਿ ਤੁਹਾਡਾ ਕੋਈ ਬ੍ਰੇਕ ਨਾ ਕਰ ਸਕੇ ਤੇ ਕਿਸੇ ਦੀ ਸੋਚ ਤੋਂ ਵੀ ਪਰੇ ਹੋਵੇ। ਇੰਸਟਾਲਿੰਗ them while prevent attacker from being able to take advantage. Use good password, select password that will be difficult for thieves to guess. ਉਹੀ ਗੱਲ ਕੀਤੀ ਕਿ ਤੁਸੀਂ ਜਿਹੜੇ ਚੋਰ ਹੁੰਦੇ ਆ ਜਾਂ thieves ਜਿਹੜੇ ਹੈਗੇ ਆ ਉਹ ਸੋਚ ਨਹੀਂ ਸਕਣ ਤੁਸੀਂ ਪਾਸਵਰਡ ਕਿਦਾਂ ਦਾ ਲਾਇਆ। ਤੇ ਡੂ ਨੋਟ ਰਿਮੈਂਬਰ ਯੂਰ ਪਾਸਵਰਡ। ਕੰਪਿਊਟਰ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਆਪਣੇ ਸਿਸਟਮ ਦੇ ਉੱਤੇ ਕਦੀ ਵੀ ਪਾਸਵਰਡ ਰਿਮੈਂਬਰ ਨਹੀਂ ਕਰਨਾ, ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਫਾਈਂਡਿੰਗ ਬਾਰੇ ਗੱਲ ਕਰਦਾ ਮੈਂ। ਫਾਈਂਡਿੰਗ ਵਿੱਚ ਇੰਡੀਆ ਦੇ ਵਿੱਚ ਕਿੱਦਾਂ ਹੋਇਆ ਸੀ ਫਾਈਂਡ ਹੈ। ਹਾਈਐਸਟ ਸਾਈਬਰ ਕ੍ਰਾਈਮ ਇਨ ਇੰਡੀਆ ਵਾਸ ਰਿਪੋਰਟਡ ਇਨ ਦਾ ਮਹਾਰਾਸ਼ਟਰ ਐਂਡ ਉੱਤਰ ਪ੍ਰਦੇਸ਼। ਇਹ ਨੋਟ ਡਾਊਨ ਕਰ ਲਿਓ, ਕੁਐਸਚਨ ਆ ਸਕਦਾ ਕਿ ਸਭ ਤੋਂ ਵੱਧ ਹਾਈਐਸਟ ਕ੍ਰਾਈਮ ਜਿਹੜਾ ਸੀ ਉਹ ਕਿੱਥੇ ਹੋਇਆ ਸੀ। ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਤੇ ਲੋਐਸਟ ਜਿਹੜਾ ਸੀ ਐਮਪੀ ਦੇ ਵਿੱਚ, ਠੀਕ ਹੈ। ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ, ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ, ਸਭ ਤੋਂ ਘੱਟ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ। ਇਟ ਵਾਸ ਫਾਊਂਡ ਦੈਟ ਦਾ ਹਾਈਐਸਟ ਸਾਈਬਰ ਕ੍ਰਾਈਮ ਕੰਟਰੀ 2016 ਦੇ ਵਿੱਚ ਜਿਹੜੀ ਕੰਟਰੀ ਸੀ ਉਹ ਸੀ ਯੂਐਸ, ਯੂਨਾਈਟਿਡ ਸਟੇਟ। ਤੇ ਸਭ ਤੋਂ ਲੋਐਸਟ ਕੰਟਰੀ ਜਿਹੜੀ ਵੀਅਤਨਾਮ, ਛੋਟੀ ਕੰਟਰੀ ਸੀ ਇਸ ਕਰਕੇ ਵੀਅਤਨਾਮ। ਦਾ ਹਾਈਐਸਟ ਹੈਕਿੰਗ ਕੰਟਰੀ ਵਾਸ ਚਾਈਨਾ, ਜਿਹੜੀ ਹੈਕਿੰਗ ਕੰਟਰੀ ਜਿਹੜੀ ਆ ਉਹ ਕਿਹੜੀ ਹੈ, ਚਾਈਨਾ ਵਾ। ਦਾ ਲੋਐਸਟ ਵਾਸ ਦਾ ਹੰਗਰੀ। The different types of the cyber attack found were as follow: virus, employee abuse of the internet, privilege, unauthorized access by outsides, Daniel services, etc. Various precautions have been found to overcome cyber attack. मतलब ਜਿਹੜੇ ਵੀ ਤੁਸੀਂ different times attack ਹੁੰਦੇ ਆ, like viruses attack ਹੁੰਦੇ ਆ, unauthorized access ਜਿਹੜਾ ਸਾਡੇ ਸਿਸਟਮ ਦੇ ਕੋਈ ਵੀ ਥਰਡ ਪਾਰਟੀ ਅਸੈਸ ਕਰ ਰਿਹਾ, ਤੇ ਐਕਟਿਵ ਅਟੈਕ, ਪੈਸਿਵ ਅਟੈਕ, ਠੀਕ ਹੈ। ਇੰਟਰਨੈਟ ਦੇ ਜੁੜ ਕੇ ਕੋਈ ਇੰਪਲੋਏ ਕਰ ਰਿਹਾ ਵਾ, ਇੰਪਲੋਏ ਮਤਲਬ ਕੋਈ ਵੀ ਇੰਪਲੋਏ ਕਰ ਸਕਦਾ, ਅਬਿਊਜ਼ ਕਰ ਸਕਦਾ। ਕਿੱਦਾਂ ਕਰ ਸਕਦਾ, ਐਗਜ਼ਾਮਪਲ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਸੰਸਥਾ ਦਾ ਕੋਈ ਇੰਪਲੋਏ ਹੈਗਾ ਵਾ, ਡਾਟਾ ਚੁਰਾ ਵੀ ਸਕਦਾ ਵਾ ਤੇ ਉਹਨੂੰ ਲੀਕ ਆਊਟ ਵੀ ਕਰ ਸਕਦਾ। ਨੈਕਸਟ ਸਲਾਈਡ ਦੇ ਬਾਰੇ ਦੱਸਣਾ ਵਾ ਕਿ ਲੋਜ਼ ਜਿਹੜੇ ਬਣਨੇ ਸ਼ੁਰੂ ਹੋ ਗਏ। ਲੋਜ਼ ਇਸ ਕਰਕੇ ਬਣਾਏ ਬਿਕੋਜ਼ ਜੇ ਲੋ ਨਾ ਹੁੰਦੇ ਤੇ ਕ੍ਰਾਈਮ ਤੇ ਬਹੁਤ ਜ਼ਿਆਦਾ ਵੱਧ ਜਾਂਦਾ। plenty for देखो लाइन लिखी है, penalty for damage to computer system, बहुत ज़्यादा सिस्टम डैमेज होने शुरू करते सी। इस करके 2000 ਵਿੱਚ ਐਕਟ ਬਣਾਤਾ ਉਹਨਾਂ ਨੇ, ITA 2000 was enacted by the Parliament of India to protect the field of the e-governance, e-commerce, e-banking. e-governance ਦੇ ਵਿੱਚ ਮੈਂ ਦੱਸਦਾ ਸਾਰਾ ਕੁਝ ਆਉਂਦਾ, ਇੰਟਰਨੈਟ ਬੈਂਕਿੰਗ, ਠੀਕ ਹੈ ਜੀ। ਸੌਰੀ, e-governance ਦੇ ਵਿੱਚ ਤੁਹਾਡਾ GST ਵਗੈਰਾ ਜਿਹੜੇ ਤੁਸੀਂ ਆਨਲਾਈਨ ਪੇ ਕਰਦੇ ਹੋ, ਠੀਕ ਹੈ ਜੀ। ਬੈਂਕਿੰਗ ਦੇ ਵਿੱਚ ਤੁਸੀਂ ਪੇ ਕਰਦੇ ਹੋ, ਲਾਈਕ GST ਵਗੈਰਾ ਪੇ ਕਰ ਰਹੇ ਹੋ ਕਿਸੇ ਵੀ ਤਰ੍ਹਾਂ ਤੁਸੀਂ ਆਪਣੀ ਸੰਸਥਾ ਦੀਆਂ, ਠੀਕ ਹੈ ਜੀ। ਇਹ ਸਭ ਕੁਝ ਜਿਹੜਾ ਆਉਂਦਾ e-governance ਦੇ ਵਿੱਚ ਆਉਂਦਾ। ਤੁਸੀਂ ਆਨਲਾਈਨ ਕੋਈ ਪੇਮੈਂਟ ਕਰ ਰਹੇ ਹੋ, ਬਿਜਲੀ ਦਾ ਬਿੱਲ ਪੇ ਕਰ ਰਹੇ ਹੋ, ਕੋਈ ਡਿਸ਼ TV ਦਾ ਰੀਚਾਰਜ ਕਰ ਰਹੇ ਹੋ, ਇਹ ਸਭ ਗਵਰਨੈਂਸ ਦੇ ਵਿੱਚ ਆਉਂਦੇ ਆ। ਕਮਰਸ ਦੇ ਵਿੱਚ ਵੀ ਤੇ ਬੈਂਕਿੰਗ ਦੇ ਵਿੱਚ ਵੀ ਸੈਕਟਰ, ਇਹ ਚੀਜ਼ਾਂ ਸਾਰੀਆਂ ਐਕਟ ਦੇ ਵਿੱਚ ਅਧੀਨ ਕਰਤੀਆਂ ਕਿ ਜਿਸ ਇਸ ਐਕਟ ਦੇ ਵਿੱਚ ਤੁਸੀਂ ਕੋਈ ਵੀ ਕ੍ਰਾਈਮ ਹੁੰਦਾ ਵਾ ਤੇ ਉਹ ITA 2000 ਐਕਟ ਅੰਦਰ ਲਾਗੂ ਕੀਤਾ ਜਾਊਗਾ ਤੇ ਫਰਦਰ ਅਮੈਂਡਡ ਕੀਤਾ ਗਿਆ 2008 ਦੇ ਨਾਮ ਤੋਂ। ਉਸ ਤੋਂ ਬਾਅਦ 2000 ITA ਐਕਟ 2000 ਨੂੰ ਅਮੈਂਡ ਕਰਕੇ 2008 ਦੇ ਨਾਮ ਤੋਂ ਫਿਰ ਉਹਨਾਂ ਨੇ ਇੱਕ ਐਕਟ ਬਣਾਤਾ ਜਿਹੜਾ ਕਿ ਦਾ ਇੰਡੀਅਨ ਪੈਨਲ ਐਕਟ। ਇਟ ਮੀਨਸ ਇਲੈਕਟ੍ਰੋਨਿਕ ਰਿਕਾਰਡ ਐਂਡ the electronic document has been treated just like the physical record. ਤੁਹਾਡਾ ਰਿਕਾਰਡ ਸੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਲੈਕਟ੍ਰੋਨਿਕਸ ਰਿਕਾਰਡ ਤੇ ਇਲੈਕਟ੍ਰੋਨਿਕਸ ਡਾਕੂਮੈਂਟ ਟ੍ਰੀਟ ਕੀਤਾ ਗਿਆ ਫਿਜ਼ੀਕਲ ਰਿਕਾਰਡ ਦੇ ਹਿਸਾਬ ਨਾਲ। ਤੁਸੀਂ ਮਤਲਬ ਕੋਈ ਵੀ ਜਿਹੜਾ ਇਲੈਕਟ੍ਰੋਨਿਕਸ ਕੰਪੋਨੈਂਟ ਵਗੈਰਾ ਜਾਂ ਇਲੈਕਟ੍ਰੋਨਿਕਸ ਰਿਕਾਰਡ ਤੁਸੀਂ ਆਪਣਾ ਡਾਕੂਮੈਂਟ ਸੇਵ ਕਰਦੇ ਸੀ ਇਲੈਕਟ੍ਰਿਸਿਟੀ ਦੀ ਹੈਲਪ ਨਾਲ, ਉਹ ਸਾਰਾ ਰਿਕਾਰਡ ਹੋਣ ਲੱਗ ਪਿਆ ਫਿਜ਼ੀਕਲੀ ਵੀ। ਕਿ ਤੁਸੀਂ ਮੰਨ ਲਓ ਕਿ ਤੁਸੀਂ ਆਨਲਾਈਨ ਕੋਈ ਵੀ ਫਰੋਡ ਕਰ ਰਹੇ ਹੋ, ਤੁਹਾਡਾ ਫਿਜ਼ੀਕਲੀ ਰਿਕਾਰਡ ਵੀ ਤੁਹਾਡਾ ਐਵੀਡੈਂਸ ਦੇ ਵਿੱਚ ਸਾਡੇ ਕੋਲ ਲਾਜ਼ ਦੇ ਵਿੱਚ ਅਮੈਂਡਡ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਐਕਟ ਹੀ। ਤੇ ਜਦੋਂ ਕੋਈ ਕ੍ਰਾਈਮ ਕਰਦਾ ਸੀ ਉਹ ਆਨਲਾਈਨ ਤੁਹਾਨੂੰ ਪਤਾ ਰਿਕਾਰਡ ਘੱਟ ਹੁੰਦਾ ਸੀ ਤੇ ਉਹਦਾ ਕੋਈ ਐਵੀਡੈਂਸ ਬਹੁਤ ਘੱਟ ਹੁੰਦੇ ਸੀ। ਉਹ ਐਵੀਡੈਂਸ ਫਿਰ ਉਹਨਾਂ ਨੇ ਹਾਰਡ ਕਾਪੀ ਦੇ ਵਿੱਚ ਵੀ ਰਿਕਾਰਡ ਕਰਨੇ ਸ਼ੁਰੂ ਕਰਤੇ ਫਿਜ਼ੀਕਲੀ ਐਕਟੀਵਿਟੀ ਦੇ ਹਿਸਾਬ ਨਾਲ। ਫਿਰ ਬੈਂਕ ਦੇ ਐਕਟੀਵਿਟੀ ਜਿਹੜੀਆਂ ਬੈਂਕ 'ਚ ਫਰੋਡ ਹੁੰਦਾ ਸੀ ਉਹਨਾਂ ਦੇ ਵੀ ਇੱਕ ਲਾਜ਼ ਬਣਾਤਾ ਐਕਟ BBE, ਬੈਂਕਰਸ ਬੁੱਕ ਐਵੀਡੈਂਸ 1891 ਦੇ ਵਿੱਚ ਐਕਟ ਬਣਿਆ ਸੀ, ਨਾਮ ਸੀ ਉਹਦਾ। ਤੇ ਇਸ ਐਕਟ ਦੇ ਅਧੀਨ ਤੇ ਫਿਰ ਸਾਰਾ ਚੱਲਣ ਲੱਗ ਪਿਆ। ਜਦੋਂ ਵੀ ਕੋਈ ਕ੍ਰਾਈਮ ਹੁੰਦਾ ਸੀ ਇਸ ਐਕਟ ਉੱਤੇ ਉਹਨਾਂ ਨੂੰ ਪਨਿਸ਼ਮੈਂਟ ਵਗੈਰਾ ਜਾਂ ਜੋ ਵੀ ਉਹਨਾਂ ਦੇ ਐਕਟ ਲਾਗੂ ਕੀਤੇ ਸੀ ਉਸ ਅਧੀਨ ਤੇ ਉਹਨਾਂ ਨੂੰ ਫਾਈਨ ਤੇ ਪਨਿਸ਼ਮੈਂਟ ਹੁੰਦੀ ਸੀ। ਪ੍ਰੀਵੈਂਸ਼ਨ ਇੰਡੀਆ ਦੇ ਵਿੱਚ ਕਦੋਂ ਹੋਈ ਸੀ? ਐਕਸ ਯੂਨੀਅਨ ਹੋਮ ਮਿਨਿਸਟਰ ਸ਼ਿਵਰਾਜ ਪਾਟਿਲ ਉਹਨਾਂ ਨੇ ਜੋ ਬਿਆਨ ਦਿੱਤਾ ਡੈਟ ਵਾਸ ਦਾ ਰਾਈਜ਼ਿੰਗ ਲੈਵਲ ਆਫ ਦਾ ਸਾਈਬਰ ਕ੍ਰਾਈਮ। ਸਾਈਬਰ ਕ੍ਰਾਈਮ ਦਾ ਬਹੁਤ ਰਾਈਜ਼ ਹੋ ਰਿਹਾ, ਬਹੁਤ ਅਪ ਚੱਲ ਰਿਹਾ ਵਾ। in an identification of an enormous threat to national security, so it should be prevented.
so that this cyber crime laws are made। मतलब कि शिवराज पाटिल जी ने ਇਹ ਚੀਜ਼ਾਂ ਨੋਟ ਕਰਨੀ ਸ਼ੁਰੂ ਕਰਤੀਆਂ ਸੀ। ਸਾਡੇ ਹੋਮ ਮਿਨਿਸਟਰ ਸੀ ਐਕਸ ਸਾਡੇ, ਉਹਨਾਂ ਨੇ ਇਹ ਚੀਜ਼ ਨੋਟ ਕਰਨੀ ਸ਼ੁਰੂ ਕਰਤੀ ਕਿ ਸਾਡੇ ਇੰਡੀਆ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਦੇ ਹਿਸਾਬ ਨਾਲ ਨੂੰ ਕਵਰ ਕਰਨ ਵਾਸਤੇ ਸਾਈਬਰ ਕ੍ਰਾਈਮ ਜਿਹੜਾ ਜ਼ਿਆਦਾ ਵੱਧ ਰਿਹਾ ਵਾ, ਇਸ ਕਰਕੇ ਫਿਰ ਉਹਨਾਂ ਨੇ ਲੋਜ਼ ਬਣਾਉਣੇ ਸ਼ੁਰੂ ਕੀਤੇ ਸੀ। ਠੀਕ ਹੈ ਜੀ। ਅਵੋਇਡ ਕੀ ਕਹਿੰਦੇ ਆ ਕਿ ਸਾਈਬਰ ਕ੍ਰਾਈਮ ਨੂੰ ਅਸੀਂ ਅਵੋਇਡ ਕਿੱਦਾਂ ਕਰਨਾ ਵਾ, ਮੇਕ ਸ਼ੋਰ ਯੂਰ ਸੋਸ਼ਲ ਨੈਟਵਰਕਿੰਗ ਸਾਈਟਸ ਐਗਜ਼ਾਮਪਲਸ ਫੇਸਬੁੱਕ, ਟਵਿੱਟਰ, ਇਹ ਸਾਰੀਆਂ ਜਿਹੜੀਆਂ ਤੁਸੀਂ WhatsApp ਵਗੈਰਾ ਸੋਸ਼ਲ ਨੈਟਵਰਕਿੰਗ ਸਾਈਟਸ ਹੈਗੀਆਂ, ਇਹਨਾਂ ਨੂੰ ਤੁਸੀਂ ਹਮੇਸ਼ਾ ਨੂੰ ਪ੍ਰਾਈਵੇਟ ਰੱਖੋ, ਇਹਨਾਂ ਤੇ ਤੁਸੀਂ ਸਿਕਿਉਰਿਟੀ ਪ੍ਰਦਾਨ ਕਰਕੇ ਰੱਖੋ, ਇਹਨਾਂ ਨੂੰ ਤੁਸੀਂ ਆਪਣੀ ID ਪਾਸਵਰਡ ਜ਼ਰੂਰ ਲਗਾ ਕੇ ਰੱਖੋ ਕਿ ਜਿਹੜਾ ਤੁਹਾਨੂੰ ਕੋਈ ਥਰਡ ਪਾਰਟੀ ਨੂੰ ਕੋਈ ਅਸੈਸ ਨਾ ਕਰ ਸਕੇ। ਠੀਕ ਹੈ, ਕ੍ਰਾਈਮ ਹੋਣ ਤੋਂ ਬਚ ਸਕਦਾ ਵਾ। ਸੇਫਟੀ ਟਿਪਸ ਫॉर ਸਾਈਬਰ ਕ੍ਰਾਈਮ, ਯੂਜ਼ ਐਂਟੀਵਾਇਰਸ ਸੌਫਟਵੇਅਰ, ਸਭ ਤੋਂ ਪਹਿਲਾਂ ਐਂਟੀਵਾਇਰਸ ਜ਼ਰੂਰ ਹੋਣਾ ਚਾਹੀਦਾ ਸਾਡੇ ਸਿਸਟਮ ਦੇ ਵਿੱਚ। ਸੈਕਿੰਡ ਹੈ ਇਨਸਰਟ ਫਾਇਰਵਾਲ, ਫਾਇਰਵਾਲ ਵੀ ਇੱਕ ਐਂਟੀਵਾਇਰਸ ਦਾ ਹੀ ਕੰਮ ਕਰਦਾ, ਜੋ ਕਿ ਸਾਡੇ ਸੌਫਟਵੇਅਰ ਵੀ ਸਾਡੇ ਸਿਸਟਮ ਦੇ ਅੰਦਰ ਹੁੰਦਾ। ਫਾਇਰਵਾਲ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਸੌਫਟਵੇਅਰ ਫਾਇਰਵਾਲ, ਇੱਕ ਹਾਰਡਵੇਅਰ ਫਾਇਰਵਾਲ। ਠੀਕ ਹੈ ਜੀ, ਇਹ ਵੀ ਸਾਡਾ ਐਂਟੀਵਾਇਰਸ ਦਾ ਹੀ ਕੰਮ ਕਰਦੇ ਆ, ਜੋ ਕਿ ਸਾਡੇ ਵਿੰਡੋਜ਼ ਦੇ ਨਾਲ ਰਿਲੇਟਡ ਹੁੰਦਾ ਹੈ। ਨੈਕਸਟ ਹੈਗਾ ਅਨਇੰਸਟਾਲ ਅਨਨੈਸੈਸਰੀ ਸੌਫਟਵੇਅਰ, ਕਿਸੇ ਵੀ ਕਹਿੰਦੇ ਅਨਨੈਸੈਸਰੀ ਸੌਫਟਵੇਅਰ ਜਿਹੜੇ ਤੁਸੀਂ ਨਹੀਂ ਜਾਣਦੇ, ਜਿਹੜਾ ਤੁਹਾਡੇ ਸਿਸਟਮ ਦੇ ਵਿੱਚ ਆਟੋਮੈਟਿਕਲੀ ਵਿੱਚ ਹੈਗਾ ਵਾ, ਉਹਨੂੰ ਪਲੀਜ਼ ਉਹਨੂੰ ਰਿਮੂਵ ਕਰ ਲਓ। ਨੈਕਸਟ ਹੈਗਾ ਮੇਨਟੇਨ ਬੈਕਅਪ, ਆਪਣੇ ਬੈਕਅਪ ਨੂੰ ਮੇਨਟੇਨ ਕਰਕੇ ਰੱਖੋ, ਅਪ ਟੂ ਡੇਟ ਕਰਕੇ ਰੱਖੋ। ਚੈੱਕ ਸਿਕਿਉਰਿਟੀ ਸੈਟਿੰਗਸ, ਜਿਹੜੀ ਹੈ ਤੁਹਾਡੀ ਸਿਕਿਉਰਿਟੀ ਦੀ ਸੈਟਿੰਗ ਉਹਨੂੰ ਡੇਲੀ ਬੇਸਿਸ ਤੇ ਚੈੱਕ ਕਰੋ। ਨੈਕਸਟ ਹੈਗਾ ਤੁਹਾਡਾ ਨੈਵਰ ਗਿਵ ਯੂਰ ਫੁੱਲ ਨੇਮ ਔਰ ਐਡਰੈਸ ਟੂ ਸਟ੍ਰੇਂਜਰ, ਸਟ੍ਰੇਂਜਰ ਕੋਲ ਨਾ ਜਿਹਨਾਂ ਤੁਸੀਂ ਨਹੀਂ ਜਾਣਦੇ, ਉਹਨਾਂ ਨੂੰ ਕਹਿੰਦੇ ਕਦੀ ਵੀ ਆਪਣਾ ਫੁੱਲ ਨੇਮ ਨਾ ਦਿਓ। ਠੀਕ ਹੈ ਜੀ, ਕਦੀ ਵੀ ਉਹਨੂੰ ਆਪਣਾ ਐਡਰੈਸ ਨਾ ਸ਼ੋ ਕਰੋ ਜਿਹਨੂੰ ਤੁਸੀਂ ਨਹੀਂ ਜਾਣਦੇ। ਲਰਨ ਮੋਰ ਅਬਾਊਟ ਇੰਟਰਨੈਟ ਪ੍ਰਾਈਵੇਸੀ, ਮਤਲਬ ਤੁਸੀਂ ਆਪਣੀ ਇੰਟਰਨੈਟ ਕੀ ਅਗਰ ਚਲਾ ਰਹੇ ਹੋ ਤਾਂ ਉਹਦੀ ਪ੍ਰਾਈਵੇਸੀ ਨੂੰ ਹਮੇਸ਼ਾ ਲਰਨ ਕਰਕੇ ਰੱਖੋ, ਆਪਣੇ ਦਿਮਾਗ 'ਚ ਰੱਖੋ ਕਿ ਇਹ ਚੀਜ਼ਾਂ ਆਪਾਂ ਕਿਉਂ ਯੂਜ਼ ਕਰਨੀਆਂ ਤੇ ਕਿਉਂ ਨਹੀਂ ਯੂਜ਼ ਕਰਨੀਆਂ। ਨੈਕਸਟ ਹੈਗਾ ਵਾ ਕਨਕਲੂਜਨ। ਕਨਕਲੂਜਨ ਦੇ ਵਿੱਚੋਂ ਦੇਖੋ, ਸਿੰਸ ਯੂਜ਼ਰਸ ਆਫ ਕੰਪਿਊਟਰ ਸਿਸਟਮ ਐਂਡ ਇੰਟਰਨੈਟ ਆਰ ਇਨਕਰੀਜ਼ਿੰਗ ਵਰਲਡ ਵਾਈਡਲੀ ਵੇਅਰ ਇਟ ਇਜ਼ ਈਜ਼ੀ ਟੂ ਅਸੈਸ ਐਨੀ ਇਨਫੋਰਮੇਸ਼ਨ ਈਜ਼ੀਲੀ ਵਿਦ ਇਨ ਦਾ ਫਿਊ ਸੈਕਿੰਡ। ਮਤਲਬ ਯੂਜ਼ਰ ਜਿਹੜਾ ਕੰਪਿਊਟਰ ਸਿਸਟਮ ਜਿਹੜਾ ਚਲਾ ਰਿਹਾ ਇੰਟਰਨੈਟ ਨਾਲ ਜੁੜ ਕੇ ਬੜਾ ਇਨਕਰੀਜ਼ਿੰਗਲੀ ਵਰਲਡ ਵਾਈਜ਼ਲੀ ਚੱਲ ਰਿਹਾ ਵਾ, ਤਾਂ ਬੜੇ ਆਰਾਮ ਨਾਲ ਸਾਰੀ ਇਨਫੋਰਮੇਸ਼ਨ ਅਸੈਸ ਕਰ ਸਕਦਾ ਵਾ। ਜਿਵੇਂ ਕਿ ਤੁਸੀਂ ਮੈਂ ਜਿੱਦਾਂ ਲੈਕਚਰ ਟੌਪਿਕ ਤੇ ਦਿੱਤਾ, ਮੋਸਟਲੀ ਜਿੱਦਾਂ ਹੁਣ ਮੈਂ ਸਾਰਾ ਕਲੀਅਰ ਆਊਟ ਕਰਤਾ ਪੁਆਇੰਟਸ। ਹੁਣ ਦੇਖੋ ਮੈਂ ਬੜੇ ਆਰਾਮ ਨਾਲ ਪੜ੍ਹਾ ਦਿੱਤਾ, ਜਾਂ ਜਿਵੇਂ ਤੁਸੀਂ ਸੁਣ ਰਹੇ ਹੋ ਜਾਂ ਕੋਈ ਵੀ ਐਗਜ਼ਾਮਪਲ ਤੌਰ ਤੇ ਆਪਾਂ ਕੁਝ ਵੀ ਲੈ ਸਕਦੇ ਹਾਂ, ਤੁਸੀਂ ਬੜੇ ਆਰਾਮ ਨਾਲ ਇਨਫੋਰਮੇਸ਼ਨ ਗੇਨ ਕਰ ਸਕਦੇ ਹੋ ਇੰਟਰਨੈਟ ਨਾਲ ਜੁੜ ਕੇ ਕਿਸੇ ਵੀ ਫੀਲਡ ਦੇ ਰਿਲੇਟਡ 'ਚ। ਸਡਨਲੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜੀ ਟੈਕਨੋਲੋਜੀ ਜਿਹੜੀ ਆ ਉਹਦੇ ਨੈਗੇਟਿਵ ਹੋਣ ਦੇ ਚਾਂਸਿਸ ਉਦੋਂ ਹੁੰਦੇ ਆ ਜਦੋਂ ਕਿ ਉਹ ਉਸ ਬੰਦੇ ਦੇ ਹੱਥ 'ਚ ਚੱਲ ਜਾਣ ਜਿਹਨੂੰ ਚਲਾਉਣ ਦੀ ਵਰਤੋਂ ਨਹੀਂ ਹੈਗੀ, ਜਾਂ ਉਸ ਬੰਦੇ ਦੇ ਹੱਥ 'ਚ ਚੱਲਣ ਜਿਹੜੇ ਕ੍ਰਾਈਮ ਕਰਨਾ ਹੀ ਚਾਹੁੰਦੇ ਆ, ਜਿਨ੍ਹਾਂ ਦੀ ਨੇਚਰ ਦੇ ਵਿੱਚ ਹੈਗਾ ਵਾ ਕਿ ਆਪਾਂ ਕ੍ਰਾਈਮ ਹੀ ਕਰਨਾ। ਠੀਕ ਹੈ ਜੀ, ਇਹ ਕ੍ਰਾਈਮ ਉਦੋਂ ਹੀ ਹੁੰਦਾ ਵਾ ਜਦੋਂ ਟੈਕਨੋਲੋਜੀ ਅਦਰ ਹੈਂਡ 'ਚ ਚੱਲ ਜਾਣ, who do not realize that they are one and the same process as the universe। ਜਦੋਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਦੋਂ ਕਿ ਅਸੀਂ ਵੀ ਇਸ ਦੁਨੀਆ ਦੇ ਵਿੱਚ ਹੀ ਰਹਿੰਦੇ ਹਾਂ, ਕਿ ਆਪਾਂ ਇਸ ਕ੍ਰਾਈਮ ਦੇ ਪਾਤਰ ਕਿਉਂ ਬਣੀਏ। ਇਸ ਕਰਕੇ ਟੈਕਨੋਲੋਜੀ ਜਿਹੜੀ ਆਪਾਂ ਚਲਾ ਰਹੇ ਹਾਂ ਇੰਟਰਨੈਟ, ਬਹੁਤ ਵਧੀਆ ਟੈਕਨੋਲੋਜੀ ਹੈ। ਕਨਕਲੂਜਨ ਦੇ ਵਿੱਚ ਇਹੀ ਕਹਾਂਗਾ ਮੈਂ, ਤੇ ਇਹਨੂੰ ਬਹੁਤ ਜਿੰਨੇ ਵੀ ਆਪਣੇ ਸਟੂਡੈਂਟਸ ਹੈਗੇ ਆ ਜੋ ਵੀ ਇੱਥੇ ਯੂਜ਼ ਕਰਦੇ ਆ ਉਹਨੂੰ ਬਹੁਤ ਧਿਆਨ ਨਾਲ ਯੂਜ਼ ਕਰੋ, ਬਹੁਤ ਐਡਵਾਂਸ ਹੈ ਤੇ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਲੋਸ ਉਦੋਂ ਹੀ ਆ ਜਦੋਂ ਕਿ ਉਹ ਨੈਗੇਟਿਵ ਹੱਥਾਂ 'ਚ ਪੈਂਦੀ ਹੈ ਟੈਕਨੋਲੋਜੀ। ਨਹੀਂ ਜਾ ਜਿਹੜੇ ਜਾਣਬੁੱਝ ਕੇ ਆਪਣੇ ਆਪ ਨੂੰ ਉਸ ਕੰਟਰੀ ਦਾ ਨਹੀਂ ਸਮਝਦੇ, ਜਾਂ ਜਿਨ੍ਹਾਂ ਨੂੰ ਫਰੋਡ ਕਰਨ ਦੀ ਵੈਸੇ ਆਦਤ ਪਈ ਹੈ, ਜਾਂ ਜਿਹੜੇ ਫੇਮ ਲੈਣਾ ਚਾਹੁੰਦੇ ਆ ਗਲਤ ਕੰਮ ਕਰਕੇ। ਤੇ ਇਸ ਸਾਰੇ ਟੌਪਿਕ ਤੋਂ ਬਾਅਦ ਮੈਂ ਥੈਂਕਸ ਕਹਿਣਾ ਜੀ, ਤੇ ਬਾਕੀ ਕਿਸੇ ਨੂੰ ਕੋਈ ਕੁਐਰੀ ਹੋ ਜਾਏ ਇਸ ਟੌਪਿਕ ਦੇ ਰਿਲੇਟਡ 'ਚ ਤੇ ਉਹ ਪੁੱਛ ਸਕਦਾ ਵਾ। ਮੇਰਾ Hi, sir. hello sir. Good afternoon. Good afternoon. How are you? Good sir. Any questions sir? तुम्हारी बाजी तुम्हें अच्छा समझा यार। हेलो हेलो सर। हेलो, आवाज आ रही है? हाँ जी बोलो मैम। हाँ जी
जैसे आपने सब्सक्राइब करा मेल के बारे में बताया कि उसमें हमें मेल्स आता है जिसे इग्नोर कर देते हैं। अगर स्पैम में आता है और भी मेल आता है तो उसे कैसे फाइंड आउट करेंगे? सर आवाज मैडम आवाज क्लियर नहीं आ रही, थोड़ा क्लियर बोलो। सर आपने जैसे मेल में दिखाया स्पैम में, हम स्पैम में जाके देखते हैं कि हमें जो मेल आता है वो बेकार आता है। अगर वो कहीं और आए तो हम कैसे फाइंड आउट करेंगे? सर देखो, जब भी हमें कोई भी मेल आती है सबसे पहले एक मिनट अपने ना माइक जैसे कि जब, हेलो, हाँ जी, मैं पॉइंट क्लियर कर रहा हूँ। जब भी किसी को भी, जैसे अभी क्वेश्चन पूरा करा कि मेल आती है, जब भी किसी को भी कोई भी मेल आ रही है अनवांटेड समझ लो, या किसी भी तरह की कोई मेल आ रही है, जरूरी नहीं है वो स्पैम में भी आए, इनबॉक्स में भी आ सकती है, प्राइवेट सेक्टर पे भी आ सकती है। उसमें साइड में कॉलम होते हैं, मेल जब आप मेल ओपन करते हैं ना, उसमें साइड में सारी ऑप्शंस आती हैं, लाइक इनबॉक्स में आ सकते हैं या स्पैम में आ सकती है। ठीक है, उसमें आप चेक कर लेना। सबसे पहले जब आप मेल चेक करोगे उस पर नाम लिखा आएगा, ठीक है, लाइक किसी का भी, जैसे जो भी मेल कर रहा है उसका नाम लिखा आएगा, उस मेल को आप ओपन कर दोगे, कोई दिक्कत नहीं है, जब तक उस मेल के अंदर कोई लिंक अगर दिया हो, उस लिंक को अगर आप ओपन करते हो, जिसको आप नहीं जानते, जिसके बारे में आपको नहीं नॉलेज, उसको अगर आप ओपन करोगे तो वही अपने आपके सिस्टम के अंदर वायरस आने के चांसेस बढ़ जाएंगे। ठीक है जी, या उसके अंदर कोई फाइल अटैचमेंट है, मान लो कोई उसमें कोई फाइल है, कोई पड़ी हुई है, उसको आप, उन्होंने लिखा हुआ इस फाइल को डाउनलोड कर लीजिए, ऐसा ऐसा हो जाएगा, कुछ भी लिखा हुआ, उस फाइल को अगर आपने डाउनलोड करना है, ठीक है, तो अगर वो सही में आपकी कोई नॉन की मेल है, तो फिर भी आप उस फाइल को सबसे पहले उसको स्कैन आउट करेंगे अपने एंटीवायरस के साथ। अदरवाइज कोशिश ये करिए कि जब तक आपके पास एंटीवायरस नहीं है तो उसको डाउनलोड करिए ही मत, बिकॉज चांसेस बहुत ज्यादा बढ़ सकते हैं वायरस आपके सिस्टम में। पबजी नहीं, पबजी खेलते जो। तो सर मैक्स सर, हाँ जी सर, मेरा ख्याल टाइम ओवर हो चुका है, ये आपका इसमें एंड कर दी। क्वेश्चन ठीक किसी और का ठीक है है सर, कोई भी? ओके सर, थैंक यू वेरी मच, बहुत अच्छा ठीक है सर, सारे थैंक यू आंसर। सर, थैंक यू जी। थैंक यू सर।